प्रेरितों के काम और रसूलों के करतब 9 अध्याय और उसकी पहली आयत तो पढ़ांगे आप सारे जने उच्ची आवाज नाल कोई पंजाबी च पढ़ सकता हिंदी च पढ़ सकता क्लियर पढ़ना है विच रुकना नहीं है रसूलों के करतब 9 अध्याय और उसकी पहली आयत कोई पढ़न च उस्ताद होवे दा सकदा कि पढ़ सकदा नौ दी पहली है पंजाबी लड़ पड़े चलो पंजाबी पढ़ो हिंदी पढ़ो पंजाबी च पढ़ो जा और 16 अजे प्रभु ने दुनिया में जब कौन अते प्रकट करन दे जब मारदा होया सरदार जातिन दे कोल गया ਅਸੀਂ ਇੱਕ ਜਗ੍ਹਾ ਤੇ ਇੱਕ ਆਦਮੀ ਵੇਖਦੇ ਆ ਜਿਹਦਾ ਨਾਮ ਕੀ ਹੈ ਸਾਰੇ ਬੋਲੋ ਕੀ ਹੈ एक तकड़ा जिहा बंदा मेरे को बाइबल पढ़ने वाला होवे हिम्मत दे नाल उच्ची आवाज दे नाल इस जगह ते ਅਸੀਂ ਇੱਕ आदमी ਵੇਖਦੇ ਆ ਜਿਹਦਾ ਨਾਮ ਕੀ ਹੈ ਜਿਹਦਾ ਨਾਮ ਕੀ ਹੈ ਸਾਰੇ ਬੋਲੋ ਭਾਈ ਵੀ ਕੀ ਨਾਮ ਆ ਇਹਦੇ ਵਿੱਚ ਕੀ ਹੈ शाऊल ਕੀ ਉਹਦਾ ਨਾਮ शाऊल एक ऐसा बंदा है और ਇਹਦਾ ਕੰਮ ਕੀ ਹੈ ਤੁਸੀਂ ਪੰਜਾਬੀ ਗੱਲ ਚ ਪੜ੍ਹ ਲਓ ਜਿਹੜੀ ਗੱਲ ਬਣੀ ਹਾਂ ਤਾਂ ਕਿ ਸਮਾਂ ਮੇਰਾ ਨਾ ਖਰਾਬ ਹੋਵੇ मेरा समा ना खराब हो पढ़ो पढ़ो कोई भी पढ़ो फटाफट और 16 अजे प्रभु ने चेलियां दे सौलस ਜਿਹੜਾ ਸੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣਾ ਮਾਰਨਾ ਉਹਦਾ ਕੀ ਸੀਗਾ ਇਹ ਬੰਦਾ ਕੌਣ ਕਰਦਾ ਕੀ ਤੁਸੀਂ ਇਸ ਗੱਲ ਤੋਂ ਕੀ ਅੰਦਾਜ਼ਾ ਲਗਾ ਸਕਦੇ ਹੋ ਉਸ ਬੰਦੇ ਦੇ ਲਈ ਇਹ ਕਿੱਦਾਂ ਦਾ ਬੰਦਾ ਹੋਏਗਾ ਖੁਦਾ ਦੇ ਲੋਕਾਂ ਦਾ ਕੀ ਸੀਗਾ ਵਿਰੋਧੀ ਸੀ ਵੈਰੀ ਸੀ ਜਾਂ ਦੁਸ਼ਮਣ ਲਗਾ ਲਓ ਅਸੀਂ ਫਿਰ ਤੋਂ ਉੱਚੀ ਆਵਾਜ਼ ਨਾਲ ਪੜਾਂਗੇ ਜਰਾ ਪੜੋ 9 ਦੀ ਆਇਤ और पौलुस हजे तक प्रभु दे चेलियां नु दबकाउणा अते कतल करन दे दम मारदा होया इथों तक जोर लाने कि उन्हां नु कतल करना दम मारदा होया सरदार जातिकां दे कोल गया इथों तक कि वो मारदा सी कि जानों ही मार दिंदा सी उन्हां नु और उस कोलों सरदारां दे कोल जाके दमिश्क दियां समाजां दे नाम इस प्रकार दे ਇਦਾਂ ਦੀਆਂ ਚਿੱਠੀਆਂ ਮੰਗੀਆਂ ਉਹਨੇ ਇਦਾਂ ਦੀ ਪਾਵਰ ਮੰਗੀ ਲਿਖਤੀ ਰੂਪ ਵਿੱਚ ਉਹਨੇ ਰਿਟਰਨ ਵਿੱਚ ਚਿੱਠੀਆਂ ਮੰਗੀਆਂ ਜੋ ਇਸ ਪੰਥ ਦੇ ਯਿਸੂ ਮਸੀਹ ਨੂੰ ਮੰਨਣ ਵਾਲੇ ਮੈਨੂੰ ਮਿਲਣ ਅਗਰ ਯਿਸੂ ਮਸੀਹ ਨੂੰ ਮੰਨਣ ਵਾਲੇ ਮੈਨੂੰ ਮਿਲਣ ਭਾਵੇਂ ਮਨੁੱਖ ਭਾਵੇਂ ਤੀਵੀਂ ਭਾਵੇਂ ਆਦਮੀ ਹੋਵੇ ਭਾਵੇਂ ਤੀਵੀਂ ਹੋਵੇ ਉਹਨਾਂ ਨੂੰ ਮੈਂ ਬੰਨ ਕੇ ਯਰੂਸ਼ਲਮ ਦੇ ਵਿੱਚ ਲਿਆਵਾਂ ਜਾ ਚਲਿਆ ਜਾਂਦਾ ਸੀ ਤਾਂ ਹਾਲੇਲੂਇਆ ਅਸੀਂ ਇੱਥੇ ਦੇਖਦੇ ਕਿ ਇੱਕ ਬੰਦਾ ਹੈ ਜਿਹਦਾ ਨਾਮ ਕੀ ਹੈ ਸਾਰੇ ਬੋਲੋ ਕੀ ਹੈ ਸਰਦਾਰ ਜੀ ਬੋਲੋ ਕੀ ਹੈ ਸ਼ਾਊਲ ਆ ਔਰ ਉਹਦਾ ਸੁਭਾਅ ਕੀ ਹੋ ਸਕਦਾ ਕਿਦਾਂ ਦਾ ਸੁਭਾਅ ਹੋਏਗਾ ਦਾ ਉਹਦਾ ਸੁਭਾਅ ਦੱਸੋ ਤੁਸੀਂ ਮੈਂ ਕੰਮ ਦੱਸਦੇ ਦਾ ਸੁਭਾਅ ਦੱਸੋ ਕਿ ਵਧੀਆ ਹੈ ਜਾਂ ਸਹੀ ਗਲਤ ਹੈ ਕੀ ਹੈ ਕੀ ਸੁਭਾਅ ਦਾ ਵਿਰੋਧੀ ਸੁਭਾਅ ਇੰਨਾ ਵਿਰੋਧੀ ਸੀ ਇੰਨਾ ਸੁਭਾਅ ਦਾ ਤੁਸੀਂ ਹਿਸਾਬ ਲਾ ਲਓ ਕਿ ਉਹਨੂੰ ਜਿੱਥੇ ਵੀ ਖੁਦਾ ਦਾ ਕੋਈ ਬੰਦਾ ਮਿਲਦਾ ਸੀਗਾ ਉਹ ਕੀ ਕਰਦਾ ਸੀ ਮਾਰਦਾ ਸੀਗਾ ਚਾਹੇ ਬੰਦਾ ਤੇ ਚਾਹੇ ਤੀਵੀਂ ਉਹਨੇ ਸਰਦਾਰ ਜੱਜ ਕੋਲੇ ਗਿਆ ਥੋੜਾ ਸਮਝਣ ਨੂੰ ਟਾਈਮ ਲੱਗੇਗਾ ਔਰ ਕਹਿੰਦਾ ਮੈਨੂੰ ਰਿਟਰਨ ਵਿੱਚ ਚਿੱਠੀਆਂ ਦੇ ਮੈਨੂੰ ਲਿਖ ਕੇ ਦੇ ਅਗਰ ਮਸੀਹ ਨੂੰ ਖੁਦਾ ਨੂੰ ਮੰਨਣ ਵਾਲਾ ਬੰਦਾ ਹੋਵੇ ਚਾਹੇ ਤੀਵੀਂ ਹੋਵੇ ਮੈਨੂੰ ਮਿਲ ਗਈ ਨਾ ਮੈਂ ਘੜੀਸ ਕੇ ਬੰਨ ਕੇ ਯਰੂਸ਼ਲਮ ਦੇ ਵਿੱਚ ਲੈ ਕੇ ਆਵਾਂ ਇੱਥੋਂ ਤੱਕ ਤੁੱਲ ਗਿਆ ਬੰਦਾ ਉਹ मतलब ये मसीह की सीगा विरोधी सीगा ਇਹਦਾ ਸੁਭਾਅ ਜਾਣ ਸਕਦੇ ਤੁਸੀਂ ਅੰਦਾਜ਼ਾ ਲਗਾ ਸਕਦੇ ਕੀ ਸੁਭਾਅ ਸੀ ਇਹਦਾ ਬੰਦੇ ਦਾ ਇੱਧਰ ਦੇਖੋ ਮੇਰੇ ਵੱਲ ਇਹਦਾ ਸੁਭਾਅ ਕੀ ਸੀਗਾ ਬੋਲੋ ਕੀ ਸੀਗਾ ਸਹੀ ਲੱਗਦਾ ਤੁਹਾਨੂੰ ਸੁਭਾਅ ਇਹਦਾ ਨਹੀਂ ਸੁਭਾਅ ਸਹੀ ਲੱਗਦਾ ਨਹੀਂ तो इस तरह ਦਾ ਸੁਭਾਅ ਸੀ ਇਸ ਬੰਦੇ ਦਾ ਜਿੱਥੇ ਮੈਨੂੰ ਖੁਦਾ ਦੇ ਲੋਕ ਮਿਲਦੇ ਸੀ ਉਹਨਾਂ ਨੂੰ ਮਾਰਦਾ ਸੀ ਕੁੱਟਦਾ ਸੀ ਬੰਨ ਕੇ ਚਾਹੇ ਤੀਵੀਆਂ ਸੀ ਤੀਵੀਆਂ ਤੇ ਵੀ ਰਹਿਮ ਨਹੀਂ ਕਰਦਾ ਸੀ ਬੰਦਿਆਂ ਤੇ ਵੀ ਰਹਿਮ ਨਹੀਂ ਕਰਦਾ ਸੀ ਬੰਨ ਕੇ ਯਰੂਸ਼ਲਮ ਦੇ ਵਿੱਚ ਲੈ ਆਉਂਦਾ ਸੀਗਾ ਹਾਲੇਲੂਇਆ ਹਾਲੇਲੂਇਆ ਅਗਰ ਅਸੀਂ ਦੂਜੇ ਤਰੀਕੇ ਨਾਲ ਵੇਖੀਏ ਜਦੋਂ ਮਸੀਹ ਤੋਂ ਪਹਿਲਾਂ ਖੁਦਾ ਵਿੱਚ ਆਉਣ ਤੋਂ ਪਹਿਲਾਂ ਕੀ ਇਹਦਾ ਸੁਭਾਅ ਤੇ ਸਾਡਾ ਸੁਭਾਅ ਮਿਲਦੀ ਹੈ ਕਿ ਨਹੀਂ ਸੰਸਾਰਿਕ ਸੁਭਾਅ ਸਾਡਾ ਸੀਗਾ ਪਹਿਲਾਂ ਕਿ ਨਹੀਂ ਹਾਂਜੀ ਸਾਰੇ ਬੋਲੋ ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸਾਂ ਸਾਡਾ ਕੀ ਸੁਭਾਅ ਸੀਗਾ ਸੰਸਾਰਿਕ ਜਦੋਂ ਪ੍ਰਭੂ ਯਿਸੂ ਮਸੀਹ ਦਾ ਰਹਿਮ ਸਾਡੇ ਤੇ ਨਹੀਂ ਹੋਇਆ ਸੀ ਅਸੀਂ ਲੜਦੇ ਵੀ ਸੀ ਗਾਲਾਂ ਵੀ ਕੱਢਦੇ ਸੀ ਝੂਠ ਵੀ ਬੋਲਦੇ ਸੀ ਹਰ ਤਰ੍ਹਾਂ ਦਾ ਪਾਪ ਨਸ਼ਾ ਬੁਰਾਈ ਬੋਲੀ ਚਲੋ ਕਰਦੇ ਸੀਗੇ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਦੇਖੀਏ ਤਾਂ ਇਹ ਸੁਭਾਅ ਸੀ ਸੌਲਸ ਦਾ और खास करके बाइबल में लिखा है इधर देख
ਖਾਸ ਕਰਕੇ ਲਿਖਿਆ ਕਿ ਉਹ ਮਸੀਹ ਵਿਰੋਧੀ ਸੀਗਾ, ਇਬਾਦਤ ਕਰਨ ਵਾਲਿਆਂ ਨੂੰ ਤੰਗ ਕਰਦਾ ਸੀ, ਮਾਰਦਾ ਸੀਗਾ। ਇਹ ਸੁਭਾਅ ਸੀ ਉਹਦਾ। ਹਾਲੇਲੂਇਆ। ਤਾਂ ਅਸੀਂ ਵੀ ਮਸੀਹ ਤੋਂ ਜਦੋਂ ਕੀ ਸੀਗੇ, ਬੋਲੋ ਕੀ ਸੀਗੇ, ਉਹਦੇ ਪ੍ਰੇਮ ਤੋਂ, ਉਹਦੀ ਦਇਆ ਤੋਂ ਦੂਰ ਸੀ। ਤਾਂ ਸਾਡਾ ਵੀ ਸੁਭਾਅ ਹੀ ਸੀਗਾ ਲੜਨ ਵਾਲਾ, ਗਾਲਾਂ ਕੱਢਣ ਵਾਲਾ, ਚੋਰੀ ਕਰਨ ਵਾਲਾ, ਧੋਖਾ ਦੇਣ ਵਾਲਾ, ਝੂਠ ਬੋਲਣ ਵਾਲਾ, ਬਹੁਤ ਕੁਝ ਤਰ੍ਹਾਂ ਦਾ ਸੁਭਾਅ ਸੀ। ਹਰ ਤਰ੍ਹਾਂ ਦੀ ਚੀਜ਼ ਸਾਡੇ 'ਚ ਪਾਈ ਜਾਂਦੀ ਸੀ। ਹਾਲੇਲੂਇਆ। ਤਾਂ ਇੱਕ ਦਿਨ ਕੀ ਹੋਇਆ? ਹਾਂਜੀ ਪੜੋ, ਹੁਣ ਤੁਸੀਂ ਚੜਿਆ ਸੀਗਾ। ਤਾਂ ਇੱਕ ਦਿਨ ਇਹ ਹੋਇਆ, ਉਹ ਦਮਸ਼ਕ ਦੇ ਨੇੜੇ ਜਦੋਂ ਗਿਆ, ਆ ਟੁਕਿਆ ਨੇੜੇ ਜਦੋਂ ਆ ਗਿਆ, ਅਚਾਨਕ ਇੱਕ ਜੋਤ ਉਹਦੇ ਚਾਰੋਂ ਪਾਸੋਂ ਚਮਕੀ। ਉਹ ਕੀ ਹੋ ਗਿਆ? ਹੁਣ ਧਿਆਨ ਨਾਲ ਸੁਣਨਾ ਜਰਾ, ਮੈਂ ਤੁਹਾਨੂੰ ਪੁੱਛਣਾ ਵੀ ਤੁਸੀਂ ਕੀ ਸਿੱਖਿਆ। ਮੈਂ ਸਭ ਨੂੰ ਪੁੱਛਣਾ, ਮੈਂ ਤਾਂ ਕਹਿੰਦਾ ਗੌਰ ਨਾਲ ਸੁਣਿਓ। ਜਦੋਂ ਉਹ ਹੱਥ ਵਿੱਚ ਚਿੱਠੀਆਂ ਲੈ ਕੇ ਦਮਸ਼ਕ ਨੂੰ ਜਾਂਦਾ ਸੀ, तो अचानक ਉਹਦੇ ਆਲੇ ਦੁਆਲੇ ਇੱਕ ਜੋਤ ਘੁੰਮਣੀ ਸ਼ੁਰੂ ਹੋ ਗਈ। ਇੱਕ ਲਾਈਟ ਦੇ ਵਿੱਚ ਉਹ ਆ ਗਿਆ ਤੇ ਭੁੰਜੇ ਕੀ ਹੋ ਗਿਆ? ਡਿੱਗ ਪਿਆ। ਅੱਗੇ ਨਹੀਂ ਜਾ ਸਕਿਆ, ਅਚਾਨਕ ਉੱਥੇ ਹੀ ਡਿੱਗ ਪਿਆ। ਠੀਕ ਹੈ, ਅੱਗੇ ਇੱਕ ਆਵਾਜ਼ ਸੁਣੀ। तो ਉਹਨੇ ਕੀ ਸੁਣੀ? ਇੱਕ ਆਵਾਜ਼ ਸੁਣੀ। ਉਹ ਕਹਿੰਦੀ ਸੀ ਉਸ ਨੂੰ, ਇਹ ਸੌਲੁਸ ਤੂੰ ਮੈਨੂੰ ਹੁਣ ਦੇਖੋ ਸਤਾਉਂਦਾ ਕਿਹਨੂੰ ਸੀਗਾ? ਪ੍ਰਭੂ ਦੇ ਲੋਕਾਂ ਨੂੰ ਸਤਾਉਂਦਾ ਸੀ। ਤੇ ਦੁੱਖ ਕਿਹਨੂੰ ਹੋਇਆ? ਬੋਲੋ ਕਿਹਨੂੰ ਸੀ? ਕੀ ਖੁਦਾ ਦੇ ਲੋਕਾਂ ਨੂੰ? ਮੈਂ ਤੁਹਾਨੂੰ ਪੁੱਛਣਾ ਚਾਹਨਾ, ਖੁਦਾ ਦੇ ਲੋਕਾਂ ਨੂੰ ਸਤਾਉਣਾ ਚੰਗੀ ਗੱਲ ਹੈ? ਨਹੀਂ। ਬੋਲੀਏ, ਕੀ ਉਹਨਾਂ ਨੂੰ ਇਸ ਹੱਦ ਤੱਕ ਸਤਾ ਦੋ ਕਿ ਮਰਨ ਤੇ ਮਜਬੂਰ ਹੋ ਜਾਣ? ਕੀ ਇਹ ਚੰਗੀ ਗੱਲ ਹੈ? ਖੁਦਾ ਦੇ ਲੋਕਾਂ ਨੂੰ ਸਤਾਉਣਾ ਚੰਗੀ ਗੱਲ ਨਹੀਂ ਹੈ। ਤੇ ਦੁੱਖ ਕਿਹਨੂੰ ਹੋਇਆ? ਬੋਲੋ ਕਿਹਨੂੰ ਹੋਇਆ? ਪ੍ਰਭੂ ਕਹਿੰਦਾ ਤੂੰ ਮੈਨੂੰ ਕਿਉਂ ਸਤਾਉਂਦਾ ਆ? ਅੱਗੇ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਹਾਂਜੀ। ਉਹਨੇ ਆਖਿਆ ਪ੍ਰਭੂ ਜੀ ਤੂੰ ਕੌਣ ਹੈ? ਉਸਨੇ ਕਿਹਾ ਪ੍ਰਭੂ ਜੀ ਤੂੰ ਕੌਣ ਹੈ? ਉਸਨੇ ਕਿਹਾ ਮੈਂ ਯਿਸੂ ਹਾਂ। ਮੈਂ ਕੀ ਹਾਂ? ਮੈਂ ਯਿਸੂ ਹਾਂ। ਤੂੰ ਮੇਰੇ ਲੋਕਾਂ ਨੂੰ ਤੰਗ ਕਰਦਾ, ਉਹਨਾਂ ਨੂੰ ਮਾਰਦਾ ਆ, ਦੁੱਖ ਮੈਨੂੰ ਪਹੁੰਚਦਾ ਆ, ਤੂੰ ਮੈਨੂੰ ਕਿਉਂ ਸਤਾਉਂਦਾ ਆ? ਉਹਨੇ ਪ੍ਰਭੂ ਜੀ ਤੂੰ ਕੌਣ ਆ? ਉਹਨੇ ਕਿਹਾ ਮੈਂ ਯਿਸੂ ਹਾਂ ਜਿਹਨੂੰ ਤੂੰ ਸਤਾਉਂਦਾ। ਹਾਲੇਲੂਇਆ। ਖੁਦਾ ਦੇ ਇਬਾਦਤ ਕਰਨ ਵਾਲਿਆਂ ਨੂੰ ਕਦੇ ਸਤਾਈਦਾ ਨਹੀਂ ਹੁੰਦਾ। ਤੇ ਦੁੱਖ ਕਿਹਨੂੰ? ਖੁਦਾ ਨੂੰ ਹੁੰਦਾ ਹੈ। ਤੇ ਕਹਿੰਦਾ ਜਿਹਨੂੰ ਤੂੰ ਸਤਾਉਣਾ ਆ, ਮੈਂ ਯਿਸੂ ਹਾਂ। ਅੱਗੇ ਉੱਠ ਉਸ ਸ਼ਹਿਰ ਵਿੱਚ ਜਾ ਔਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ। ਬਾਈਬਲ ਦੱਸਦੀ ਹੈ ਸਾਡੇ ਸਾਰਿਆਂ ਬਾਰੇ ਕਿ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਤੈਨੂੰ ਦੱਸਿਆ ਜਾਵੇਗਾ। ਅੱਗੇ ਜਿਹੜੇ ਆਦਮੀ ਸ਼ੌਲੁਸ ਦੇ ਨਾਲ ਗਏ ਸੀ ਘੋੜੀਆਂ ਰੱਥਾਂ ਦੇ ਉੱਪਰ, ਉਹ ਚੁੱਪਚਾਪ ਕੀ ਹੋਏ? ਖੜੇ ਰਹੇ। ਉਹਨਾਂ ਨੇ ਆਵਾਜ਼ ਸੁਣੀ ਪਰ ਉਹਨੇ ਕਿਸੇ ਨੂੰ ਵੀ ਵੇਖਿਆ। ਸਿਰਫ ਸ਼ੌਲੁਸ ਨੇ ਜੋਤ ਚਮਕੀ ਵੇਖੀ ਤੇ ਭੁੰਜੇ ਡਿੱਗ ਪਿਆ। ਆਵਾਜ਼ ਸੁਣੀ, ਆਵਾਜ਼ ਉਹਦੇ ਸਾਥੀਆਂ ਨੇ ਵੀ ਸੁਣੀ ਪਰ ਕਿਸੇ ਨੂੰ ਉਹਨਾਂ ਨੇ ਨਹੀਂ ਵੇਖਿਆ। ਕਲੀਅਰ ਹੋ ਗਿਆ? ਇਸ ਤੱਕ ਸਮਝ ਆ ਗਈ ਕਿ ਨਹੀਂ? ਸਿੱਧਾ ਜਾਣਾ। ਅੱਗੇ ਪੜ੍ਹੀਏ। ਪੌਲੁਸ ਜ਼ਮੀਨ, ਹਾਂਜੀ, ਸ਼ੌਲੁਸ ਧਰਤੀ ਤੋਂ ਉੱਠਿਆ, ਜ਼ਮੀਨ ਤੋਂ ਉੱਠਿਆ। ਜਦ ਉਹਨੇ ਕੀ ਖੋਲੀਆਂ? ਆਪਣੀਆਂ ਅੱਖਾਂ ਖੋਲੀਆਂ, ਉਹਨੂੰ ਕੁਝ ਵੀ ਨਾ ਦਿਸਿਆ। ਉਹ ਹੱਥ ਫੜ ਕੇ ਦਮਸ਼ਕ ਵਿੱਚ ਲੈ ਗਿਆ, ਜਿੱਥੇ ਮਾਰਨ ਚੱਲਿਆ ਸੀ ਉੱਥੇ ਉਹਨੂੰ ਖੁਦਾ ਲੈ ਕੇ ਗਿਆ ਆਪ। ਹੁਣ ਜਾਣ ਦਾ ਢੰਗ ਵੱਖਰਾ ਹੋ ਥੋੜਾ ਜਿਹਾ। ਉਹਨੂੰ ਫੜ ਕੇ ਲੈ ਕੇ ਆਏ। ਹਾਂਜੀ, ਕਿੰਨੇ ਦਿਨਾਂ ਤੱਕ ਕਰਨਾ ਰਿਹਾ? ਕੀ ਉਹਨੂੰ ਪਤਾ ਸੀ ਕਿ ਮੈਂ ਅੰਨਾ ਹੋ ਜਾਵਾਂਗਾ? ਖੁਦਾ ਦੇ ਲੋਕਾਂ ਨੂੰ ਸਤਾਉਣਾ ਕੋਈ ਚੰਗੀ ਗੱਲ ਨਹੀਂ ਹੈ। ਇੱਕ ਸਰੀਰਕ ਅੰਨਾ ਹੁੰਦਾ ਤੇ ਆਤਮਿਕ ਕੀ ਹੁੰਦਾ ਹੈ? ਇਹ ਸਰੀਰਕ ਅੰਨਾ ਹੋ ਗਿਆ। ਇਹਨੂੰ ਅੱਖਾਂ ਤੋਂ ਕੁਝ ਵੀ ਨਜ਼ਰ ਨਹੀਂ ਹੈ। ਬਾਈਬਲ ਚ ਦੇਖੋ ਕਿੰਨੇ ਦਿਨ 3 ਦਿਨ ਉਹ ਅੰਨਾ ਰਿਹਾ। 3 ਦਿਨ ਨੂੰ ਕੁਝ ਨਹੀਂ ਦਿਖਾਈ ਦਿੱਤਾ। ਔਰ ਇੱਕ ਗੱਲ ਹੋਰ ਉਹਨੇ ਕੀਤੀ, ਪੜ੍ਹੀਏ। ਅਤੇ ਨਾ ਕੁਝ ਖਾਦਾ, ਹਾਂ, ਨਾ ਪੀਤਾ। 3 ਦਿਨ ਨਾ ਰੋਟੀ ਖਾਧੀ ਨਾ ਪਾਣੀ ਪੀਤਾ। ਅਸੀਂ ਸਾਰੇ ਇਸ ਗੱਲ ਨੂੰ ਜਾਣ ਲਈ ਦਿਮਾਗ 'ਚ ਬਿਠਾ ਕੇ ਬਾਰ-ਬਾਰ ਦੇ ਨਾਲ ਥੱਲੇ ਡਿੱਗਿਆ। ਜਦੋਂ ਉੱਠਿਆ ਅੰਨਾ ਹੋ ਗਿਆ ਔਰ ਨਾ 3 ਦਿਨ ਵੇਖ ਸਕਿਆ, ਨਾ 3 ਦਿਨ ਰੋਟੀ ਖਾਧੀ, ਨਾ ਪਾਣੀ ਪੀਤਾ। ਇੱਕ ਕਿਸਮ ਦਾ ਰੋਜ਼ਾ ਹੀ ਲਾ ਲਓ ਉਹਦਾ। ਰੋਟੀ ਤੋਂ ਵੀ ਮੂੰਹ ਮੜ ਗਿਆ, ਪਾਣੀ ਤੋਂ ਵੀ ਮੂੰਹ ਮੜ ਗਿਆ। ਕਿ ਇਹ ਕੀ ਹੋਇਆ? ਪਹਿਲੀ ਮੁਲਾਕਾਤ ਵਿੱਚ ਵੀ ਭੁੱਖ ਵੀ ਮਰ ਗਈ ਤੇ ਪਿਆਸ ਵੀ ਮਰ ਗਈ। ਇਹ ਹੁੰਦੀ ਹੈ ਟੱਚ। ਇਹ ਹੁੰਦੀ ਹੈ ਪ੍ਰਭੂ ਦੇ ਟੱਚ ਵਿੱਚ ਆਣਾ। ਫਿਰ ਰੋਟੀ ਨਹੀਂ ਚੰਗੀ ਲੱਗਦੀ, ਫਿਰ ਪਾਣੀ ਨਹੀਂ ਚੰਗਾ ਲੱਗਦਾ,
ਫਿਰ ਪਛਤਾਵਾ ਚੰਗਾ ਲੱਗਦਾ। ਪਛਤਾਤਾਪ ਦੇ ਵਿੱਚ ਬਹਿ ਗਿਆ ਕਿ ਮੈਂ ਕੀ ਕਰ ਰਿਹਾ ਹਾਂ, ਮੇਰੇ ਕੋਲ ਅਣਜਾਣਪੁਣੇ ਵਿੱਚ ਕਿਹੜੇ ਕੰਮ ਹੋ ਗਏ ਨੇ। ਕਈ ਵਾਰੀ ਸਾਡਾ ਸੁਭਾਅ ਵੀ ਇਦਾਂ ਦਾ ਹੁੰਦਾ ਸੀ, ਆਪਣੇ ਮਨ ਦੇ ਮਗਰ ਲੱਗ ਕੇ ਹੀ ਚੱਲਦੇ ਆ, ਬੜਾ ਕੁਝ ਅਸੀਂ ਗਲਤ ਕਰ ਬੈਠਦੇ ਆ, ਲੇਕਿਨ ਬਾਅਦ ਸਾਨੂੰ ਜਿਹਦਾ ਪਛਤਾਵਾ ਹੁੰਦਾ ਹੈ। तो इसलिए बाइबल में लिखा बुद्ध मंगो, सही ते गलत की पहचान मंगो, परखण वाले आत्मे मंगो। हालेलुया। और पछतावा होया, रोटी तो भी मन चकेगा, पानी तो भी चकेगा कि आ की मेरे को हो गया, मैं जान बुझ के जाने विच किन्ने पाप कर बैठा, किन्नियां गलतियां कर बैठा। हुण तुसीं मैनूं ये दसो कि पौलुस खुदा बारे जानदा सी या नहीं? सो आन पुछ को तीर नहीं मारना, जो मुझे चाहे बोलता, सोच के जवाब देना। मैं ਤੁਹਾਡੀ ਸੋਚ ਵੇਖਣੀ ਹੈ ਕਿ ਉਹ ਪਰਮੇਸ਼ਰ ਨੂੰ ਜਾਣਦਾ ਸੀ ਜਾਂ ਨਹੀਂ ਸੀ, ਔਰ ਕਿਹੜੀ ਕੌਮ ਦਾ ਸੀ। ਜਿਹੜਾ ਬੰਦੇ ਦੇ ਅਸੀਂ ਸੁਭਾਅ ਨੂੰ ਵੇਖਦੇ ਆ, ਉਹਦੀ ਬੈਕਗ੍ਰਾਉਂਡ ਵੀ ਜਰਾ ਪੜ੍ਹ ਲਈਏ, ਔਰ ਇੱਥੇ ਤੱਕ ਪਹੁੰਚ ਗਏ ਕਿ ਖੁਦਾ ਪ੍ਰਸਤ ਸੀ ਜਾਂ ਨਹੀਂ ਸੀ, ਖੁਦਾ ਨੂੰ ਮੰਨਦਾ ਸੀ ਜਾਂ ਨਹੀਂ ਸੀ, ਵਿਵਸਥਾ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ, ਪਰਮੇਸ਼ਰ ਨੂੰ, ਨਬੀਆਂ ਨੂੰ ਜਾਣਦਾ ਸੀ ਜਾਂ ਨਹੀਂ ਜਾਣਦਾ ਸੀ। ਹਾਂਜੀ, ਕੀ ਜਾਣਦਾ ਸੀ ਉਹ? ਕਿਹੜੀ ਕੌਮ ਦਾ ਸੀਗਾ? ਯਹੂਦੀ ਕੌਮ ਦਾ ਸੀ, ਔਰ ਖੁਦਾ ਨੂੰ ਮੰਨਣ ਵਾਲਾ ਸੀਗਾ। ਤੁਹਾਨੂੰ ਬਾਈਬਲ ਦੇ ਵਿੱਚ ਅੱਜ ਪੜਾਵਾਂਗੇ ਕਿ ਪਰਮੇਸ਼ਰ ਨੂੰ ਜਾਣਦਾ ਸੀ ਉਹ, ਲੇਕਿਨ ਕੰਮ ਕੀ ਸੀ ਉਹਦੇ? ਵਿਵਸਥਾ ਨੂੰ ਜਾਣਦਾ ਸੀ, ਲੇਕਿਨ ਯਿਸੂ ਮਸੀਹ ਨੂੰ ਨਹੀਂ ਜਾਣਦਾ ਸੀ। ਹਾਲੇਲੂਇਆ। ਵਿਵਸਥਾ ਵਿੱਚ ਸਿਖਾਇਆ ਜਾਂਦਾ ਸੀ ਬਦਲਾ ਲੈਣਾ, ਮਾਰ, ਅੱਖ ਦੇ ਵੱਟੇ, ਦੰਦ ਦੇ ਵੱਟੇ, ਜਾਨ ਦੇ ਵੱਟੇ, ਇਹ ਚੀਜ਼ਾਂ ਵਿਵਸਥਾ ਵਿੱਚ ਸਿਖਾਈਆਂ ਜਾਂਦੀਆਂ ਸੀ। ਇਹ ਸੁਭਾਅ ਸੀ ਉਹਦਾ, ਇਹ ਸੁਭਾਅ ਸੀ ਉਹਦਾ, ਇਸ ਸੁਭਾਅ ਨੂੰ ਲੈ ਕੇ ਚੱਲ ਰਿਹਾ ਸੀ। ਹਾਲੇਲੂਇਆ। ਪੁਰਾਣੇ ਸੁਭਾਅ ਨੂੰ ਲੈ ਕੇ ਚੱਲ ਰਿਹਾ ਸੀ, ਲੇਕਿਨ ਯਿਸੂ ਮਸੀਹ ਜ਼ਿੰਦਗੀ 'ਚ ਨਹੀਂ ਆਇਆ ਸੀ। ਉਸੇ ਪੁਰਾਣੇ ਸੁਭਾਅ ਨੂੰ ਲੈ ਕੇ ਅਸੀਂ ਬੜੀਆਂ ਗਲਤੀਆਂ ਆਪਣੇ ਮਸੀਹ ਲਾਈਫ ਵਿੱਚ ਕਈ ਵਾਰੀ ਕਰ ਜਾਂਦੇ ਹਾਂ। ਸਹੀ ਹੈ ਕਿ ਨਹੀਂ? ਬੋਲਣ ਦੇ ਵਿੱਚ, ਚਾਲਣ ਦੇ ਵਿੱਚ, ਹਰ ਇੱਕ ਤਰ੍ਹਾਂ ਦੀ ਸਾਡੇ ਕੋਲ ਕਈ ਤਰ੍ਹਾਂ ਦੀਆਂ ਜਾਣੇ ਵਿੱਚ ਅਸੀਂ ਗਲਤੀਆਂ ਕਰ ਬੈਠਦੇ ਸੀ, ਲੇਕਿਨ ਬਾਅਦ ਵਿੱਚ ਉਹਦਾ ਕੀ ਹੁੰਦਾ? ਸਾਨੂੰ ਪਛਤਾਵਾ ਹੁੰਦਾ। ਹਾਲੇਲੂਇਆ। ਤਾਂ ਮੇਰੇ ਹਿਸਾਬ ਨਾਲ ਅੱਜ ਤੱਕ ਪੌਲੁਸ ਨੇ ਕਦੇ ਵਰਤ ਨਹੀਂ ਰੱਖੇ ਹੋਣਗੇ ਜਿਹੜੀ ਪਹਿਲੀ ਮੁਲਾਕਾਤ ਸੀ ਖੁਦਾ ਨੂੰ ਰੋਜ਼ੇ 'ਚ ਬਿਠਾਤਾ। ਸਹੀ ਹੈ ਕਿ ਨਹੀਂ? ਤਾਂ ਪਹਿਲੀ ਮੁਲਾਕਾਤ ਵਿੱਚ ਇਹਨੇ ਰੋਟੀ ਛੱਡੀ, ਪਾਣੀ ਛੱਡੀ, ਐਸੀ ਤੜਪ ਦੇ ਵਿੱਚ ਬਹਿ ਗਿਆ ਇੱਕ ਥਾਂ ਤੇ ਜਿੱਥੇ ਖੁਦਾ ਨੇ ਬਿਠਾਇਆ ਉੱਥੇ ਬਹਿ ਗਿਆ। 3 ਦਿਨ ਨਾ ਕੁਝ ਖਾਧਾ ਤੇ ਨਾ ਕੁਝ ਪੀਤਾ। ਇਹ ਵਿਵਸਥਾ ਦਾ ਸੁਭਾਅ ਸੀ ਉਹਦੀ ਜ਼ਿੰਦਗੀ ਦੇ ਵਿੱਚ। ਥੋੜਾ ਸਮਝਣ ਦੀ ਕੋਸ਼ਿਸ਼ ਕਰਨਾ ਚਾਹੀਦਾ। ਉਹਨੇ ਵਿਵਸਥਾ ਪੜ੍ਹੀ ਸੀ, ਲੇਕਿਨ ਮਸੀਹ ਯਿਸੂ ਬਾਰੇ ਉਹ ਨਹੀਂ ਜਾਣਦਾ ਸੀ, ਜਿਵੇਂ ਅਸੀਂ ਪਹਿਲਾਂ ਪ੍ਰਭੂ ਤੋਂ ਯਿਸੂ ਮਸੀਹ ਨੂੰ ਨਹੀਂ ਜਾਣਦੇ ਸੀ। ਉਹਦੇ ਸੁਭਾਅ ਨਾਲ ਵਾਕਫ ਵੀ ਨਹੀਂ ਸੀ, ਉਹਦੀ ਪ੍ਰਾਰਥਨਾ ਦੇ ਨਾਲ, ਉਹਦੀ ਦਇਆ ਦੇ ਨਾਲ ਵਾਕਫ ਨਹੀਂ ਸੀ, ਉਹਦੀ ਸੰਗਤ ਦੇ ਨਾਲ ਵਾਕਫ ਨਹੀਂ ਸੀ, ਉਹਦੀ ਦਿੱਤੀਆਂ ਕਾਨੂੰਨ, ਉਹਦੀ ਦਇਆ ਤੋਂ, ਉਹਦੇ ਰਹਿਮ ਤੋਂ ਸੀ ਵਾਕਫ ਨਹੀਂ ਸੀ। ਖੁਦ ਡਾਇਰੈਕਟ ਯਿਸੂ ਮਸੀਹ ਦਾ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਸਤਾਉਂਦਾ ਸੰਗਤ ਨੂੰ ਸੀਗਾ, ਠੀਕ ਹੈ, ਖੁਦਾ ਦੇ ਮੰਨਣ ਵਾਲੇ ਲੋਕਾਂ ਨੂੰ, ਇਬਾਦਤ ਕਰਨ ਵਾਲੇ ਲੋਕਾਂ ਨੂੰ ਸਤਾਉਂਦਾ ਸੀ। ਤੇ ਦੇਖੋ ਖੁਦਾ ਨੂੰ ਪਹੁੰਚਦਾ ਸੀ। ਉਹ ਕਦੇ ਵੀ ਕਿਸੇ ਨੂੰ ਸਤਾਉਣ ਵਾਲੇ ਕੰਮ ਨਾ ਕਰਿਓ, ਠੀਕ ਹੈ। ਆਪਣੀ ਜ਼ਿੰਦਗੀ ਵਿੱਚ ਭਲਾਈ ਮੰਗੋ, ਤਾਂ ਦੂਜੇ ਲਈ ਦੁਆਈ ਕਰੋ। ਹਾਲੇਲੂਇਆ। ਸਮਝਦਾਰ ਹੋ ਤੁਸੀਂ। ਹਾਂਜੀ, ਅੱਗੇ ਪੜ੍ਹੀਏ। 3 ਦਿਨ ਅੰਨਾ ਰਿਹਾ, ਨਾ ਕੁਝ ਖਾਧਾ ਨਾ ਕੁਝ ਪੀਤਾ। ਹਾਂਜੀ, ਹਾਂ। ਹੁਣ ਤੁਸੀਂ ਇਹ ਗੱਲ ਧਿਆਨ ਨਾਲ, ਮੈਂ ਹਰ ਇੱਕ ਪੁਆਇੰਟ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ, ਹਰ ਇੱਕ ਪੁਆਇੰਟ ਨੂੰ। ਯਿਸੂ ਮਸੀਹ ਨੂੰ ਮਿਲਿਆ ਤੇ ਕੀ ਹੋ ਗਿਆ? ਕਿਉਂਕਿ ਉਹਨੂੰ ਦੇਖ ਨਹੀਂ ਸਕਦਾ, ਕਿਉਂਕਿ ਅੱਖਾਂ ਵਿੱਚ ਕੀ ਸੀਗਾ ਜੀ? ਵਿਰੋਧਤਾ ਸੀ, ਪਾਪ ਸੀ। ਸੰਸਾਰਿਕ ਅੱਖਾਂ ਨਾਲ ਉਹਨੂੰ ਦੇਖ ਨਹੀਂ ਸਕੇ। ਪਾਪ ਨੇ ਅੱਖਾਂ ਕੀ ਕਰ ਦਿੱਤੀਆਂ ਸੀ? ਠੀਕ ਹੈ। ਉਹਨੂੰ 3 ਦਿਨ ਦੀ ਸਜ਼ਾ ਨਹੀਂ ਮਿਲੀ, ਪਨਿਸ਼ਮੈਂਟ ਨਹੀਂ ਮਿਲੀ, ਉਹਨੂੰ ਪਛਤਾਤਾਪ ਦਾ ਮੌਕਾ ਮਿਲਿਆ। ਔਰ ਇੱਕ ਗੱਲ ਬੜੀ ਵਧੀਆ ਯਿਸੂ ਮਸੀਹ ਨੇ ਕੀ ਕਹਿੰਦਾ? ਤੈਨੂੰ ਜੋ ਕੁਝ ਕਰਨਾ ਹੈ ਦੱਸਿਆ ਜਾਏਗਾ। ਦੱਸਣਾ ਖੁਦਾ ਨੇ ਸਾਨੂੰ ਸਾਰਿਆਂ ਨੂੰ ਦੱਸਿਆ ਗਿਆ ਕਲਾਮ ਦੇ ਵਿੱਚ ਕਿ ਤੂੰ ਕੀ ਕੀ ਕਰਨਾ ਹੈ, ਤੇਰਾ ਕੀ ਕੀ ਕੰਮ ਆ, ਤੇਰਾ ਕੀ ਕੀ ਦਰਸ਼ਨ ਆ, ਤੇਰੇ ਕੋਲ ਕਿਹੜਾ ਕਿਹੜਾ ਗਿਫਟ ਹੈ, ਗਾਉਣ ਦਾ, ਵਜਾਉਣ ਦਾ, ਕੁਝ ਵੀ ਗਿਫਟ ਲਾ ਲਓ। ਕੀ ਅਸੀਂ ਉਸ ਗਿਫਟ ਨੂੰ ਮਸੀਹ ਦੀ ਮਹਿਮਾ ਲਈ ਇਸਤੇਮਾਲ ਕਰਦੇ ਹਾਂ? ਚਾਹੇ ਮੇਰੇ ਕੋਲ ਰੋਜ਼ੇ ਦਾ ਗਿਫਟ ਹੈ, ਪ੍ਰਾਰਥਨਾ ਦਾ ਗਿਫਟ ਹੈ, ਰੋਣ ਦਾ ਗਿਫਟ ਹੈ, ਆਗਿਆਕਾਰੀ ਦਾ ਗਿਫਟ ਹੈ, ਵਫਾਦਾਰੀ ਦਾ, ਗਾਣਾ ਵਜਾਣਾ, ਕੁਝ ਵੀ ਲਾ ਲਓ। ਕੀ ਇਹ ਸਾਡੇ ਸਭਨਾਂ ਕੋਲ ਇੱਕ ਗਿਫਟ ਹੈ? ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਸੋਚਦਾ ਕਿ ਤੁਹਾਡੇ ਕੋਲ ਕੋਈ ਗਿਫਟ ਨਾ ਹੋਵੇ। ਹਰ ਇੱਕ ਕੋਈ ਨਾ ਕੋਈ ਗਿਫਟ ਹੈ, ਕੋਈ ਨਾ ਕੋਈ ਦਰਸ਼ਨ ਹੈ ਜਿਹਦੇ ਮੁਤਾਬਕ ਸਾਨੂੰ ਚੱਲਣਾ। ਕਹਿੰਦਾ ਜੋ ਕੁਝ ਕਰਨਾ ਹੈ ਤੈਨੂੰ ਦੱਸਿਆ, ਤੈਨੂੰ ਦੱਸਾਂਗੇ ਵੀ ਤੂੰ ਇੱਦਾਂ ਚੱਲਣਾ, ਇੱਦਾਂ ਕਰਨਾ। ਹਾਲੇਲੂਇਆ।
ਤੋਂ ਅਸੀਂ ਦੇਖਦੇ ਹਾਂ ਕਿ ਇਹ ਬੰਦਾ 3 ਦਿਨ ਕੀ ਰਿਹਾ, ਅੰਨਾ ਰਿਹਾ। ਹੁਣ ਪ੍ਰਭੂ ਯੀਸ਼ੂ ਮਸੀਹ ਨੇ ਕਿਵੇਂ ਇਹਦੀਆਂ ਅੱਖਾਂ ਨੂੰ ਖੋਲਿਆ? ਡਾਇਰੈਕਟ ਨਹੀਂ ਅੱਖਾਂ ਖੁੱਲੀਆਂ, ਡਾਇਰੈਕਟ ਨਹੀਂ ਅੱਖਾਂ ਖੁੱਲਣੀਆਂ। ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਇਹ ਕਲਾਮ 'ਚ ਪੜ੍ਹ ਲਓ ਤੁਸੀਂ। ਉਹਨੇ ਕਿਹਨੂੰ ਭੇਜਿਆ? ਇੱਕ ਖਾਦਮ ਨੂੰ ਭੇਜਿਆ, ਇੱਕ ਸੇਵਾ ਕਰਨ ਵਾਲੇ, ਇੱਕ ਚੇਲੇ ਨੂੰ ਭੇਜਿਆ। ਹਾਂਜੀ ਪੜ੍ਹੀਏ ਹੁਣ ਜਗ੍ਹਾ ਤੋਂ ਪੜ੍ਹੋ। ਉਹਨੂੰ ਪ੍ਰਭੂ ਨੇ ਦਰਸ਼ਨ ਦੇ ਕੇ ਕਿਹਾ, ਨਹੀਂ ਤੁਸੀਂ 10 ਆਇਤ ਤੋਂ ਪੜ੍ਹੋ ਪੈਂਦੀ। ਦਮਿਸ਼ਕ ਵਿੱਚ ਹਨਾਨਿਆ ਨਾਮ ਦਾ, ਦਮਿਸ਼ਕ ਵਿੱਚ ਇੱਕ ਹਨਨਿਯਾ ਯਾ ਦਾ ਮਤਲਬ ਕੀ ਹੈ? ਜਿਹਦੇ ਵਿੱਚ ਯਾ ਲੱਗਦਾ ਖੁਦਾ ਦਾ ਬੰਦਾ ਹੈ। ਆ ਨਹੀਂ ਅਨਿਆ ਨਹੀਂ ਹਨਨਿਯਾ, ਇੱਥੇ ਤੁਸੀਂ ਕੋਈ ਗਲਤੀ ਕਰ ਦਿੰਦੇ ਹੋ। ਹਨਨਿਯਾ ਹੁਣ ਪੜ੍ਹਿਆ ਨਾ ਸਹੀ? ਯਾ ਦਾ ਮਤਲਬ ਸਮਝਿਆ ਕਰੇ, ਜਿਹਦੇ ਮਗਰ ਯਾ ਲੱਗਦਾ ਖੁਦਾ ਨੂੰ ਯਾਦ ਕਰਦਾ, ਖੁਦਾ ਦੇ ਨਾਲ ਜੁੜਿਆ ਹੋਇਆ। ਉਹ ਸ਼ਬਦ ਉਹ ਅੱਖਰ ਖੁਦਾ ਦੇ ਨਾਲ ਕੀ ਨੇ? ਠੀਕ ਹੈ। ਤੁਸੀਂ ਕਈ ਵਾਰ ਹਨਨਾ ਆ ਨਹੀਂ ਹਨਨਾ ਯਾ ਮਤਲਬ ਖੁਦਾ ਦਾ ਨਾਮ ਹੈ, ਯਾ ਕੀ ਸਤੁਤੀ ਹੋ। ਠੀਕ ਹੈ, ਇਹ ਯਾਦ ਰੱਖਿਓ ਸਾਰੀ ਗੱਲ। ਹਾਲੇਲੂਇਆ ਹਾਲੇਲੂਇਆ। ਬਰੀਕੀ ਦੀ ਗੱਲਾਂ ਵੀ ਤੁਹਾਨੂੰ ਦੱਸ ਰਿਹਾ, ਮੈਂ ਯਾਦ ਰੱਖਿਆ ਕਰੋ, ਭੁੱਲਿਓ ਨਾ। ਹਾਂਜੀ ਅੱਗੇ। ਨਾਮ ਦਾ ਇੱਕ ਚੇਲਾ ਸੀ, ਇੱਕ ਚੇਲਾ ਸੀ, ਉਹਨੂੰ ਪ੍ਰਭੂ ਨੇ ਦਰਸ਼ਨ ਦੇ ਕੇ ਕਿਹਾ, ਉਹਨੂੰ ਖੁਦਾ ਨੇ ਦਰਸ਼ਨ ਦੇ ਕੇ ਕਿਹਾ, ਇਹ ਹਨਾਨਿਆ, ਇਹ ਹਨਨਿਯਾ। ਉਸ ਆਖਿਆ, ਪ੍ਰਭੂ ਜੀ ਮੈਂ ਹਾਜ਼ਰ ਹਾਂ। ਉਸਨੇ ਕੀ ਕਿਹਾ? ਖੁਦਾ ਜਦੋਂ ਆਵਾਜ਼ ਮਾਰੇ ਕੀ ਕਹਿਣਾ ਚਾਹੀਦਾ? ਤੁਹਾਨੂੰ ਕਿੰਨੇ ਵਜੇ ਸਵੇਰੇ ਬਾਜਾਂ ਪੈਣੀਆਂ? ਕਿੰਨੇ ਵਜੇ? ਤੁਸੀਂ ਕੀ ਕਹੋਗੇ? ਕਿੰਨੇ ਵਜੇ ਆਣਾ? ਇੱਥੇ ਆਣਾ ਚਰਚ ਵਿੱਚ। ਕਿੱਥੇ? ਇੱਥੇ ਆਣਾ ਚਰਚ ਵਿੱਚ, ਘੰਟੇ ਦੇ ਵਿੱਚ ਜ਼ਰੂਰ ਆਣਾ। ਹਾਲੇਲੂਇਆ। ਤੋਂ ਮੈਂ ਵਫਾਦਾਰੀ ਵੇਖਣੀ ਹੈ। ਠੀਕ ਹੈ, ਨੀਂਦ ਤਿਆਗਣੀ ਵੀ ਪੈਂਦੀ ਹੈ ਜੇ ਪ੍ਰਭੂ ਦੇ ਵਿੱਚ ਵਧਣਾ ਹੈ, ਸਾਰਾ ਕੁਝ ਕਰਨਾ ਪੈਂਦਾ ਹੈ। ਠੀਕ ਹੈ, ਹਾਂਜੀ ਪੜ੍ਹੀਏ। ਲੈਣ ਛੱਡਣੀ ਨਹੀਂ ਕੋਈ। ਹਾਂਜੀ ਹਾਂਜੀ ਉਸ ਆਖਿਆ, ਪ੍ਰਭੂ ਜੀ ਵੇਖ ਮੈਂ ਹਾਜ਼ਰ ਹਾਂ। ਵੇਖ ਮੈਂ ਕੀ ਹਾਂ? ਪ੍ਰਭੂ ਦੇ ਕੰਮਾਂ ਦੇ ਲਈ ਮੇਰੇ ਭਾਈਓ ਮੇਰੀਓ ਭੈਣੋ ਹਮੇਸ਼ਾ ਕੀ ਰਹਿਣਾ ਹੈ? ਹਾਜ਼ਰ ਰਹਿਣਾ ਹੈ। ਤਿਆਰ ਨਹੀਂ ਰਹਿਣਾ, ਹਾਜ਼ਰ ਰਹਿਣਾ ਹੈ। ਤਿਆਰ ਹੋਣ ਨੂੰ ਤੁਸੀਂ 2 ਘੰਟੇ ਲਾਉਂਗੇ, ਤਿਆਰ ਹੋਣ ਨੂੰ ਕਿੰਨੇ ਲੱਗਦੇ ਨੇ? ਬੋਲੋ। ਮੈਂ ਤਿਆਰ ਹੋ ਰਿਹਾ, ਰਿਹਾ ਕਰਦਾ ਕਿ ਮੈਂ ਹਾਜ਼ਰ ਹਾਂ। ਤਿਆਰ ਹੋਇਆ ਚਾਹੇ ਮੈਂ ਕੀ ਹਾਂ? ਪਤਾ ਨਹੀਂ ਅਬਰਾਹਮ, ਉਸਨੇ ਕਿਹਾ ਹਾਂ ਪ੍ਰਭੂ ਮੈਂ ਅਜੇ ਮੈਂ ਆ ਕਰਦਾ ਨਹੀਂ, ਮੈਂ ਕੱਪੜੇ ਪਾਣਾ ਫਲਾਣਾ ਕਰਦਾ, ਟਾਈਮ ਲੱਗੂ ਪ੍ਰਭੂ ਜੀ, ਅਜੇ ਮੈਂ ਹਾਜ਼ਰ ਨਹੀਂ ਹਾਂ। ਉਸੇ ਘੜੀ ਤਿਆਰ ਹੋਣ ਦੇ ਨਾਲੋਂ ਹਾਜ਼ਰ ਹੋਣਾ ਪਹਿਲੀ ਗੱਲ ਹੈ। ਮੈਂ ਕੀ ਹਾਂ? ਹਾਂ ਪ੍ਰਭੂ ਦੱਸੋ ਮੈਂ ਹਾਜ਼ਰ। ਇਹ ਗੱਲ ਨੂੰ ਯਾਦ ਰੱਖੋ, ਜਦੋਂ ਵੀ ਕੋਈ ਸੇਵਾ ਲਗਾਈ ਜਾਂਦੀ ਹੈ, ਪ੍ਰਾਰਥਨਾ ਦੀ ਲਗਾਈ ਜਾਂਦੀ ਹੈ, ਉਪਵਾਸ ਦੀ ਲਗਾਈ ਜਾਂਦੀ ਹੈ, ਡਿਊਟੀਆਂ ਲਗਾਈ, ਤੁਸੀਂ ਕੀ ਕਹਿਣਾ? ਮੈਂ ਹਾਜ਼ਰ। ਸ਼ਬਦ ਇਸਤੇਮਾਲ ਕਰੋ, ਆਪਣੀ ਮਰਜ਼ੀ ਨਾਲ ਕਿ ਪ੍ਰਭੂ ਮੈਂ ਹਾਜ਼ਰ ਹਾਂ। ਬੋਲੋ ਕੀ ਕੰਮ ਹੈ ਮੇਰੇ, ਕੀ ਸੇਵਾ, ਕੀ ਹੁਕਮ ਹੈ ਮੇਰੇ। ਹਾਂਜੀ ਕਿ ਤਾਂ ਪ੍ਰਭੂ ਨੇ ਉਹਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਕਹਾਉਂਦੀ ਹੈ, ਜਿਹੜੀ ਕੀ ਹੈ? ਸਿੱਧੀ ਕਹਾਉਂਦੀ ਹੈ। ਜਾ ਅਤੇ ਯਹੂਦਾ ਦੇ ਘਰ ਦੇ ਵਿੱਚ ਸੌਲੁਸ ਨਾਮੇ ਤਰਸੁਸ ਦਾ ਰਹਿਣ ਵਾਲਾ ਲਈ ਕੀ ਲਿਖਿਆ? ਤਰਸੁਸ ਸ਼ਬਦ ਇਸਤੇਮਾਲ ਹੋਇਆ। ਇਸ ਜਗ੍ਹਾ ਦੇ ਉੱਪਰ ਸੁਣਨਾ, ਤਰਸੁਸ ਅੱਗੇ ਵੀ ਜਾ ਕੇ ਪੜ੍ਹਨਾ ਸੀ। ਇਹ ਗੱਲ ਯਾਦ ਰੱਖਣਾ, ਪੁਆਇੰਟ ਪੜ੍ਹਨੇ ਨੇ ਤੁਸੀਂ। ਉੱਠ ਉਸ ਯਹੂਦਾ ਦੇ ਘਰ ਦੇ ਵਿੱਚ ਜਾ, ਅਤੇ ਸੌਲੁਸ ਨਾਮੇ ਜੋ ਤਰਸੁਸ ਦਾ ਰਹਿਣ ਵਾਲਾ ਹੈ, ਉਹਦੇ ਮੁਹੱਲੇ ਤੋਂ, ਉਹਦੇ ਨਗਰ ਤੋਂ, ਉਹਦੇ ਘਰ ਦਾ ਐਡਰੈਸ ਨਿਕਾਲ ਲਿਆ, ਉਹਦੇ ਇਲਾਕੇ ਦਾ। ਇਹ ਤਰਸੁਸ ਦਾ ਰਹਿਣ ਵਾਲਾ, ਇਹ ਸ਼ਿਮਲਾਪੁਰ ਦੇ ਰਹਿਣ ਵਾਲਾ, ਇਹ ਫਲਾਣੀ ਜਗ੍ਹਾ ਦੇ ਰਹਿਣ ਵਾਲਾ, ਇਹ ਤਰਸੁਸ ਦਾ ਰਹਿਣ ਵਾਲਾ ਵਾਲੇ ਲਈ ਪੁੱਛ ਕਿਉਂਕਿ ਵੇਖੋ ਪ੍ਰਾਰਥਨਾ ਕਰਦਾ ਹੈ। ਹਾਲੇਲੂਇਆ ਹਾਲੇਲੂਇਆ। ਕੀ ਕਰਦਾ ਹੈ ਉਹ? ਪ੍ਰਾਰਥਨਾ ਕਰਦਾ ਹੈ। ਵੇਖੋ ਕੀ ਕਰਦਾ ਹੈ? ਉਹਦੀ ਪ੍ਰਾਰਥਨਾ ਕਿੱਥੇ ਤੱਕ ਪਹੁੰਚ ਗਈ? 3 ਦਿਨ ਦੀ ਉਪਵਾਸ ਪ੍ਰਾਰਥਨਾ ਕੀਤੀ। ਖੁਦਾ ਨੇ ਇੱਕ ਨਬੀ ਨੂੰ ਭੇਜਿਆ, ਇੱਕ ਖਾਦਮ ਨੂੰ ਭੇਜਿਆ। ਠੀਕ ਹੈ, ਪ੍ਰਾਰਥਨਾ ਕਰਨੀ, ਉਪਵਾਸ ਰੱਖਣਾ ਕੋਈ ਵਿਅਰਥ ਨਹੀਂ ਹੈ। ਉਪਵਾਸ ਰੱਖਦੇ ਕਿਹਨਾਂ ਨੂੰ ਗਵਾਈ ਕਿ ਮੈਂ ਜਿੱਦਣ ਵਰਤ ਰੱਖਿਆ ਕੁਝ ਉਦੋਂ 2 ਮੇਰੇ ਵੱਡੇ ਕੀ ਕਰ ਦਿੱਤੇ? ਬੋਲੋ ਕੀ ਕਰਦੇ ਥੇ? ਪ੍ਰਾਰਥਨਾ ਦੇ ਵਿੱਚ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕੀ ਸਿਖਾਇਆ? ਕਹਿੰਦੇ ਅਸੀਂ ਭੁੱਖਾ ਨਹੀਂ ਕੱਢ ਸਕੇ, ਤੇ ਯਿਸੂ ਮਸੀਹ ਨੇ ਬੜੀ ਵਧੀਆ ਗੱਲ ਕਹੀ ਉੱਥੇ। ਠੀਕ ਹੈ, ਅਧਿਕਾਰ ਦਿੱਤਾ ਸੀ, ਕਹਿੰਦਾ ਜਦ ਤੱਕ ਇਹ ਜਿਹੜੀ ਦੁਸ਼ਟ ਆਤਮਾ ਰੋਜੇ ਤੋਂ ਬਿਨਾਂ ਨਹੀਂ ਨਿਕਲਦੀ, ਇਹ ਬੰਧਨ ਰੋਜੇ ਤੋਂ ਬਿਨਾਂ ਨਹੀਂ ਨਿਕਲਦੇ, ਗਰੀਬੀਆਂ ਰੋਜੇ ਤੋਂ ਬਿਨਾਂ ਨਹੀਂ ਟੁੱਟਦੀਆਂ, ਕਰਜ਼ੇ ਰੋਜੇ ਤੋਂ ਬਿਨਾਂ ਨਹੀਂ ਟੁੱਟਣੇ। ਸਮਝ ਗਏ ਕਿ ਨਹੀਂ? ਇਹਨੇ 3 ਦਿਨ ਤੱਕ ਕੀ ਰੱਖਿਆ? ਉਪਵਾਸ ਰੱਖਿਆ। ਖੁਦਾ ਨੇ ਬੜੀ ਸਿਸਟਮ ਦੇ ਨਾਲ ਇੱਕ ਬੰਦਾ ਭੇਜਿਆ, ਹਾਨੀ ਨਾ, ਉਹ ਵੀ ਖੁਦਾ ਦਾ ਬੰਦਾ, ਉਹਦੇ ਕੋਲ ਭੇਜਿਆ। ਕਹਿੰਦਾ ਵੇਖ ਉਹ ਕੀ ਕਰਦਾ ਪਿਆ ਆ, ਵੇਖੋ ਕੀ ਕਰਦਾ ਪਿਆ। ਕਹਿੰਦੇ ਖੁਦਾ ਸਾਨੂੰ ਤਾਂ ਆਵਾਜ਼ ਮਾਰ ਕੇ, ਜਾ ਮੇਰੇ ਦਾਸ ਕੋਲੇ ਜਾਓ, ਕੀ ਕਰਦਾ ਪਿਆ? ਜਾ ਮੇਰੀ ਬੇਟੀ ਕੋਲੇ ਜਾਓ, ਕੀ ਕਰਦੀ ਪਈ ਹੈ? ਜਾ ਮੇਰੇ ਵਿਸ਼ਵਾਸੀ ਕੋਲੇ ਜਾ, ਜਿਹੜੇ ਮੇਰੇ ਤੇ ਈਮਾਨ ਰੱਖਦੇ ਨੇ, ਉਹ ਕੀ ਕਰ ਰਹੇ ਨੇ? ਸੱਚੀ ਕਹਿ ਸਕਦੇ ਗਰਵ ਨਾਲ ਕਿ ਮੈਂ ਪ੍ਰਾਰਥਨਾ ਕਰਾਂ, ਖੁਦਾ ਮੈਨੂੰ ਆਵਾਜ਼ ਮਾਰੇਗਾ। ਕਿੰਨੀ ਵਧੀਆ ਗੱਲ ਹੈ, ਖੁਦਾ ਤੁਹਾਨੂੰ ਪ੍ਰਾਰਥਨਾ ਕਰਦੇ ਯਾਦ ਕਰੇ।
ਵੇਖੋ ਕੀ ਕਰਦਾ ਪਿਆ, ਵੇਖੋ ਇਬਾਦਤ ਕਰ ਰਿਹਾ, ਵੇਖੋ ਆਰਾਧਨਾ ਕਰ ਰਿਹਾ, ਵੇਖੋ ਕਲਾਮ ਪੜ ਰਿਹਾ। ਖੁਦਾ ਤੁਹਾਨੂੰ ਇਸ ਤਰ੍ਹਾਂ ਯਾਦ ਕਰੇ। ਇਹ ਨਾ ਕਹੇ ਵੇਖੋ ਕੀ ਕਰਦੇ ਪਏ ਨੇ, ਵੇਖੋ ਕੀ ਕਰਦੇ ਪਏ ਨੇ। ਸਮਝ ਗਏ ਕਿ ਤੁਸੀਂ ਸਮਝਦਾਰ ਹੋ ਨਾ? ਠੀਕ ਹੈ। ਕਹਿੰਦਾ ਵੇਖੋ ਕੀ ਕਰਦਾ ਪਿਆ। ਕਿੰਨੀ ਵਧੀਆ ਗੱਲ ਹੈ ਜੇ ਸ਼ਬਦ ਮੇਰੇ ਲਈ ਇਸਤੇਮਾਲ ਹੋਵੇ। ਜਾ ਕੇ ਸੰਦੀਪ ਨੂੰ ਲਿਆਓ, ਕੀ ਕਰਦਾ ਪਿਆ। ਤੇ ਕਿੰਨੀ ਵਧੀਆ ਗੱਲ ਹੋਈ। ਜਾ ਕੇ ਫਲਾਣੇ ਵਿਸ਼ਵਾਸੀ ਨੂੰ ਜਾ ਕੇ ਉਹਨੂੰ ਲਿਆ, ਫਲਾਣੀ ਭੈਣ ਨੂੰ ਲਿਆ, ਫਲਾਣੇ ਭਾਈ ਨੂੰ ਲਿਆ, ਫਲਾਣੇ ਨੂੰ ਲਿਆ। ਉਹ ਕੀ ਕਰਦਾ ਪਿਆ। ਕਿੰਨੀ ਵਧੀਆ ਗੱਲ ਹੈ। ਖੁਦਾ ਦੇ ਮੂੰਹ ਚੋਂ ਸਾਡੀ ਵਡਿਆਈ ਨਿਕਲਦੀ ਪਈ ਆ। ਖੁਦਾ ਦੇ ਮੂੰਹ ਚੋਂ ਸਾਡਾ ਜੀਵਨ ਬੋਲਦਾ ਪਿਆ। ਖੁਦਾ ਦੇ ਮੂੰਹ ਚੋਂ ਮੇਰੀ ਪ੍ਰੇਅਰ ਜਵਾਬ ਦੇ ਰਹੀ ਹੈ। ਜਾਓ ਪ੍ਰਾਰਥਨਾ ਕਰਦਾ ਪਿਆ। ਕਿੰਨੀ ਵਧੀਆ ਗੱਲ ਹੈ। ਜੋ ਮੀਆਂ ਬੀਬੀ ਦੁਆ ਕਰ ਰਹੇ ਨੇ, ਜੋ ਪਤੀ ਪਤਨੀ ਪ੍ਰੇਅਰ ਕਰ ਰਹੇ ਨੇ, ਜੋ ਪਾਸਟਰ ਦੀ ਵਾਈਫ ਪ੍ਰਾਰਥਨਾ ਕਰ ਰਹੇ ਨੇ, ਜੋ ਵਿਸ਼ਵਾਸੀ ਦੁਆ ਕਰ ਰਹੇ ਨੇ ਚਰਚ ਵਿੱਚ ਜਾ ਕੇ, ਉਹ ਰੋਜ਼ਾ ਪ੍ਰਾਰਥਨਾ ਕਰ ਰਹੇ ਨੇ। ਕਿੰਨੀ ਵਧੀਆ ਗੱਲ ਹੈ। ਸ਼ਬਦ ਅਗਰ ਸਾਡੇ ਲਈ ਇਸਤੇਮਾਲ ਹੋਣ, ਉਹ ਮਿਲ ਕੇ ਕੀ ਕਰ ਰਹੇ ਨੇ, ਉਹ ਮਿਲ ਕੇ ਕੀ ਕਰ ਰਹੇ ਨੇ। ਤਾਂ ਬੜੀ ਤਾਕਤ ਹੈ ਪ੍ਰਾਰਥਨਾ ਵਿੱਚ। ਪ੍ਰਾਰਥਨਾ 'ਚ ਬੜੀ ਤਾਕਤ ਹੈ, ਉਪਵਾਸ ਵਿੱਚ ਬੜੀ ਤਾਕਤ ਹੈ। ਇਹ ਸ਼ਬਦ ਸਾਡੇ ਲਈ ਇਸਤੇਮਾਲ, ਕਿੰਨੀ ਵਧੀਆ ਗੱਲ ਹੈ। ਵੇਖ ਉਹ ਕੀ ਕਰਦਾ ਪਿਆ। ਠੀਕ ਹੈ, ਅੱਗੇ ਉਹ ਪ੍ਰਾਰਥਨਾ ਕਰਦਾ ਰਿਹਾ। ਪ੍ਰਾਰਥਨਾ, ਹਾਂਜੀ ਉਸ ਪੁਆਇੰਟ ਤੋਂ ਪੜੋ। ਦੇਖੋ ਪ੍ਰਾਰਥਨਾ ਕਰਦਾ ਹੈ। ਹਾਂਜੀ। ਅਤੇ ਉਸਨੇ ਹਾਂਜੀ ਹਨਨਿਯਾ ਨਾਮੇ ਇੱਕ ਮਨੁੱਖ ਨੂੰ ਅੰਦਰ ਆਉਂਦਿਆਂ ਅਤੇ ਆਪਣੇ ਉੱਤੇ ਹੱਥ ਰੱਖਦਿਆਂ ਦਿੱਤਾ ਹੈ। ਹੁਣ ਦੇਖੋ ਖੁਦਾ ਨੇ ਕੀ ਕਿਹਾ ਉਹਨੂੰ। ਉਹ ਪ੍ਰਾਰਥਨਾ ਵੀ ਕਰ ਰਿਹਾ, ਦਰਸ਼ਨ ਵੀ ਵੇਖ ਰਿਹਾ। ਪ੍ਰਾਰਥਨਾ ਕਰ ਰਿਹਾ, ਇੱਕ ਦਰਸ਼ਨ ਵੀ ਵੇਖ ਰਿਹਾ ਵਾ। ਇੱਕ ਸ਼ਖਸ ਆ ਰਿਹਾ, ਉਹਦਾ ਨਾਮ ਹਨਨਿਯਾ ਹੈ। ਉਹ ਮੇਰੇ ਸਿਰ ਤੇ ਹੱਥ ਰੱਖ ਕੇ ਕੀ ਕਰ ਰਿਹਾ। ਇਹ ਦਰਸ਼ਨ ਦੇਖ ਰਿਹਾ, ਉਧਰੋਂ ਖੁਦਾ ਨੂੰ ਭੇਜ ਰਿਹਾ। ਦੋ ਗੱਲਾਂ ਕੀ ਹੋ ਗਈਆਂ, ਦੋ ਗਵਾਹਾਂ ਦੀ ਗੱਲ ਕੀ ਹੋ ਗਈ। तो इस तरह के काम होने चाहिए ने। प्रार्थना में वेखो कि मेरा खादम मेरे को आ रहा और मेरे सर पे हाथ रख के दुआ कर रहा वा और मेरे कलेश, मेरा अन्नापन, मेरा पुराना जीवन मेरी जिंदगी से दूर हो गया। पुराना स्वभाव देख लो की सी ओदा, मार कुटाई वाला, झगड़े वाला, खुदा दे लोकां ते रहम नहीं करता सीगा, पर यीशु मसीह ने उन्हें अकल सिखाई। हुण देखो कितना पढ़िया। ठीक है, वो प्रार्थना कर रहा और दर्शन भी देख रहा, तेरे वालों देख रहा हो। आगे अपने दे हाथ रख के दिखा है। हां जी, तानो फिर सुजाका होवे, फिर की हो जावा, सुजाका होवे, फिर सुजाका हो जावे। अन्नापन खादमा दे द्वारा दूर होना है। जब तक खादम सिर ते की नहीं रखदे तो अन्नापन बेशक अखा हुंदियां ने तां भी जिंदगी च की हुंदा है। अन्नापन ओनू कहंदे जेड़े खुदा दे कम्मां नू वेख के भी इग्नोर कर देना, खुदा दे काम देखदे होए भी अखा बंद कर लेणियां, मजबूरियां वेखदे होए भी मजबूरी ना वेखणी, खुदा दे काम रुके हुए देख के भी घेस मारनी। इन्हां नूं भी अन्नापन कहंदे आ। असीं की कहंदे आ, अन्नापन कहंदे आ। अखां हुंदियां सुनदे भी असीं लोग अन्ने आ। ठीक है, कई कमां तो मुड़दे आ, कई कमां तो पिछे हटदे, कई कमां दा इनकार करदे, कई कमां दी पुੱਛ-ਗਿੱਛ नहीं करदे। ओनू कहंदे आ अन्नापन। की कहंदे आ, अन्नापन वेखदे होए भी खुदा दे कमां तो मुंह मोड़ना, प्रार्थना तो मुंह मोड़ना, चर्च दे कमां तो मुंह मोड़ना, और बहुत सारे सेवकाई च काम ने जेड़े असीं देख के इग्नोर कर देना, भुल जाने। ओनू कहंदे अन्नापन। फिर वही बंदा, वही शख्स, वही लोग कहणगे कि सानू खादम दी की नहीं है। अन्नापन हुंदे होए भी कहणगे सानू खादम दी की नहीं है, सानू सेवक दी, पास्टर दी लोड़ नहीं, सानू अगवाई दी लोड़ नहीं है। ये बंदा खुद नहीं चल सकिया। हालेलुया। आत्मा दी अगवाई च चलना है तो तानू खादम दा सहारा लेना पैना है। प्रभु यीशु मसीह डायरेक्ट नहीं मिलेगा, जिन्ने मर्जी भक्ति कर लो उन्हें भी, अगर यीशु मसीह नु सुट सकदा तो चंगा भी कर सकदा सी। एनी सेवकां दी उन्हें विच वैल्यू रखी हुई है। उन्हें एक छोटा जिहा चेला भेजा के गांव दे सिर ते हाथ रख, वो भी वही देख रहा वा। ठीक है, वो भी वही देख रहा है, ताकि अन्नापन की जिंदगी जो की हो जाए। विश्वासी चलदा चलदा भी कई बार अन्ना हो जाता है, आ जाता जिंदगी च अन्नापन आ जाता है। अन्नापन किहनू कहंदे ने कि वेखदे होए भी कुछ भी ना वेखना, इग्नोर कर देना, घेस मारनी, ये अन्नेपन नू दर्शांदे ने। ठीक है, हालेलुया। बाकी ते समझदार हो, आगे बढ़िए। और हननयाह ने हाँ जी उत्तर दिता कि प्रभु जी मैं बहुतियां दे कोलों इस मनुख दी गल सुनी है, इस बंदे दी गल सुनी है जो इन्ने यरूशलेम दे विच तेरे सेवकां दे नाल, तेरे संतां दे नाल कितनी बुराई कीती है। कितनी बुराई कीती इस बंदे ने। पढ़ो पढ़ो।
ਅਤੇ ਉਸਨੇ ਪ੍ਰਧਾਨ ਜਾਜਕਾਂ ਦੇ ਵੱਲੋਂ ਇਸ ਗੱਲ ਦੀ ਮੁਖਤਿਆਰੀ ਪਾਈ ਹੈ ਭਾਈ ਇੱਥੇ ਵੀ ਤੇਰੇ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ ਲਵੇ। ਹਾਂਜੀ। ਪਰ ਪ੍ਰਭੂ ਨੇ ਉਹਨੂੰ ਆਖਿਆ ਤੂੰ ਚਲਿਆ ਜਾ, ਕਿਉਂ ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਹੈ। ਹਾਲੇਲੂਇਆ। ਕੀ ਕਿਹਾ खुदा ने? खुद खुदा ने की दी है कि ये शब्द मेरे लिए इस्तेमाल हो सकते हैं कि ये मेरा चुनिया हुआ वसीला है। कि भैन इस गल का गर्व कर सकदियां ने कि मेरियां बेटियां इस गल का गर्व कर सकदी हैं। मैं तुहानू पहले किया मेरे ना बंद कर दे, कलाम से ध्यान दे, समझिए ना। इधर देखो कि ये गल मेरे लिए इस्तेमाल हो सकती है। की क्या बोलो, गल पढ़ के ना इधर काम ध्यान रखना, बोलो वही याद पढ़नी पॉइंट। और प्रभु ने ਉਹਨੂੰ आख्या तू चलिया जा, क्यों जो वो मेरे लिए ਇੱਕ ਚੁਣਿਆ ਹੋਇਆ हाँ ਵਸੀਲਾ ਹੈ। हालेलुया। की ਅਸੀਂ गर्व ना कह सकते हैं भाइयों ਨੂੰ, देखो मुंह पर करके जरा की भाई कह सकते ने कि मैं चुनिया होया वसीला वां। अपने आप दा चुनाव अपनी निगाह विच ना करो। बाइबल दसदे अपनी समझ दा सहारा अपना चुनाव आप ना करो कि मैं चुनिया होया हां। नहीं, जब तक खुदा तेरा चुनाव ना करे। हालेलुया। समझदे कि नहीं? भैणां भी कह सकदियां ने मेरा 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 चुनिया होया वसीला वां। वसीले बनाए ने खुदा ने तानू। भाई भी कह सकते ने कि मैं चुनिया होया वसीला वां। कितने खुशकिस्मत लोग ने जिन्हां दे द्वारा परमेश्वर काम करदा है, जिन्हां दे द्वारा खुदा की करदा है, काम करदा है। वसीले बनो परमेश्वर दे, वसीले बनो। वसीलियां दे नाल ही काम होने ने, वसीलियां दे नाल ही खुदा दे पेंडिंग पे काम सिरे चढ़ने ने। हालेलुया। वसीले बनया करो, जिन्हां दा चुनाव हो जांदा वसीले बन जांदे ने। ओ वेले नहीं बन जांदे, ओ वसीले बन जांदे ने। वेले बहना साडा, देखो वेले बहना साडा काम नहीं है। वेख के तमाशे वेखने साडा काम नहीं है। असी वसीले हां। असी की हां? वसीले हां, परमेश्वर दे चुने हुए वसीले हां तां किसी परमेश्वर दे कमां नूं अंजाम दे सकीए। हालेलुया। असी शैतान दी कठपुतलियां नहीं जेडी डोर साडी शैतान दे हाथ विच होवे, जिद्दों नूं मर्जी नचावे तां असी नची रहीए। असी शैतान दे डोर नहीं देनी, असी चुने हुए वसीले हां। हालेलुया। ये बहुत बड़ी गर्व दी गल है कि साडे लई तुसी ਇਹਦਾ ਹਜੇ ਇਹਦਾ ਪ੍ਰਭਾਵ ਨਹੀਂ ਵੇਖਦੇ ਕਿੱਡੀ ਬੜੀ ਵਧੀਆ ਗੁੱਡੂਗੀ ਗੱਲ ਹੈ ਕਿ ਅਸੀਂ ਚੁਣੇ ਹੋਏ ਕੀ ਆ, ਅਸੀਂ ਵਸੀਲੇ ਆ ਪਰਮੇਸ਼ਵਰ ਦੇ। ਇਹਦਾ ਤੈਨੂੰ ਨਹੀਂ ਪਤਾ ਇਹ ਚੁਣਿਆ ਹੋਇਆ ਵਸੀਲਾ ਹੈ। ਦੇਖੋ ਕਿੱਡੀ ਵਧੀਆ ਗੱਲ ਕਹੀ ਉਹਦੇ ਲਈ, ਪੜੋ। ਭਾਈ ਪਰਾਈਆਂ ਕੌਮਾਂ ਦੇ ਵਿੱਚ ਜਾਏਗਾ, ਰਾਜਿਆਂ ਦੇ ਵਿੱਚ ਜਾਏਗਾ। इस्राएल दी अंश दे अगे मेरा नाम की करेगा? पहुंचावेगा। हालेलुया। कि आज जिन्ने भी बैठे ने ते सारे अपने में छुड़िया हुए समझते ने। खुदा ने कहा जिन्हों मैं चुन लेना उन्होंने वसीला बनाना, उन्होंने कौमां कोले भेजना, राजा कोले भेजदा, इस्राएल दी अंश कोले भेजदा। मैं की असी चुने हुए वसीले कदे किसी को जाके सुसमाचार सुनाया, कदे गवाही दी जाके? असी अपना चुनाव भुल गए हां, असी अपनी अहमियत भुल गए, अपने खुदे नूं भुल गए, अपने रोल नूं भुल गए कि सेवा दे विच मेरा की रोल है। हेलो, समझ रहे कि नहीं? भुल गए अपने आप नूं, मैं कौन हां, मैं की चीज हां, खुदा ने मैनूं अलग कीता है, मेरा चुनाव कीता है। कहंदा ਇਹਦਾ चुनाव कीता है क्योंकि पराइयां कौमां विच जाके, राजियां विच जाके, इजराइल दी आसर के जाके की करे? बोलो की करे? मेरा की करे? नाम पहुंचावे। कि तुसी पहुंचाया कदे पराइयां कौमां दे विच? पहुंचाया उत्थे तक तो हजे खुद भी नहीं असीं पहुंचे हैगे। ना राजियां ते पहुंचाया, ना पराइयां कौमां ते पहुंचाया, ना इत्थे तक कि इजराइल दी अंसर के असीं लैके गए। कहंदा ये वसीला आ। वसीले नूं अपनी अहमियत दा पता होना चाहिए कि मैं वसीला, मेरा काम की है। हेलो, खाली दुआ करना नहीं है। आ देखो जिम्मेवारियां भी दित्तियां ने खुदा ने वसीले नूं। जे वसीले हो ना तो वसीले भज्जो ना अपनी जिम्मेवारियां तो। चर्च विच कोई भी तुहानूं सेवा मिली है, गाउण बजाउण सफाई कोई भी मिली है तो वसीले हो तुसीं। तुहाडे वसीले खुदा इबादत करांदा है, तुहाडे वसीले साज बजाउंदा, तुहाडे वसीले प्रचार करदा, तुहाडे वसीले सफाई करदा, तुहाडे वसीले बड़े बड़े कामां नूं परमेश्वर अंजाम दिंदा है। ये वसीले हो तुसीं। तुसीं अपने अहमियत नूं, अपने रोल नूं भुल गए हो कि तुसीं कौन हो।
ਸਮੇਂ ਨੇ ਇੰਨਾ ਕੁ ਸਾਨੂੰ ਸੁਸਤ ਪਾ ਦਿੱਤਾ, ਹਾਲਾਤਾਂ ਨੇ ਇੰਨਾ ਕੁ ਸਾਡੇ ਅੰਦਰ ਕਾਲ ਕਰ ਲਿਆ ਕਿ ਅਸੀਂ ਦੁਆ ਕਰਨ ਨੂੰ ਵੀ ਬੜਾ ਸਾਨੂੰ ਭਾਰ ਲੱਗਦਾ ਹੈ, ਬਾਈਬਲ ਪੜ੍ਹਨ ਨੂੰ ਵੀ ਸਾਨੂੰ ਬੋਝ ਲੱਗਦਾ ਆ, ਸੰਗਤ ਵਿੱਚ ਆਉਣਾ ਵੀ ਅਸੀਂ ਬੜਾ ਭਾਰ ਸਮਝਦੇ ਹਾਂ। ਤੇ ਉਹ ਚੁਣੇ ਹੋਏ ਵਸੀਲੇ ਨਹੀਂ ਜਿਹੜੇ ਬਹਾਨੇਬਾਜ਼ੀ ਕਰਦੇ ਨੇ, ਉਹ ਚੁਣੇ ਹੋਏ ਵਸੀਲੇ ਨਹੀਂ ਆ, ਉਹ ਸ਼ੈਤਾਨ ਨੂੰ ਆਪਣੇ ਢੰਗ ਨਾਲ ਇਸਤੇਮਾਲ ਕਰਦਾ। ਜਿਹੜੇ ਚੁਣੇ ਹੋਏ ਵਸੀਲੇ ਹੁੰਦੇ ਨੇ ਖੁਦਾ ਦੇ ਘਰ ਆ ਕੇ ਖੁਦਾ ਦੀ ਇਬਾਦਤ ਕਰਦੇ ਨੇ। ਹਾਲੇਲੂਇਆ। ਉਸ ਇਬਾਦਤ ਵਾਲਾ ਦਿਨ, ਸੰਡੇ ਵਾਲਾ ਦਿਨ ਮਿਸ ਨਹੀਂ ਕਰਦੇ। ਹਾਲੇਲੂਇਆ। ਅੱਜ ਅੱਗੇ बढ़िए। क्योंकि मैं उसनु आ सुनो ध्यान नाल गल हुण, ये चुनिया होया वसीला आ, ये जाएगा मेरा प्रचार करेगा और मैं इहनू विखावांगा मेरे नाम दे बदले हालेलुया ओनू की कुछ चलना पवेगा। पहला की करदा सीगा, की सीगा, पहला विरोधी सीगा, हुण खुदा ने दा चुनाव कर लिया, इहनू चुन लिया। हालेलुया। ਅਸੀਂ ਜਦੋਂ ਪ੍ਰਭੂ ਯਿਸੂ ਮਸੀਹ ਤੋਂ ਦੂਰ ਸੀਗੇ, ਪਹਿਲਾਂ ਸੀ ਸਾਡਾ ਵੀ ਸੁਭਾਅ ਸੌਲਸ ਵਰਗਾ ਸੀਗਾ, ਪਰ ਜਦੋਂ ਯਿਸੂ ਮਸੀਹ ਨੇ ਉਹਦਾ ਕੀ ਕਰ ਲਿਆ, ਉੱਥੇ ਬੜੀ ਵਧੀਆ ਗੱਲ ਕਹੀ ਆ ਕਿ ਇਹਨੂੰ ਮੇਰੇ ਪਿੱਛੇ ਬੋਲੋ, ਤੁਸੀਂ ਉਂਗਲ ਰੱਖੋ, ਮੈਨੂੰ ਇਦਾਂ ਨਹੀਂ ਚਾਹੀਦਾ, ਹਾਂ ਉਂਗਲ ਰੱਖੋ ਤੇ ਸ਼ਬਦ ਬੋਲੋ ਫਟਾਫਟ ਜਰਾ, ਇਹਨੂੰ ਪੜ੍ਹ ਦੋ ਭਈਆ ਨਾ, ਚਲੋ। क्योंकि मैं उसनु की करांगा, ਤੁਸੀਂ ਬਹੁਤ ਗਲਤ ਬਾਈਬਲ ਪੜ੍ਹ ਰਹੇ ਹੋ, ਉਂਗਲ ਰੱਖੋ ਤੇ ਜਰਾ ਢੰਗ ਤਰੀਕੇ ਨਾਲ, ਤੁਹਾਡੀ ਟਾਈਮ ਮਿਸ ਨਹੀਂ ਹੋਣਾ ਚਾਹੀਦਾ। ਕਿਉਂਕਿ ਮੈਂ ਉਸਨੂੰ ਵਿਖਾਵਾਂਗਾ ਜੋ ਮੇਰੇ ਨਾਮ ਦੇ ਬਦਲੇ ਉਸਨੂੰ ਕੀ ਕੁਝ ਚੱਲਣਾ ਪਵੇਗਾ। ਕੀ ਤੁਸੀਂ ਚੱਲਦੇ ਜੇ? ਸੰਸਾਰਿਕ ਸੁਭਾਅ ਸੀਗਾ ਪਹਿਲਾਂ ਸੌਲਸ ਦਾ, ਹੁਣ ਕਹਿੰਦਾ ਮੈਂ ਇਹਦਾ ਚੁਣਾਵ ਕਰ ਲਿਆ, ਉਹਨੇ ਮੇਰੇ ਲਈ ਸਹਿਣ ਵਾਲਾ ਬਣ ਜਾਏਗਾ। ਹਾਲੇਲੂਇਆ। ਕੀ ਅਸੀਂ ਸਹਿਣੇ ਹਾਂ? ਮਸੀਹ ਜਦੋਂ ਆ ਜਾਂਦੇ ਸਾਨੂੰ ਸਹਿਣਾ ਪੈਂਦਾ ਆ। ਕੀ ਅਸੀਂ ਇੱਕ ਗੱਲ ਵੀ ਸਹਿਣੇ ਆ? ਕਿ ਇੱਕ ਕਮੀ ਵੀ ਅਸੀਂ ਸਹਿਣੇ ਆ? ਸਮਝਦੇ ਕਿ ਨਹੀਂ? ਇਹਨੂੰ ਸਹਿਣਾ ਪਏਗਾ। ਹਾਲੇਲੂਇਆ। ਜਿਹੜੇ ਚੁਣੇ ਹੋਏ ਨੇ, ਜਿਹੜੇ ਵਸੀਲੇ ਨੇ, ਜਿਨ੍ਹਾਂ ਤੋਂ ਕੰਮ ਲੈਣਾ, ਜਿਨ੍ਹਾਂ ਦੇ ਰੋਲ ਨੇ, ਜਿਨ੍ਹਾਂ ਕੋਲ ਦਰਸ਼ਨ ਨੇ, ਉਹਨਾਂ ਨੂੰ ਸਹਿਣਾ ਵੀ ਪੈਣਾ ਹੈ। ਗੱਲਾਂ ਫੜ ਕੇ ਆਪਣੇ ਆਤਮਿਕ ਲਾਈਫ ਨਹੀਂ ਖਰਾਬ ਕਰਨੀ। ਸ਼ੈਤਾਨ ਇਹੀ ਚਾਹੁੰਦਾ ਕਿ ਇਹਦੇ ਦਿਮਾਗ 'ਚ ਮੈਂ ਗੱਲਾਂ ਪਾਵਾਂ ਔਰ ਇਹਨੂੰ ਘਰੇ ਬਿਠਾਵਾਂ ਔਰ ਇਹਦਾ ਆਤਮਿਕ ਜਿਹੜਾ ਸਫ਼ਰ ਆ ਮੈਂ ਅਧੂਰਾ ਕਰ ਦਵਾਂ, ਇਹਨੂੰ ਇਹਦੇ ਦਰਸ਼ਨ ਤੋਂ ਭਟਕਾ ਦਵਾਂ, ਇਹਦੇ ਅਹੁਦੇ ਤੋਂ, ਇਹਦੇ ਕੰਮਾਂ ਤੋਂ ਭਟਕਾ ਦਵਾਂ। ਪਰ ਖੁਦਾ ਯਿਸੂ ਮਸੀਹ ਨੇ ਕਿਹਾ ਹੁਣ ਮੈਨੂੰ ਚੁਣ ਲਿਆ ਵਾ, ਇਹਦਾ ਚੁਣਾਵ ਕਰ ਲਿਆ, ਇਹਨੂੰ ਪਤਾ ਲੱਗੇਗਾ ਕਿ ਮੇਰੇ ਲਈ ਕੋਈ ਕੁਝ ਸਹਿਣਾ ਮਸੀਹ ਲੋਕੋ ਤੁਹਾਨੂੰ ਸਹਿਣਾ ਪੈਣਾ ਹੈ, ਕਿਉਂਕਿ ਸਾਡੇ ਖੁਦਾ ਨੇ ਵੀ ਸਹਿਆ ਹੈ। ਤੁਸੀਂ ਸਹਿੰਦੇ ਜੇ? ਆਪਣੇ ਸੁਭਾਅ ਨੂੰ ਮਾਰ ਦੋ। ਜਿਹੜੇ ਅੰਦਰ ਸੌਲਸ ਬੈਠਾ ਹੈ ਨਾ, ਉਹਨੂੰ ਕੱਢ ਕੇ ਬਾਹਰ ਮਾਰੋ। ਸੌਲਸ ਤੋਂ ਪੌਲਸ ਬਣਿਆ ਵਾ। 3 ਦਿਨ ਉਹਨਾਂ ਰਿਹਾ, 3 ਦਿਨੋਂ ਪਛਤਾਤਾਪ 'ਚ ਪ੍ਰਾਰਥਨਾ ਕਰਦਾ ਰਿਹਾ ਖੁਦਾ ਦੇ ਘਰਾਂ 'ਚ। ਦੇਖ ਲਓ ਕੀ ਕਰ ਰਿਹਾ ਵਾ। ਤੁਸੀਂ ਵੀ ਪ੍ਰਾਰਥਨਾ ਕਰੋ ਕਿ ਮੇਰਾ ਸੁਭਾਅ ਬਦਲ ਜਾਏ, ਮੇਰੀ ਜ਼ਿੰਦਗੀ ਬਦਲ ਜਾਏ, ਮੇਰੇ ਕੰਮ ਬਦਲ ਜਾਣ, ਮੇਰੇ ਰਾਹ ਜਿਹੜੇ ਵਿਗੜੇ ਨੇ ਸਹੀ ਹੋ ਜਾਣ, ਮੇਰੀ ਪ੍ਰਾਰਥਨਾ ਜਿਹੜੀ ਟੁੱਟ ਗਈ ਹੈ, ਮੇਰੇ ਜਿਹੜੇ ਨਾਗੇ ਪੈ ਗਏ ਨੇ ਜਾਂ ਮੈਂ ਜਾਣ ਬੁੱਝ ਕੇ ਕੀਤੇ ਨੇ, ਮੇਰੇ ਸਹੀ ਹੋ ਜਾਣ। ਕਿੰਨੀ ਹੈ ਬੜੀ ਤੁਸੀਂ ਪੜੋਗੇ। ਤਦ ਹਨਨਿਆ ਚਲਾ ਗਿਆ, ਹਨਨਿਆ ਚਲਿਆ ਗਿਆ ਅਤੇ ਉਸ ਘਰ ਵਿੱਚ ਜਾ ਵੜਿਆ, ਉਸ ਘਰ ਵਿੱਚ ਜਾ ਵੜਿਆ। ਕੰਟੀਨਿਊਸ ਪੜੋ। ਔਰ ਉਸਨੇ ਹੱਥ ਰੱਖ ਕੇ ਬੋਲਿਆ, ਉਸਨੇ ਹੱਥ ਰੱਖ ਕੇ ਬੋਲਿਆ, हे ਭਾਈ ਸੌਲਸ, हे ਭਾਈ ਸੌਲਸ, ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ ਦਿਖਾਈ ਦਿੱਤਾ। ਮੈਨੂੰ ਕੱਲਿਆ ਹੈ ਭਾਈ ਤੂੰ ਸੰਜਾਖਾ ਹੋ ਜਾਵੇਂ ਔਰ ਪਵਿੱਤਰ ਆਤਮਾ ਨਾਲ ਭਰ ਜਾਵੇਂ। ਹਾਲੇਲੂਇਆ। ਪਹਿਲਾਂ ਕਦੇ ਨਾ ਭਰਿਆ ਸੀਗਾ ਕ੍ਰੋਧ ਨਾਲ, ਲੜਾਈਆਂ ਨਾਲ, ਝਗੜਿਆਂ ਨਾਲ। ਕਹਿੰਦਾ ਹੁਣ ਤੂੰ ਕਾਹਦੇ ਨਾਲ ਭਰ ਜਾਵੇਂ? ਆ ਦੇਖ ਲਓ ਇੱਕ ਬੰਦਾ ਸੰਸਾਰਿਕ ਕਿਵੇਂ ਆਤਮਿਕ ਬਣਦਾ ਹੈ। ਅਸੀਂ ਇੰਨੀ ਸੰਗਤ ਕਰਕੇ ਵੀ ਸਾਡੇ 'ਚ ਸੁਭਾਅ ਦੇਖੋ ਕਿਹੜੇ ਪਾਈ ਜਾਂਦੇ ਨੇ, ਸਾਡੇ 'ਚ ਆਦਤਾਂ ਕਿਹੜੀਆਂ ਪਾਈ ਜਾਂਦੀਆਂ ਨੇ। ਬੇਟੇ ਸਕੂਲ 'ਚ ਵੀ ਏਦਾਂ ਕਰਦਾ ਤੂੰ? ਸਕੂਲ 'ਚ ਵੀ ਉੱਥੇ ਏਦਾਂ ਕਰਦਾ ਆ? ਇੱਥੇ ਬੈਠ ਆ ਕੇ, ਇੱਥੇ ਬੈਠ। ਤੇ ਢੰਗ ਸਿਖਾਇਆ ਤੁਹਾਨੂੰ ਬੈਠਣ ਦਾ, ਉੱਥੇ ਬੈਠੋ। ਬੋਲੋ ਕਿੱਥੇ ਸੀਗੇ ਆਪਾਂ? ਕੀ ਬਦਲਿਆ? ਕਹਿੰਦਾ ਇਹ ਕਿਹਦੇ ਨਾਲ ਭਰ ਜਾਏ? ਪਹਿਲਾਂ ਕਿਹਦੇ ਨਾਲ ਭਰੇ ਸੀ? ਤੇ ਹੁਣ ਖੁਦਾ ਦੇ ਲੋਕ ਕਿਸ ਚੀਜ਼ ਨਾਲ ਭਰਨੇ ਚਾਹੀਦੇ? ਬਾਈਬਲ ਕਹਿੰਦੀ ਮੈਂ ਨਹੀਂ ਦੱਸਦਾ ਕਿਹਦੇ ਨਾਲ। ਕਿ ਪਵਿੱਤਰ ਆਤਮਾ ਜਦੋਂ ਉੱਤਰ ਤੋਂ ਸਾਨੂੰ ਲੜਾਈ ਸਿਖਾਉਂਦਾ, ਵਿਰੋਧ ਸਿਖਾਉਂਦਾ, ਫਰਕ ਸਿਖਾਉਂਦਾ, ਇਗਨੋਰ ਕਰਨਾ ਸਿਖਾਉਂਦਾ, ਅੱਖਾਂ ਮੋੜਨੀਆਂ ਸਿਖਾਉਂਦਾ, ਤਰਸ ਕਰਨਾ ਨਾ ਸਿਖਾਉਂਦਾ। ਕੀ ਸਿਖਾਉਂਦਾ ਪ੍ਰਭੂ? ਲਿਖਿਆ ਹੋਇਆ ਆਤਮਾ ਦੇ ਫਲਾਂ ਦੇ ਵਿੱਚ, ਤੁਸੀਂ ਗਲਾਤੀਆਂ 5 ਦੀ 16 17 18 19 20 ਪੜ੍ਹਦੇ ਨਾ, ਉਹ ਕੀ ਲਿਖਿਆ ਹੈ? ਠੀਕ ਹੈ। ਕਿੰਨੇ ਫਲ ਨੇ ਆਤਮਾ ਦੇ? 9 ਫਲ ਨੇ ਆਤਮਾ ਦੇ।
ਜਿਹੜੇ ਸਾਡੇ 'ਚ ਹੋਣੇ ਚਾਹੀਦੇ ਨੇ। ਕਹਿੰਦਾ ਪਵਿੱਤਰ ਆਤਮਾ ਨਾਲ ਕੀ ਹੋ ਜਾਵੇਗਾ? ਕਿੰਨੀ ਵਧੀਆ ਗੱਲ ਹੈ ਕਿ ਖੁਦਾ ਮੈਨੂੰ ਕਹੇ ਮੇਰੇ ਬੇਟੇ ਤੋਂ ਹੁਣ ਪਵਿੱਤਰ ਆਤਮਾ ਨਾਲ ਕੀ ਹੋ ਜਾਵੇਗਾ। ਮੇਰੀ ਬੇਟੀ ਤੂੰ ਦੁਆ ਕਰ ਰਹੀ ਹੈ ਤੂੰ ਪਵਿੱਤਰ ਆਤਮਾ ਨਾਲ ਕੀ ਹੋ ਜਾਵੇਗੀ। ਮਾਫ ਕਰਨਾ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ, ਖੁਦਾ ਨੂੰ ਮਾਫ ਕਰੇ। ਜਿਹੜਾ ਇਨਸਾਨ ਪਵਿੱਤਰ ਆਤਮਾ ਨਾਲ ਭਰ ਜਾਂਦਾ ਨਾ ਉਹਦੇ 'ਚ ਵੱਖਰਾ ਹੀ ਇੱਕ ਅੰਦਾਜ਼ ਆ ਜਾਂਦਾ, ਇੱਕ ਵੱਖਰਾ ਹੀ ਉਹਦਾ ਸਿਸਟਮ ਖੁਦਾ ਕਰ ਦਿੰਦਾ। ਉਹਦੇ ਚਾਲ ਢਾਕ, ਉਹਦੇ ਬੋਲਣ ਤੋਂ, ਉਹਦੇ ਪ੍ਰਾਰਥਨਾ ਤੋਂ, ਉਹਦੇ ਸੁਭਾਅ ਤੋਂ, ਉਹਦੇ ਗੱਲ ਕਰਨ ਤੋਂ ਵੱਖਰਾ ਹੀ ਸਿਸਟਮ ਨਜ਼ਰ ਆ ਜਾਂਦਾ ਕਿ ਯਾਰ ਬੰਦਾ ਵਾਕਈ ਕੀ ਹੈ, ਪਵਿੱਤਰ ਆਤਮਾ ਨਾਲ ਕੀ ਹੈ। ਚਿਹਰੇ ਤੇ ਸ਼ਾਂਤੀ, ਦਇਆ। ਸਾਡੇ ਯਿਸੂ ਮਸੀਹ ਤੋਂ ਇਲਾਵਾ ਕੋਈ ਦਇਆ ਕਰਨ ਵਾਲਾ ਨਹੀਂ। ਸਮਝ ਗਏ ਕਿ ਨਹੀਂ? ਮੈਂ ਤੇਰੇ ਤੇ ਹੱਥ ਰੱਖਾਂ ਔਰ ਤੂੰ ਪਵਿੱਤਰ ਆਤਮਾ ਨਾਲ ਭਰ ਜਾਏ। ਉਹਨੇ ਉਹਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ। ਉਹ ਰੋਇਆ ਜਦੋਂ ਸਿਰ ਤੇ ਹੱਥ ਧਰਿਆ, ਅਭਿਸ਼ੇਕ ਉਤਰਿਆ। ਹਾਲੇਲੂਇਆ। ਸੇਵਕ ਨੇ ਸਿਰ ਤੇ ਹੱਥ ਧਰਿਆ ਤੇ ਉਹ ਅਨੁਗ੍ਰਹਿ ਖੁਦਾ ਦਾ ਸੇਵਕ ਦੇ ਜਰੀਏ ਉਹਦੀ ਬੋਡੀ 'ਚ ਆਇਆ ਔਰ ਉਹ ਜਿਹੜਾ ਕਰੋਧ ਸੀ ਅੱਖਾਂ 'ਚੋਂ ਬਹਿ ਕੇ ਨਿਕਲ ਗਿਆ। ਜਿੱਦਾਂ ਹੀ ਬੁਰਾਈ ਅੱਖਾਂ ਦੇ ਜਿਹੜੀਆਂ ਰੋ ਕੇ ਬਾਹਰ ਨਿਕਲੀ। ਕਦੇ ਰੋਏ ਖੁਦਾ ਦੇ ਲਈ, ਕਦੇ ਬੈਠ ਕੇ ਰੋ ਕੇ ਦੁਆ ਕੀਤੀ, ਖੁਦਾ ਜੀ ਮੇਰਾ ਸੰਡੇ ਮਿਸ ਹੋ ਗਿਆ, ਅੱਜ ਮੇਰਾ ਇਬਾਦਤ ਦਾ ਰੋਲ ਸੀ, ਅੱਜ ਮੈਂ ਆਰਾਧਨਾ ਕਰਨੀ ਸੀ, ਅੱਜ ਮੈਂ ਮਿਸ ਹੋ ਗਿਆ। ਕਦੇ ਆंसू ਬਹਾਏ ਇਸ ਕੰਮ ਦੇ ਲਈ। ਬੋਲੋ ਭਾਈਓ, ਬੋਲੋ ਭੈਣੋ, ਕਦੇ ਬਹਾਏ आंसू। ਇਹ आंसू ਖੁਦਾ ਦੇ ਲਈ ਹੈ, ਇਹ आंसू ਪਛਤਾਤਾਪ ਦੇ ਹੈ, ਇਹ आंसू ਤੁਹਾਡਾ ਚੁਣਾਵ ਕਰਦੇ ਨੇ, ਇਹ आंसू ਤੁਹਾਨੂੰ ਸੰਸਾਰ ਤੋਂ ਆਤਮਿਕਤਾ ਦੇ ਵਿੱਚ ਲੈ ਜਾਂਦੇ ਨੇ। ਹਾਲੇਲੂਇਆ। ਸੰਸਾਰ ਦਾ ਸਫ਼ਰ ਖਤਮ ਹੋ ਗਿਆ, ਹੁਣ ਆਤਮਿਕ ਸਫ਼ਰ ਕੀ ਹੋ ਗਿਆ। ਕਹਿੰਦਾ ਮੈਂ ਤੁਹਾਨੂੰ ਦੱਸੂਗਾ ਇਹਨੂੰ ਮੇਰੇ ਲਈ ਕੀ ਕੀ ਚੱਲਣਾ ਪਏਗਾ। ਹੁਣ ਸੁਭਾਅ ਦੇਖ ਲਓ ਜਿਹੜਾ ਕੀ ਸੀ ਇਹਦਾ, ਤੇ ਕਿੱਥੇ ਤੱਕ ਸੁਭਾਅ ਦਾ ਲੈ ਕੇ ਖੁਦਾ ਦਾ ਸੁਭਾਅ ਕਿੱਥੇ ਤੱਕ ਇਨਸਾਨ ਨੂੰ ਲੈ ਗਿਆ। ਕਿ ਉਹ ਸੁਭਾਅ ਸਾਡੇ ਵਿੱਚ ਹੈਗਾ ਕਿ ਕਦੇ आंसू ਬਹਾਏਗੀ ਇਹ ਖੁਦਾਵੰਦ ਮੈਂ ਅੱਜ ਮਿਸ ਕਰ ਦਿੱਤਾ, ਝਗੜਾ ਕਰ ਲਿਆ, ਲੜਾਈ ਕਰ ਲਈ, ਕਲੇਸ਼ ਹੋ ਗਿਆ, ਕੋਈ ਵੀ ਬਹਾਨਾ ਲੱਗ ਗਿਆ ਤੇ ਮੈਂ ਅੱਜ ਮਿਸ ਕਰਤਾ ਤੇਰਾ ਚਰਚ। ਕਿ ਇਹ ਪਛਤਾਵਾ ਦੇ आंसू ਸਾਡੇ ਅੰਦਰ ਆਏ। ਬੋਲਿਓ, ਪੜ੍ਹੀਏ। ਅਤੇ ਉਹ ਸੰਜਾਖਾ ਹੋ ਗਿਆ। ਉਸੇ ਤਰ੍ਹਾਂ ਸਜਾਤਾ ਹੋ ਗਿਆ ਅਤੇ ਉੱਠ ਕੇ ਬਪਤਿਸਮਾ ਲਿਆ। ਉੱਠ ਕੇ ਕੀ ਲਿਆ? ਕੀ ਲਿਆ? ਪਹਿਲਾਂ ਨੇ ਕੀ ਨਹੀਂ ਲਿਆ ਸੀਗਾ? ਬਪਤਿਸਮਾ ਲੈਣ ਤੋਂ ਪਹਿਲਾਂ ਦਾ ਜੀਵਨ ਕੀ ਸੀਗਾ? ਸਾਰੇ ਬੋਲੋ, ਕੀ ਸੀਗਾ? ਵਿਰੋਧੀ ਸੀ, ਝਗੜਿਆਂ ਵਾਲਾ। ਲੇਕਿਨ ਜਦੋਂ ਇਨਸਾਨ ਤੌਬਾ ਕਰਦਾ ਹੈ, ਬਪਤਿਸਮਾ ਲੈ ਲੈਂਦਾ ਹੈ, ਦਿਲ ਉਹ ਖੁਦਾ ਦਾ ਹੋ ਜਾਂਦਾ ਹੈ। ਅਸੀਂ ਸਾਰੇ ਬਪਤਿਸਮਾ ਲਿਆ ਨਾ, ਸਾਰੇ ਬੈਠੇ ਆ ਨਾ, ਚਲੋ ਅੱਛੀ ਗੱਲ ਹੈ, ਠੀਕ ਹੈ। ਉਹਨੇ ਕੀ ਲਿਆ? ਬਪਤਿਸਮਾ ਲਿਆ और प्रसाद छक के तगड़ा हो गया। हालेलुया। की खाता? रोटी खा के की हो गया? फिर अंदर जान पै गई, तगड़ा हो गया। ठीक है, आगे फिर वो कई दिन दमिश्क विच चेलियां दे नाल रहा। हुन अगली सेवकाई किथों शुरू हुई है? किन्ना कोले रहा? कई दिन ओ सेवकां दे कोले रहा। कादे वास्ते? हां, कादे वास्ते? सिखण वास्ते। खुदा ने ਉਹਦਾ ਚੁਣਾਵ ਕਰਨਾ ਸੀ, ਉਹਨੇ ਖੁਦਾ ਨੇ ਸੇਵਕਾਂ ਕੋਲੇ ਭੇਜਿਆ ਕਿ ਸੇਵਕਾਂ ਕੋਲੇ ਜਾ ਕੇ ਕੀ ਕਰ। ਤੁਸੀਂ ਸਿੱਖਦੇ ਜੇ? ਸਿੱਖਦੇ ਤੁਸੀਂ? ਸਿੱਖਣ ਵਾਲਾ ਆਤਮਾ ਹੋਣਾ ਚਾਹੀਦਾ ਅੰਦਰ ਕਿ ਮੈਂ ਸਿੱਖਣ ਆਇਆ ਪ੍ਰਭੂ ਦੇ ਲਈ, ਮੈਂ ਆਪਣੇ ਪਰਿਵਾਰ ਦੇ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਆਪ ਦੇ ਲਈ ਸਿੱਖਣਾ ਹੈ। ਤੁਸੀਂ ਇਗਨੋਰ ਕਰੋਗੇ ਤੁਹਾਡੇ ਬੱਚੇ ਵੀ ਇਗਨੋਰ ਕਰਨਗੇ। ਤੁਸੀਂ ਜੋ ਕੁਝ ਕਰੋਗੇ ਨਾ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ, ਤੁਹਾਡੇ ਬੱਚੇ ਤੁਹਾਡੀ ਨਕਲ ਕਰਨਗੇ। ਸਹੀ ਹੈ ਕਿ ਨਹੀਂ? ਨਕਲ ਕਰਨਗੇ। ਤੁਸੀਂ ਸਹੀ ਢੰਗ ਤਰੀਕੇ ਨਾਲ ਚੱਲੋਗੇ ਨਾ, ਇਬਾਦਤ ਕਰੋਗੇ, ਤੁਹਾਡਾ ਬੱਚਾ ਵੀ ਇਬਾਦਤ ਕਰੇਗਾ। ਆ ਵਿੱਕੀ ਨੂੰ ਕੈਸੀ ਵਜਾ ਰਿਹਾ ਸੀਗਾ ਕਿ ਕੁੜੀ ਬੈਠੀ ਬੜੀ ਗੌਰ ਨਾਲ ਵੇਖ ਰਹੀ ਸੀ, ਮੈਂ ਦੇਖ ਰਿਹਾ ਸੀ ਅੱਜ ਇਹ ਸਹੀ ਢੰਗ ਨਾਲ ਵਜਾਏਗਾ ਨਾ, ਇਹਦੀ ਆਉਣ ਵਾਲੀ ਪੀੜ੍ਹੀ ਵੀ ਵੇਖੇਗੀ ਕਿ ਮੇਰਾ ਬਾਪ ਇਹ ਕੰਮ ਕਰਦਾ ਸੀ, ਇਬਾਦਤ ਸੀ, ਆਰਾਧਕ ਸੀ ਪਰਮੇਸ਼ਵਰ ਦਾ। ਕਿੰਨੀ ਅੱਛੀ ਗੱਲ ਹੈ, ਸਹੀ ਹੈ ਕਿ ਨਹੀਂ? ਉਹ ਬੇਟੀ ਦੇਖ ਰਹੀ ਸੀ, ਨਾਲੇ ਤਾੜੀ ਵੀ ਮਾਰੀ ਸੀ, ਦੇਖ ਰਹੀ ਸੀ ਮੇਰਾ ਪਾਪਾ ਕੀ ਕਰ ਰਿਹਾ। तो इत्थों बच्चे अंदाजा लगा लेते नहीं अगर मेरा बाप का रोल है चर्च में कैसे प्ले करना तो मैं भी ਉਹਦੇ ਵਿੱਚ ਵਧਾਂ। बहुत सारियां कुड़ियां ने, बहुत सारियां बेटियां ने ਜਿਹੜੀਆਂ कैसियो बजांदियां ने, ड्रम प्ले करदियां ने, पैड प्ले करदियां ने, गिटार बजांदियां ने, ढोलकी बजांदियां ने और गाना गांदियां ने। बहुत सारियां कुड़ियां, मैं ਜਦੋਂ ਸਿੰਗਰ ਹਮਲੇਸ਼ੀਆ ਵਿੱਚ ਗਿਆ, मैं चर्च ਵਿੱਚ ਗਿਆ, ਸਾਊਦੀ ਚਰਚ ਸੀ ਉਹ, ਘੱਟੋ-ਘੱਟ 10 ਕੁੜੀਆਂ ਹੋਣੀਆਂ ਨੇ और 10 ਕੁੜੀਆਂ पूरे साजा में बैठिया, कोई जेंट्स नहीं सीगा और इतनी अच्छी आराधना की, उच्ची आवाज में आराधना की, उन्होंने मजा। ये साड़ियां भैनों दे विच अज एक चाहत है कि असी अपने बच्चे लिए नमूना बनते हैं। ये तुसी नहीं चाहते कि मैं प्रभु दे विच अगे वधा, मेरी औलाद भी वधे। बोलो, तुसी सही ढंग तरीके नाल चलोगे ना, तुहाडे बच्चे तुहाडे नाल खड़नगे। तुसी गड़बड़ी करोगे ना घरां दे विच जां कुछ भी करोगे, तुहाडे बच्चे इस तो सीखणगे। सीखणगे कि नहीं?
ਹਾਲੇਲੂਇਆ। ਇਸ ਲਈ ਚੰਗੀਆਂ ਗੱਲਾਂ ਸਿੱਖੋ, ਤੁਹਾਨੂੰ ਚੰਗੀਆਂ ਗੱਲਾਂ ਸਿਖਾਈ ਜਾਂਦੀਆਂ ਤੇ ਮਾੜੀਆਂ ਨਹੀਂ ਸਿਖਾਈ ਜਾਂਦੀਆਂ। ਵਿਰੋਧ ਕਰਨਾ, ਝਗੜੇ ਕਰਨੇ ਨਹੀਂ, ਪਿਆਰ ਕਰਨਾ ਸਿਖਾਇਆ ਜਾਂਦਾ। ਤੋ ਇਸ ਜਗ੍ਹਾ ਤੇ ਵੇਖਦੇ ਹਾਂ ਕਿ ਪਵਿੱਤਰ ਆਤਮਾ ਨਾਲ ਭਰ ਗਿਆ। ਹਾਂਜੀ ਅੱਗੇ ਕਈ ਦਿਨ ਦਮਿਸ਼ਕ ਵਿੱਚ ਚੇਲਿਆਂ ਨਾਲ ਰਿਹਾ। ਪਵਿੱਤਰ ਆਤਮਾ ਨਾਲ ਭਰ ਕੇ ਕਈ ਦਿਨ ਚੇਲਿਆਂ ਕੋਲੇ ਜਾ ਕੇ ਸਿੱਖਿਆ। ਸਿੱਖਣਾ ਵੀ ਜ਼ਰੂਰੀ ਹੈ। ਕਈ ਕਹਿੰਦੇ ਜੀ ਮੈਨੂੰ ਹੁਣ ਸਿੱਖਣ ਦੀ ਕੀ ਨਹੀਂ ਹੈ, ਉਦੋਂ ਸਿੱਖਣ ਦੀ ਕੀ ਨਹੀਂ ਹੈ। ਕਿਉਂ ਨਹੀਂ ਲੋੜ ਬਈ? ਸਿੱਖਣਾ ਜ਼ਰੂਰੀ ਹੈ ਵਿਸ਼ਵਾਸੀ ਦੇ ਲਈ। ਸਿੱਖਿਆ ਵੀ ਕਿੰਨਾ ਕੋਲੇ ਜਾ ਕੇ? ਜਿਹੜੇ ਪ੍ਰਭੂ ਦੇ ਠਹਿਰਾਏ ਸੀ ਖਾਦਮਾਂ ਦੇ ਕੋਲੇ ਜਾ ਕੇ ਸਿੱਖਣਾ ਪੈਣਾ ਹੈ। ਅੱਗੇ ਔਰ ਤੁਰੰਤ ਸਮਾਜਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ। ਸਿੱਖ ਕੇ ਕੀ ਕਰਨ ਲੱਗਿਆ? ਗਵਾਹੀ ਦੇਣ ਲੱਗਿਆ। ਸਿੱਖ ਕੇ ਗਵਾਹੀ ਦਿੱਤੀ ਉਹਨੇ। ਕਿੱਥੇ? ਇੱਕ ਮਿੰਟ, ਕਿੱਥੇ ਗਵਾਹੀ ਦੇਣ ਲੱਗਿਆ? ਸਮਾਜਾਂ ਵਿੱਚ। ਕਿੱਥੇ? ਸਮਾਜਾਂ ਵਿੱਚ। ਤੁਸੀਂ ਥੋੜਾ ਪਿੱਛੋਂ ਵੜੋ ਜਰਾ। ਫਿਰ ਉਹ ਕਈ ਦਿਨ ਦਮਿਸ਼ਕ ਵਿੱਚ ਚੇਲਿਆਂ ਦੇ ਨਾਲ ਰਿਹਾ। ਹਾਂ। ਔਰ ਤੁਰੰਤ ਸਮਾਜਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ। ਹਾਂ ਅੱਗੇ ਭਾਈ ਉਹ ਪਰਮੇਸ਼ਰ ਦਾ ਪੁੱਤਰ ਹੈ। ਹੁਣ ਕੀ ਕਰਨ ਲੱਗਿਆ? ਬੋਲੋ ਕੀ ਕਰਨ ਲੱਗਿਆ? ਇਹਦੇ ਅੰਦਰ ਪ੍ਰਚਾਰ ਕਰਨ ਦੀ ਸਮਰੱਥਾ ਕਿੱਥੋਂ ਆਈ? ਸਿੱਖ ਕੇ। ਸਿੱਖ ਕੇ ਅੰਦਰ ਇੱਕ ਪੈਸ਼ਨ ਪੈਦਾ ਹੁੰਦਾ, ਇੱਕ ਜਨੂਨ ਪੈਦਾ ਹੁੰਦਾ ਕਿ ਮੈਂ ਵੀ ਇਹ ਕੰਮ ਕਰਾਂ, ਮੈਂ ਵੀ ਇਹ ਗਵਾਹੀ ਦਵਾਂ, ਮੈਂ ਵੀ ਯਿਸੂ ਮਸੀਹ ਦਾ ਪ੍ਰਚਾਰ ਕਰਾਂ ਕਿ ਪਰਮੇਸ਼ਰ ਦਾ ਕੀ ਹੈ। ਪਹਿਲਾ ਪੁੱਤਰ ਦਾ ਕੀ ਸੀਗਾ? ਪਹਿਲਾ ਪੁੱਤਰ ਦਾ ਕੀ ਸੀਗਾ? ਵੈਰੀ ਸੀ, ਵਿਰੋਧੀ ਸੀ, ਪਤਾ ਹੀ ਨਹੀਂ ਸੀਗਾ ਕਿ ਪੁੱਤਰ ਕੌਣ ਹੈ। ਹੁਣ ਕੀ ਹੋ ਗਿਆ? ਹੁਣ ਪਤਾ ਲੱਗੇਗਾ ਕਿ ਇਹੀ ਪਰਮੇਸ਼ਰ ਦਾ ਕੀ ਹੈ। ਇਹੀ ਪਰਮੇਸ਼ਰ ਦਾ ਕੀ ਹੈ। ਜਿੱਦੀ ਕੋਈ ਕਿ ਨਹੀਂ? ਹੈਲੋ, ਤੁਹਾਨੂੰ ਬਹੁਤ ਵਧੀਆ ਰੋਟੀ ਮਿਲ ਰਹੀ ਹੈ ਪਰ ਤੁਸੀਂ ਉਹਦਾ ਟੇਸਟ ਨਹੀਂ ਦੱਸ ਰਹੇ ਮੈਨੂੰ। ਅੱਗੇ ਔਰ ਸਭ ਸੁਣਨ ਵਾਲੇ ਸਾਰੇ ਸੁਣਨ ਵਾਲੇ ਅਚਰਜ ਹੋ ਕੇ ਬੋਲੇ। ਅਚਰਜ ਹੋ ਕੇ ਬੋਲੇ ਇਹ ਉਹ ਨਹੀਂ, ਇਹ ਉਹੀ ਬੰਦਾ ਨਹੀਂ ਹੈਗਾ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ਼ ਕਰਦਾ ਸੀ। ਹਾਂਜੀ ਅਤੇ ਉਹ ਕਿਸੇ ਗੱਲ ਲਈ ਇੱਥੇ ਆਇਆ ਸੀ। ਹਾਂਜੀ ਭਾਈ ਉਹਨਾਂ ਨੂੰ ਬੱਧੇ ਔਰ ਪ੍ਰਧਾਨਾਂ ਜਾਸਕਾਂ ਦੇ ਕੇ ਲੈ ਜਾਵੇ। ਪਰ ਸੌਲਸ ਹੋਰ ਵੀ ਤਕੜਾ ਹੁੰਦਾ ਗਿਆ। ਹਾਂ ਸੌਲਸ ਕੀ ਹੁੰਦਾ ਗਿਆ? ਉਹ ਵੀ ਤਕੜਾ ਬੜੀਆਂ ਲੋਕਾਂ ਦੇ ਵਿਰੋਧ ਚ ਕੀ ਹੋ ਗਏ? ਬੋਲੇ ਲੋਕ ਵਿਰੋਧ ਚ ਕੀ ਹੋ ਗਏ? ਖੜੇ ਹੋ ਗਏ। ਖੜੇ ਹੋ ਗਏ। ਤੇ ਕਈ ਵਾਰ ਅਸੀਂ ਵਿਰੋਧਤਾ ਨੂੰ ਵੇਖਦੇ, ਮੇਰਾ ਬੜਾ ਵਿਰੋਧ ਹੁੰਦਾ, ਮੇਰੀ ਬੜੀ ਇਨਸਲਟ ਹੁੰਦੀ ਆ, ਮੇਰੇ ਨਾਲ ਹੀ ਝਗੜੇ ਕਿਉਂ ਹੁੰਦੇ ਨੇ, ਮੇਰੀ ਬੇਇੱਜ਼ਤੀ ਕਿਉਂ ਹੁੰਦੀ ਆ, ਮੈਨੂੰ ਹੀ ਕੁਝ ਘਰ ਚ ਸਮਝਿਆ ਨਹੀਂ ਜਾਂਦਾ। ਇਦਾਂ ਕਿਉਂ ਹੁੰਦਾ ਹੈ? ਇਹ ਉਹੀ ਬੰਦਾ ਨਹੀਂ? ਤੁਸੀਂ ਨਹੀਂ ਭੁੱਲੋਗੇ, ਤੁਸੀਂ ਭੁੱਲ ਜੂਗੇ, ਸ਼ੈਤਾਨ ਨਹੀਂ ਭੁੱਲੇਗਾ। ਇਹ ਉਹੀ ਬੰਦਾ ਨਹੀਂ ਜਿਹੜਾ ਲੜਦਾ ਸੀ, ਝਗੜਦਾ ਸੀ, ਵਿਰੋਧ ਕਰਦਾ ਸੀ। ਹੁਣ ਕੀ ਕਰ ਰਿਹਾ? ਉਹਦੀ ਵਿਰੋਧਤਾ ਵਿੱਚ ਵੀ ਉਹ ਕੀ ਕਰਦਾ ਰਿਹਾ? ਤਕੜਾ ਹੁੰਦਾ ਗਿਆ। ਹਾਲੇਲੂਇਆ। ਤੁਸੀਂ ਵਿਰੋਧਤਾ ਵਿੱਚ ਵੀ ਕੀ ਹੋਣਾ ਹੈ? ਤਕੜੇ ਹੋਣਾ ਹੈ। ਪੰਗੇ ਲੈਣ ਲਈ ਨਹੀਂ, ਦੁਆ ਦੇ ਖੁਦਾ ਦੇ ਕੰਮਾਂ ਲਈ ਕੀ ਹੋਣਾ ਹੈ? ਤੇਰੀ ਵਿਰੋਧਤਾ ਵਿੱਚ ਵੀ ਤੇਰਾ ਕੀ ਨਹੀਂ ਹੋਣਾ ਚਾਹੀਦਾ? ਕੀ ਲਿਖਿਆ ਉਸ ਪਿੱਛੇ ਪੜੋ ਹਾਂਜੀ ਜਰਾ। ਪਰ ਸੌਲਸ ਹੋਰ ਵੀ ਤਕੜਾ ਹੁੰਦਾ ਗਿਆ। ਹਾਂਜੀ। ਅਤੇ ਇਸ ਗੱਲ ਨੂੰ ਸਾਬਤ ਕਰਕੇ ਹਾਂ ਉਹਦਾ ਵਿਰੋਧ ਹੁੰਦਾ ਗਿਆ, ਉਹ ਤਕੜਾ ਹੁੰਦਾ ਗਿਆ। ਉਹਦਾ ਕੀ ਹੁੰਦਾ ਗਿਆ? ਉਹ ਸਾਰੇ ਬੋਲੋ, ਉਹਦਾ ਕੀ ਹੁੰਦਾ ਰਿਹਾ? ਉਹਦਾ ਵਿਰੋਧ ਹੁੰਦਾ ਰਿਹਾ। ਉਹ ਕੀ ਹੁੰਦਾ ਰਿਹਾ? ਤੁਸੀਂ ਤਕੜੇ ਹੋਣਾ ਜਾਂ ਢਿੱਲੇ ਪੈ ਜਾਣਾ? ਬੋਲੋ। ਤੁਹਾਡਾ ਕੋਈ ਵਿਰੋਧ ਕਰੇਗਾ ਤੁਸੀਂ ਕੀ ਕਰੋਗੇ? ਬੋਲੋ। ਅੱਛੀ ਗੱਲ ਹੈ। ਸਾਡਾ ਸੁਭਾਅ ਸਾਨੂੰ ਬੋਲਦਾ ਹੁੰਦਾ, ਅਸੀਂ ਬਰਾਬਰੀ ਕਰਾਂਗੇ, ਸੁਭਾਅ ਬੋਲੇਗਾ। ਉਹ ਵਿਰੋਧ ਕਰੇਗਾ, ਉਹ ਕੀ ਹੁੰਦਾ ਗਿਆ? ਕਿਹੜੀ ਚੀਜ਼ ਨੂੰ ਤਕੜਾ ਕਰਦੀ ਸੀ ਅੰਦਰੋਂ? ਖੁਦਾ ਦੀ ਸਾਮਰਥ। ਖੁਦਾ ਦੀ ਸਾਮਰਥ ਕੀ ਕਰਦੀ ਸੀ? ਖੁਦਾ ਦੀ ਸਾਮਰਥ ਸਾਨੂੰ ਤਕੜਾ ਕਰਦੀ ਹੈ। ਇਹ ਚੀਜ਼ ਸਹਿਣ ਦੀ ਸ਼ਕਤੀ ਦਿੰਦੀ ਹੈ ਕਿ ਤੇਰਾ ਜਿੰਨਾ ਵੀ ਵਿਰੋਧ ਹੋਏਗਾ ਕੋਈ ਗੱਲ ਨਹੀਂ, ਤੂੰ ਤਕੜਾ ਹੋ ਕੇ ਖੁਦਾ ਦੇ ਕੀ ਕਰ। ਇਦਾਂ ਦਾ ਅਭਿਸ਼ੇਕ, ਇਦਾਂ ਦੀ ਦਿਮਾਗੀ ਸੋਚ ਰੱਖਿਆ ਕਰੋ, ਇਦਾਂ ਦੀ ਹਿੰਮਤ ਬਣਾ ਕੇ ਰੱਖਿਆ ਕਰੋ। ਮੇਰਾ ਕੱਖ ਜਿਹਨੇ ਮਰਜ਼ੀ ਵਿਰੋਧ ਕਰ ਲੈਣਾ, ਉਹ ਮੈਂ ਚਰਚ ਤੋਂ ਨਹੀਂ ਹਟਣਾ, ਮੈਂ ਦੁਆ ਕਰਨੀ ਹੈ, ਮੈਂ ਪ੍ਰਾਰਥਨਾ ਵੀ ਕਰਨੀ ਹੈ, ਮੈਂ ਆ ਵੀ ਕਰਨਾ, ਜੋ ਵੀ ਕਰਨਾ। ਹੈਲੋ, ਸਹੀ ਹੈ ਕਿ ਨਹੀਂ? ਅੱਗੇ ਇਸ ਗੱਲ ਨੂੰ ਸਾਬਤ ਕਰਕੇ ਹਾਂਜੀ ਭਾਈ ਮਸੀਹ ਇਹੋ ਹੈ। ਉਹਨਾਂ ਯਹੂਦੀਆਂ ਨੂੰ ਜਿਹੜੇ ਦਮਿਸ਼ਕ ਵਿੱਚ ਰਹਿੰਦੇ ਸਨ ਘਬਰਾ ਦਿੱਤਾ। ਕੀ ਪਾ ਦਿੱਤੀ? ਘਬਰਾ ਪਾਤੀ ਲੋਕਾਂ ਦੇ ਵਿੱਚ। ਐਸਾ ਪ੍ਰਚਾਰ ਕੀਤਾ ਲੋਕਾਂ ਦੇ ਘਾਬਰ ਗਏ ਲੋਕ ਕਿ ਉਹੀ ਬੰਦਾ ਆ ਜਿਹੜਾ ਵਿਰੋਧੀ ਸੁਣ ਕੀ ਕਰਦਾ ਪਿਆ? ਪ੍ਰਚਾਰ ਕਰਦਾ ਪਿਆ। ਹੈ ਤਾਂ ਇਹ ਉਹੀ ਕੰਮਾਂ ਦੀ ਮੰਮੀ ਆ ਜਿਹੜੀ ਪਹਿਲਾਂ ਲੜਦੀ ਹੁੰਦੀ ਸੀ, ਹੁਣੇ ਪ੍ਰਚਾਰ ਕਰਦੀ ਪਈ ਹੈ। ਇਹ ਉਹੀ ਕੰਮਾਂ ਦੀ ਮੰਮੀ ਹੈ। ਤੁਹਾਨੂੰ ਲੋਕ ਜਾਣਨ ਕਿ ਤੁਹਾਡੇ ਅੰਦਰ ਅਭਿਸ਼ੇਕ ਨੂੰ ਵੇਖਣ, ਸਾਮਰਥ ਨੂੰ ਵੇਖਣ, ਜਨੂਨ ਨੂੰ ਵੇਖਣ। ਲੋਕ ਤੁਹਾਡੀਆਂ ਬੁਰਾਈਆਂ ਕਰਨ, ਤੁਸੀਂ ਪ੍ਰਭੂ ਦੀ ਛਾਈ ਨੂੰ ਵੇਖੋ। ਲੋਕ ਤੁਹਾਡਾ ਵਿਰੋਧ ਕਰਨ, ਤੁਸੀਂ ਪਰਮੇਸ਼ਰ ਦੇ ਕੰਮਾਂ ਨੂੰ ਵਧਾਓ। ਵਿਰੋਧ ਕਰਨ ਵਾਲਾ ਵਿਰੋਧ ਕਰੀ ਜਾਣਾ ਕਿਉਂਕਿ ਉਹਨਾਂ ਦੇ ਪੱਲੇ ਵਿਰੋਧ ਹੈ। ਸਾਡੇ ਕੋਲੇ ਤਕੜੇ ਹੋਣ ਦਾ ਸਿਸਟਮ ਹੈ। ਅਸੀਂ ਤਕੜੇ ਹੋ ਕੇ ਖੁਦਾ ਦਾ ਕੰਮ ਕਰਨਾ। ਹਾਲੇਲੂਇਆ। ਅਸੀਂ ਤਕੜੇ ਹੋ ਕੇ ਪਰਮੇਸ਼ਰ ਦਾ ਕੰਮ ਕਰਨਾ ਹੈ। ਅੱਗੇ ਜਦ ਬਹੁਤ ਦਿਨ ਬੀਤ ਗਏ ਯਹੂਦੀਆਂ ਨੇ ਉਹਦੇ ਮਾਰ ਕਤਲ ਦਾ ਮਤਾ ਪਕਾਇਆ। ਹੁਣ ਗੱਲ ਕਿੱਥੇ ਤੱਕ ਪਹੁੰਚ ਗਈ ਹੈ? ਪਹਿਲਾਂ ਇਹ ਮਾਰਦਾ ਸੀ, ਹੁਣ ਇਹਦੇ ਮਰਨ ਦਾ ਕੀ ਆ ਗਿਆ?
ਜਦੋਂ ਕੀ ਹੋਇਆ, ਜਦੋਂ ਨਹੀਂ ਪੜੋ, ਜਦੋਂ ਬਹੁਤ ਦਿਨ ਕੀ ਹੋ ਗਏ ਬੀਤ ਗਏ, ਇੱਥੋਂ ਤੱਕ ਲੜਾਈ ਵੱਧ ਗਈ ਕਿ ਉਹਦੇ ਮਾਰਨ ਦੀ ਪਲੈਨਿੰਗ ਸ਼ੁਰੂ ਹੋ ਗਈ। ਮਤਾ ਪੱਕ ਗਿਆ ਵੀ ਹੁਣ ਇਹਨੂੰ ਕੀ ਨਹੀਂ ਕਰਨਾ। ਮਤੇ ਪਕਾਉਣਾ ਕਿਹਦਾ ਕੰਮ ਹੈ? ਖੁਦਾ ਦਾ। ਠੀਕ ਹੈ, ਸ਼ੈਤਾਨ ਦਾ ਕੰਮ ਆ ਤੁਹਾਡਾ ਟਾਈਮ ਚੁੱਕਣਾ। ਪੰਜਾਬੀ 'ਚ ਮਤੇ ਪਕਾਉਣੇ, ਇਹਨੂੰ ਕਦੋਂ ਚੁੱਕਣਾ, ਇਹਨੂੰ ਕਦੋਂ ਮਾਰਨਾ, ਕਦੋਂ ਤੇ ਨਿਗਾਹ ਰੱਖਣੀ, ਇਹ ਕੀ ਕਰਦਾ, ਕਿੱਥੇ ਜਾਂਦਾ, ਕੌਣ ਕੀ ਕਰਦਾ, ਇਹ ਮਤੇ ਪਕਾਉਂਦਾ ਟਾਈਮ। ਅੱਗੇ बढ़ो। ਉਹਨਾਂ ਦਾ ਮਤਾ ਹਾਂ ਸੌਲਸ ਨੂੰ ਮਾਲੂਮ ਹੋ ਗਿਆ। ਹਾਲੇਲੂਇਆ। ਜਿਹੜਾ ਪਵਿੱਤਰ ਆਤਮਾ ਨਾਲ ਭਰਿਆ ਉਹਨੂੰ ਪਤਾ ਲੱਗ ਜਾਂਦਾ ਇਹਦੇ ਅੰਦਰ ਕਿਹੜੇ ਮਨਸੂਬੇ ਚੱਲਦੇ ਪਏ ਨੇ, ਇਹ ਬੰਦੇ ਦਾ ਸੁਭਾਅ ਕਿੱਦਾਂ ਦਾ, ਇਹਦੇ ਅੰਦਰ ਕਿਹੜੀ ਆਤਮਾ ਕੰਮ ਕਰ ਰਹੀ ਹੈ, ਕਿਹੜੀ ਸਪਿਰਿਟ ਕੰਮ ਕਰ ਰਹੀ ਹੈ। ਅੱਗੇ ਅਤੇ ਉਹਨਾਂ ਨੇ ਰਾਤ ਦਿਨ ਦਰਵਾਜ਼ਿਆਂ ਦੀ ਵੀ ਰਾਖੀ ਕੀਤੀ। ਰਾਤ ਦਿਨ ਕੀ ਕੀਤੇ? ਦਰਵਾਜ਼ਿਆਂ ਤੇ ਵੀ ਖੜੇ ਵੇਖਦੇ ਰਹੇ ਕਿ ਕਦੋਂ ਕੀ ਨਿਕਲੇਗਾ। ਭਾਈ ਉਹਨੂੰ ਮਾਰ ਸੁੱਟਣ। ਉਹਨੂੰ ਕੀ ਕਰੀਏ? ਇੱਥੋਂ ਤੱਕ ਸੋਚ ਲਿਆ, ਦਰਵਾਜ਼ਿਆਂ ਤੇ ਵੀ ਖੜ ਗਏ, ਆ ਕੇ ਖੜੇ ਹੋ ਗਏ, ਦਿਨ ਰਾਤ ਖੜੇ ਰਹੇ, ਇਹਨੂੰ ਮਾਰ ਹੀ ਸੁੱਟਣਾ ਆ, ਇਹਨੂੰ ਖਤਮ ਹੀ ਕਰ ਦੇਣਾ ਆ। ਹੁਣ ਤੁਸੀਂ ਕਹੋਗੇ ਉਹ ਪ੍ਰਭੂ ਇਹ ਮੇਰੇ ਪਿੱਛੇ ਪਏ ਨੇ, ਇਹ ਮੇਰੇ ਯਾਰੀ ਬਣੇ ਨੇ, ਉਹ ਪ੍ਰਭੂ ਤੂੰ ਮੇਰਾ ਚੰਗਾ ਨਹੀਂ ਕੀਤਾ। ਹੋ ਗਈ ਨਾ ਉਹ ਗੱਲ ਦੂਸਰੀ। ਕੀ ਕਹਾਂਗੇ ਅਸੀਂ ਇਹਨੂੰ? ਵਿਰੋਧੀ ਵਾਲੀ ਗੱਲ ਆ ਗਈ ਨਾ। ਉਹਨੂੰ ਵੇਖ ਕੇ ਸਾਡੇ ਅੰਦਰ ਉਹਦਾ ਸੁਭਾਅ ਆ ਗਿਆ। ਇੱਧਰ ਬੇਟੇ ਬਹਿ ਜਾ 2 ਮਿੰਟ ਜਰਾ। ਉਹਨੂੰ ਵੇਖ ਕੇ ਸਾਡੇ ਅੰਦਰ ਕੀ ਆ ਗਿਆ? ਪ੍ਰਭੂ ਇਹ ਮੇਰਾ ਵਿਰੋਧ ਹੀ ਕਰੀ ਜਾਂਦੇ ਨੇ, ਇਹ ਪ੍ਰਭੂ ਇਦਾਂ ਹੀ ਕਰੀ ਜਾਂਦੇ ਨੇ, ਇਹ ਇਦਾਂ ਹੀ ਕਰੀ ਜਾਂਦੇ ਨੇ, ਇਹ ਮੇਰੇ ਨਾਲ ਹੀ ਕਰਦੇ ਨੇ, ਮੇਰੇ ਨਾਲ ਇਦਾਂ ਦਾ ਕਿਉਂ ਹੁੰਦਾ? ਉਹਨਾਂ ਨੂੰ ਵੇਖ ਕੇ ਸਾਡੇ ਅੰਦਰ ਉਦਾਂ ਦੀ ਜਲਸ ਪੈਦਾ ਹੋ ਜਾਂਦੀ ਹੈ, ਉਦਾਂ ਦੀਆਂ ਗੱਲਾਂ ਆ ਜਾਂਦੀਆਂ ਨੇ। ਪਰ ਇੱਥੇ ਉਲਟ ਹੈ। ਜਦੋਂ ਪਤਾ ਲੱਗ ਗਿਆ ਨਾ ਕਿ ਉਹ ਮਾਰਨ ਦੇ ਵਿੱਚ ਆ ਕੇ, ਤੁਹਾਨੂੰ ਕੀ ਲੱਗ ਗਿਆ? ਪਤਾ ਲੱਗ ਗਿਆ ਕਿ ਇਹ ਮੇਰੇ ਮਾਰਨ ਦੇ ਵਿਰੋਧ ਵਿੱਚ ਨੇ। ਤੁਹਾਨੂੰ ਕੀ ਕੀਤਾ? ਉਹਦੇ ਚੇਲਿਆਂ ਨੇ ਰਾਤ ਦੇ ਵੇਲੇ ਨੂੰ ਲਿਆ, ਹਾਂਜੀ, ਅਤੇ ਟੋਕਰੇ ਵਿੱਚ ਬਹਾਲ ਕੇ ਹਾਂ, ਸਫੀਨ ਉੱਪਰੋਂ ਉਤਾਰ ਦਿੱਤਾ। ਕੀ ਚ ਪਾਇਆ? ਟੋਕਰੇ ਇਹਦੇ ਚ ਬਚਾਓ ਹੈ। ਮੂਸਾ ਦੀ ਮਾਂ ਨੇ ਕੀ ਚ ਪਾਇਆ ਨੂੰ? ਤੁਸੀਂ ਕਿਹਦੇ ਚੋਂ? ਟੋਕਰਾ ਤਾਲੀਮ ਤੇ ਸਿੱਖਿਆ ਨੂੰ ਦਰਸਾਉਂਦਾ ਹੈ। ਸਿੱਖਿਆ ਦੇ ਵਿੱਚ ਜਿਹੜਾ ਬੰਦਾ ਆ ਜਾਂਦਾ ਨਾ, ਉਹ ਸਿੱਖੀ ਉਹਦਾ ਬਚਾਓ ਕਰਦੀ ਹੈ, ਉਹਨੂੰ ਡੁੱਬਣ ਨਹੀਂ ਦਿੰਦੀ, ਮਰਨ ਨਹੀਂ ਦਿੰਦੀ। ਨਹੀਂ ਵਿਰੋਧ ਹੁੰਦਾ ਰਿਹਾ, ਪਲੈਨਿੰਗਾਂ ਬਣਦੀਆਂ ਰਹੀਆਂ ਕਿ ਹੁਣ ਬਾਹਰ ਆਏਗਾ ਇਹਨੂੰ ਮਾਰ ਦੇਣਾ, ਚਾਹੇ ਰਾਤੀ ਬਾਹਰ ਨਿਕਲੇ ਚਾਹੇ ਦਿਨ ਬਾਹਰ ਨਿਕਲੇ। ਖੁਦਾ ਨੇ ਟੋਕਰੇ 'ਚ ਬਿਠਾ ਕੇ ਬਾਹਰੋਂ ਬਾਹਰ ਚੱਕ ਲਈ। ਜਿਹਨੂੰ ਕਹਿੰਦਾ ਮਾਰਨ ਦੇ ਨਾਲੋਂ ਬਚਾਉਣ ਵਾਲਾ ਕੀ ਹੈ? ਫਿਰ ਐਦਾਂ ਖੁਦਾ ਮੁਸੀਬਤਾਂ ਤੋਂ ਪੜਦਾ ਹੈ। ਲੋਕੀ ਤੇਰੇ ਮਾਰਨ ਦੇ ਮਸੂਬੇ ਕਰਕੇ ਬੈਠੇ ਨੇ, ਖੁਦਾ ਤੈਨੂੰ ਵਧਾਉਣ ਦੀ ਤਾਕਤ ਰੱਖਦਾ ਹੈ। ਤੇ ਕਦੇ ਮਿਸ ਨਾ ਕਰਿਆ ਕਰੋ ਇਹ ਜਿਹੀਆਂ ਬਾਤਾਂ ਜਿੱਥੇ ਸਾਨੂੰ ਸਿੱਖਣ ਨੂੰ ਮਿਲੇ, ਸਾਡੇ ਹੌਸਲੇ ਵੱਧਦੇ ਨੇ, ਸਾਡਾ ਈਮਾਨ ਵੱਧਦਾ ਹੈ, ਸਾਨੂੰ ਲੜਨ ਦੀ ਤਾਕਤ ਮਿਲਦੀ ਹੈ। ਅੱਗੇ बढ़िए। ਜਾਓ ਯਰੂਸ਼ਲਮ ਵਿੱਚ ਆਇਆ, ਹਾਂ, ਤਾਂ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ। ਹਾਂ, ਜਦੋਂ ਯਰੂਸ਼ਲਮ ਦੇ ਵਿੱਚ ਆਇਆ, ਹੁਣ ਧਿਆਨ ਨਾਲ ਸੁਣਨਾ ਹੈ, ਤੇ ਚੇਲਿਆਂ ਵਿੱਚ ਰਲ ਜਾਣ ਦਾ ਯਤਨ ਕੀਤਾ। ਹੁਣ ਅਸਲੀ ਪੁਆਇੰਟ ਤੇ ਪਹੁੰਚੇ, ਚੇਲਿਆਂ ਦੇ ਵਿੱਚ ਆ ਗਿਆ ਹੁਣ। ਅੱਗੇ ਔਰ ਸਭ ਉਸ ਤੋਂ ਡਰਦੇ ਸਨ। ਸਾਰੇ ਉਸ ਤੋਂ ਕੀ ਸੀਗੇ? ਬੋਲੋ ਕੀ ਸੀਗੇ? ਡਰਦੇ ਸੀ ਉਹਦੇ ਤੋਂ। ਅੱਗੇ ਕਿਉਂ ਜੋ ਉਹਦੇ ਚੇਲੇ ਹੋਰ ਨੂੰ ਸੱਤ ਨਾ ਮੰਨਿਆ। ਕਿਉਂਕਿ ਚੇਲਿਆਂ ਨੇ ਉਹਦੇ ਚੇਲੇ ਹੋਰ ਨੂੰ। ਚੇਲੇ ਹੋਣ ਨੂੰ, ਕਿ ਇਹ ਵੀ ਚੇਲਿਆਂ ਨਹੀਂ ਸੱਤ ਨਹੀਂ ਮੰਨਿਆ, ਪਰ ਖੁਦਾ ਨੇ ਇੱਕ ਬੰਦੇ ਦੇ ਮਨ ਨੂੰ ਫੜਿਆ। ਹਾਂਜੀ, ਪਰ ਬਰਨਬਾਸ ਉਹਨੂੰ ਰਸੂਲਾਂ ਦੇ ਕੋਲ ਲੈ ਗਿਆ। ਹਾਲੇਲੂਇਆ। ਹਾਲੇਲੂਇਆ। ਧੰਨ ਉਹ ਲੋਕ ਨੇ ਜਿਹੜੇ ਮੇਲ ਕਰਾਉਣ ਵਾਲੇ ਨੇ, ਆਕਾਸ਼ ਵਿੱਚ ਤਾਰਿਆਂ ਦੇ ਵਾਂਗੂ ਚਮਕਣਗੇ। ਤੋੜਨ ਵਾਲੇ ਚੰਗੇ ਕਿ ਜੋੜਨ ਵਾਲੇ ਚੰਗੇ? ਉਹਨੂੰ ਵੇਖ ਲਿਆ ਕਿ ਇਹਨੂੰ ਕਬੂਲ ਨਹੀਂ ਕਰਦੇ ਪਏ, ਪਰ ਆਤਮਾ ਨੇ ਬਰਨਬਾਸ ਦੇ ਭੇਦ ਖੋਲਿਆ ਕਿ ਇਹਨੂੰ ਰਸੂਲਾਂ ਕੋਲੇ ਲੈ ਕੇ ਜਾ। तो बरनबास खुदा यीशु मसीह ਦਾ ਚੇਲਾ ਜਿਹੜਾ ਸੀ, ਪ੍ਰਭੂ ਦਾ ਖਾਦਮ ਸੀ, ਉਹ ਬਰਨਬਾਸ ਪੌਲਸ ਨੂੰ ਖਾਦਮਾਂ ਦੇ ਕੋਲੇ, ਚੇਲਿਆਂ ਦੇ ਕੋਲੇ ਲੈ ਕੇ ਆਇਆ। ਰਸੂਲਾਂ ਦੇ ਕੋਲੇ ਕੀ ਕੀਤਾ? ਦੁਬਾਰਾ ਬੋਲੋ ਸਾਈਡ। ਪਰ ਬਰਨਬਾਸ ਉਹਨੂੰ ਰਸੂਲਾਂ ਦੇ ਕੋਲ ਲੈ ਗਿਆ। ਬਰਨਬਾਸ ਉਹਨਾਂ ਨੂੰ ਕਿਹਦੇ ਕੋਲ ਲੈ ਗਿਆ? ਹੁਣ ਆਪ ਗਵਾਹ ਬਣ ਕੇ ਗਿਆ ਹੋ ਕਿ ਮੇਰੇ ਤੇ ਅਗਰ ਵਿਸ਼ਵਾਸ ਕਰਦੇ ਨੇ ਤੇ ਮੈਂ ਵੀ ਵਿਸ਼ਵਾਸ ਕਰਦਾ, ਕਿਉਂਕਿ ਮੇਰੇ ਤੇ ਵਿਸ਼ਵਾਸ ਕਰਨਗੇ ਬਰਨਬਾਸ ਤੇ ਕਿ ਬਰਨਬਾਸ ਸਹੀ ਕਹਿ ਰਿਹਾ, ਤਾਂ ਸਹੀ ਚੁਣਾव ਆ। ਬਰਨਬਾਸ ਪੌਲਸ ਨੂੰ ਸ਼ਾਗਿਰਦਾਂ ਦੇ ਕੋਲੇ ਲੈ ਕੇ, ਰਸੂਲਾਂ ਦੇ ਕੋਲੇ ਲੈ ਕੇ ਆਇਆ ਅਤੇ ਉਹਨਾਂ ਨੂੰ ਦੱਸਿਆ ਭਾਈ ਉਹਨੇ ਕਿਸ ਪ੍ਰਕਾਰ ਰਾਹ ਵਿੱਚ ਪ੍ਰਭੂ ਨੂੰ ਦੇਖਾ ਸੀ। ਹਾਂ, ਉਹਦੀ ਹਿਸਟਰੀ ਦੱਸੀ। ਉਹਦੀ ਕੀ ਦੱਸੀ? ਗਵਾਹੀ ਦੱਸੀ। ਉਹਦੀ ਗਵਾਹੀ ਦੱਸੀ। ਇੱਕ ਸੇਵਕ ਕੋਲੇ ਤੁਹਾਡੀ ਗਵਾਹੀ ਹੋਣੀ ਚਾਹੀਦੀ ਹੈ, ਕੋਈ ਭੈਣ ਬੜੀ ਦੁਆ ਕਰਨ ਵਾਲੀ ਹੈ, ਉਹ ਭਾਈ ਬੜਾ ਆਤਮਿਕ ਹੈ। ਇੱਥੇ ਗਵਾਹੀ ਭਰੀ ਗਈ, ਬਰਨਬਾਸ ਨੇ ਗਵਾਹੀ ਭਰੀ ਪੌਲਸ ਦੀ। ਹੈਲੋ, ਤੁਹਾਡੀ ਗਵਾਹੀ ਕੀ ਦਵਾਂ ਮੈਂ? ਉਹ ਭੈਣ ਬੜਾ ਰੋਜ਼ਾ ਰੱਖਦੀ ਆ, ਭੈਣ ਬੜਾ ਬੋਝ ਰੱਖਦੀ, ਉਹ ਭਾਈ ਬੜਾ ਬੋਝ ਰੱਖਦਾ, ਉਹ ਭਾਈ ਪਾਸਟਰ ਦੀ ਬਾਹ ਆ, ਉਹ ਭਾਈ ਖਾਦਮ ਦੀਆਂ ਬਾਹਾਂ ਨੇ, ਭਵਨ ਦੀਆਂ ਬਾਹਾਂ ਨੇ। ਕਿਤੇ ਨਾ ਹੋਵੇ ਉਹ ਖੜਦੇ ਨੇ, ਚਾਹੇ ਪੈਸੇ ਬੋਲੋ, ਪ੍ਰਾਰਥਨਾ ਬੋਲੋ, ਕਿਤੇ ਵੀ ਜਾਣਾ ਨਾ ਹੋਵੇ ਉਹ ਖੜਦੇ ਨੇ। ਬਰਨਬਾਸ ਨੇ ਦੀ ਗਵਾਹੀ ਭਰੀ ਪੌਲਸ ਦੀ। ਅਤੇ ਉਸਨੇ ਕਿਸ ਤਰ੍ਹਾਂ ਇਹਨੇ ਯਿਸੂ ਮਸੀਹ ਨੂੰ ਵੇਖਿਆ ਔਰ ਅਤੇ ਉਸਨੇ
ਔਰ ਯਿਸੂ ਮਸੀਹ ਨੂੰ ਵੇਖਿਆ ਤਾਂ ਉਹਦੇ ਨਾਲ ਕੀ ਕੀਤੀਆਂ ਗੱਲਾਂ ਕੀਤੀਆਂ ਅਤੇ ਉਹ ਕਿਸ ਤਰ੍ਹਾਂ ਦਮਿਸ਼ਕ ਵਿੱਚ ਯਿਸੂ ਦੇ ਨਾਮ ਉੱਤੇ ਬੇਧੜਕ ਵਚਨ ਕਰਦਾ ਸੀ ਬੇਧੜਕ ਵਚਨ ਕਰਦਾ ਸੀ ਤਦ ਉਹ ਉਹਨਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ ਜਾਂਦਾ ਰਿਹਾ ਹਾਂ ਸੇਵਕਾਂ ਕੋਲੇ ਕੀ ਕਰਦਾ ਰਿਹਾ ਆਉਂਦਾ ਰਿਹਾ ਜਾਂਦਾ ਰਿਹਾ ਆਉਂਦਾ ਰਿਹਾ ਜਾਂਦਾ ਰਿਹਾ ਤੁਸੀਂ ਨਾ ਆਉਂਦੇ ਹੋ ਨਾ ਜਾਂਦੇ ਹੋ ਨਾ ਆਉਂਦੇ ਹੋ ਨਾ ਜਾਂਦੇ ਹੋ ਆਉਂਦੇ ਜਾਂਦੇ ਮਤਲਬ ਕੀ ਹੈ ਹਫਤਾ ਹੋ ਗਿਆ ਨਾ ਕੋਈ ਆਉਂਦਾ ਤੇ ਨਾ ਕੋਈ ਜਾਂਦਾ ਕਦੋਂ ਆਨੇ ਆਪਾਂ ਸਿਰਫ ਸੰਡੇ ਟਾਈਮ ਕੱਢ ਕੇ ਬਸ ਅੱਜ 2 ਘੰਟੇ ਜਿਹੜੇ ਬਾਕੀ ਸਾਡਾ ਟਾਈਮ ਠੀਕ ਹੈ ਤਾਂ ਆਉਂਦਾ ਜਾਂਦਾ ਰਿਹਾ ਆਉਂਦਾ ਜਾਂਦਾ ਗੇੜੇ ਕਰਦੇ ਸਿੱਖਦਾ ਗਿਆ ਸਿੱਖਦਾ ਗਿਆ ਸੇਵਕਾਈ ਦੇ ਵਿੱਚ ਤਜਰਬੇ ਲੈਂਦਾ ਰਿਹਾ ਨਿਯਮ ਸਿੱਖੇ ਕਾਇਦੇ ਸਿੱਖੇ ਕਾਨੂੰਨ ਸਿੱਖੇ ਢੰਗ ਸਿੱਖੇ ਉਸਨੇ ਅਤੇ ਪ੍ਰਭੂ ਸੇਵਕਾਂ ਦੇ ਕੋਲੋਂ ਢੰਗ ਸਿੱਖੇ ਅਤੇ ਪ੍ਰਭੂ ਦੇ ਨਾਮ ਤੇ ਬੇਧੜਕ ਵਚਨ ਕਰਦਾ ਸੀ ਪ੍ਰਭੂ ਦੇ ਨਾਮ ਤੇ ਬੇਧੜਕ ਵਚਨ ਕਰਦਾ ਸੀ ਅਤੇ ਯੂਨਾਨੀ ਯਹੂਦੀਆਂ ਨਾਲ ਗੱਲਾਂ ਅਤੇ ਬਹਿਸ ਕਰਦਾ ਸੀ ਯੂਨਾਨੀ ਨਾਲ ਯਹੂਦੀਆਂ ਨਾਲ ਗੱਲਾਂ ਨਾਲ ਬਹਿਸ ਤੋਂ ਜਿੱਤਦੇ ਨਹੀਂ ਸੀ ਲੋਕ ਉਹਦੇ ਤੋਂ ਇਹ ਜਿੱਤ ਜਾਂਦਾ ਸੀ ਪਰ ਉਹਨਾਂ ਉਹਦੇ ਮਾਰ ਸੁੱਟਣ ਨੂੰ ਲੱਗ ਪਤਾ ਲੈ ਹੁਣ ਫਿਰ ਕੀ ਬਣ ਲਿਆ ਇਹਨੂੰ ਹੁਣ ਕੀ ਕਰ ਦੇਣਾ ਅੱਗੇ ਬੜੋ ਜਦ ਭਾਈਆਂ ਨੂੰ ਇਹ ਮਾਲੂਮ ਹੋਇਆ ਜਦੋਂ ਭਰਾਵਾਂ ਨੂੰ ਪਤਾ ਲੱਗਿਆ ਤਾਂ ਉਹ ਉਸ ਨੂੰ ਕੈਸਰੇ ਵਿੱਚ ਲਿਆਏ ਅਤੇ ਦਰਸੂਸ ਤੇ ਵੱਲ ਤੋਰ ਦਿੱਤਾ ਅੱਗੇ ਬੜੋ ਸੋ ਸਾਰੇ ਯਹੂਦੀਆਂ ਅਤੇ ਸਾਰੇ ਗਲੀਲ ਅਤੇ ਸਾਮਰੀਆ ਵਿੱਚ ਕਲੀਸਿਆ ਨੇ ਸੁੱਖ ਪਾਇਆ ਕੀ ਪਾਇਆ ਸੁੱਖ ਪਾਇਆ ਅੱਗੇ ਅਤੇ ਬਣਦੀ ਗਈ ਹਾਂ ਅਤੇ ਪ੍ਰਭੂ ਦੇ ਪੈ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆ ਵੱਧਦੀ ਜਾਂਦੀ ਸੀ ਹਾਲੇਲੂਇਆ ਹਾਲੇਲੂਇਆ ਇਹ ਸਾਈਡ ਨੂੰ ਬੜੇ ਧਿਆਨ ਨਾਲ ਪੜਨਾ ਸੀ ਤੁਸੀਂ ਇਗਨੋਰ ਕਰਕੇ ਪੜੋਗੇ ਫਿਰ ਦੁਬਾਰਾ ਸਾਈਡ ਨੂੰ ਪੜੋ 31 ਆਈ ਸੋ ਸਾਰੇ ਯਹੂਦੀਆਂ ਅਤੇ ਗਲੀਲ ਹਾਂ ਅਤੇ ਸਾਮਰੀਆ ਵਿੱਚ ਕਲੀਸਿਆ ਨੇ ਸੁੱਖ ਪਾਇਆ ਸਾਰੇ ਨਗਰਾਂ 'ਚ ਕੀ ਪਾਇਆ ਸੁੱਖ ਪਾਇਆ ਕਲੀਸਿਆ ਨੇ ਕੀ ਪਾਇਆ ਉਹਨੂੰ ਸਤਾਵਾ ਜਿਹਨਾਂ ਨੇ ਹਾਂ ਕੀ ਪਾਇਆ ਹੁਣ ਇੱਕ ਸਤਾਉਣ ਵਾਲਾ ਬੰਦਾ ਖੁਦਾ ਵਿੱਚ ਸਹੀ ਗੱਲ ਹੈ ਜਿੱਦਣ ਯਿਸੂ ਮਸੀਹ ਉਹ ਕਿਹੜਾ ਬੰਦਾ ਜਿਹੜਾ ਚੁੰਗੀ ਦੇ ਲੱਗੇ ਪੈਂਦਾ ਸੀ ਮੈਂ ਨਾਮ ਭੁੱਲ ਗਿਆ ਤਾਂ ਯਿਸੂ ਮਸੀਹ ਜਦੋਂ ਜਕਈ ਦੇ ਘਰੇ ਗਿਆ ਕੀ ਕਹਿੰਦਾ ਜਾ ਕੇ ਯਿਸੂ ਮਸੀਹ ਪਹਿਲਾਂ ਜਕਈ ਬੋਲਿਆ ਜਾਂ ਯਿਸੂ ਮਸੀਹ ਬੋਲਿਆ ਦੱਸ ਗੌਰਵ ਸਿੱਖੋ ਨਾ ਪਰ ਤੁਸੀਂ ਸਿੱਖਦੇ ਨਹੀਂ ਨਾ ਆਗੇ ਇਹ ਤਾਂ ਕਮੀਆਂ ਨੇ ਸਾਨੂੰ ਸਵਾਲ ਦਾ ਜਵਾਬ ਨਹੀਂ ਹੁੰਦਾ ਜਿੱਦਾਂ ਹੀ ਯਿਸੂ ਮਸੀਹ ਨੇ ਉਹਦੇ ਘਰੇ ਪੈਰ ਰੱਖਿਆ ਤੇ ਲੋਕ ਬਾਹਰ ਕੀ ਕਹਿੰਦੇ ਸੀ ਇਹ ਪਾਪੀ ਹੈ ਇਹ ਕੀ ਹੈ ਪਾਪੀ ਹੈ ਇਹ ਬੜੇ ਪੈਸੇ ਲੁੱਟਦਾ ਆ ਇਹ ਆਉਂਦੇ ਜਾਂਦਿਆਂ ਤੋਂ ਚੁੰਗੀ ਲੈਂਦਾ ਕਰ ਲੈਂਦਾ ਬੜੇ ਪੈਸੇ ਲੁੱਟਦਾ ਟੈਕਸ ਲੈਂਦਾ ਹੈ ਇਹ ਬੰਦਾ ਵਧੀਆ ਨਹੀਂ ਹੈ ਇਹ ਬੰਦਾ ਇਦਾਂ ਦਾ ਲੋਕ ਉਹਦੇ ਬਾਰੇ ਕੀ ਸੋਚਦੇ ਸੀ ਪਰ ਯਿਸੂ ਮਸੀਹ ਉਹਦੇ ਬਾਰੇ ਕੀ ਸੋਚਦਾ ਸੀ ਠੀਕ ਹੈ ਉਹਨੇ ਇਹ ਕਦਮ ਹੀ ਰੱਖਿਆ ਤੇ ਕੀ ਕਿਹਾ ਜੀ ਕਈ ਨੇ ਪੱਕੇ ਦੱਸ ਕੀ ਕਿਹਾ ਜੀ ਕਈ ਨੇ ਮੈਂ ਸਾਰੀ ਦੌਲਤ ਗਰੀਬਾਂ ਨੂੰ ਦੇ ਦੇਣਾ ਜਿਹਦੇ ਤੋਂ ਮੈਂ ਦੋਗਣਾ ਕਰਕੇ ਲਿਆ ਉਹਨੂੰ ਚੋਗਣਾ ਮੈਂ ਅੱਧੀ ਦੌਲਤ ਗਰੀਬਾਂ ਨੂੰ ਕੀ ਕਰ ਦੇਣਾ ਜੀਵਨ ਬਦਲਿਆ ਕਿ ਨਹੀਂ ਜਿਹਦੀ ਜ਼ਿੰਦਗੀ 'ਚ ਯਿਸੂ ਮਸੀਹ ਆ ਜਾਂਦਾ ਨਾ ਉਹ ਕਦੇ ਪੈਸੇ ਪਿੱਛੇ ਨਹੀਂ ਲੱਗਦਾ ਉਹਦੇ ਅੰਦਰ ਬਦਲਾਅ ਆਉਂਦਾ ਆ ਕੀ ਆਂਦਾ ਔਰ ਰੱਖਿਆ ਹੋਇਆ ਵੀ ਬਾਹਰ ਕੱਢ ਦਿੰਦਾ ਰੱਖਿਆ ਹੋਇਆ ਵੀ ਬਾਹਰ ਕੱਢ ਦਿੰਦਾ ਹੈ ਇਹਨੂੰ ਕਹਿੰਦੇ ਬਦਲਾਓ ਪਰ ਯਿਸੂ ਮਸੀਹ ਨੇ ਕੀ ਕਿਹਾ ਇਹ ਵੀ ਅਬਰਾਹਮ ਦਾ ਪੁੱਤਰ ਹੈ ਯਿਸੂ ਮਸੀਹ ਨੇ ਖੁਦ ਉਹਦਾ ਇਕਰਾਰ ਕੀਤਾ ਕਿ ਅਬਰਾਹਮ ਦੀ ਵੰਸ਼ ਦੇ ਵਿੱਚੋਂ ਕਿਉਂਕਿ ਅਬਰਾਹਮ ਦੀ ਵੰਸ਼ ਦੇ ਜਿਹੜੇ ਹੁੰਦੇ ਨੇ ਲੋਕ ਦੇਣ ਵਾਲੇ ਹੁੰਦੇ ਨੇ ਹਾਲੇਲੂਇਆ ਲੁਕਾਉਣ ਵਾਲੇ ਨਹੀਂ ਹੁੰਦੇ ਤੇ ਨਾ ਕਿ ਲੈਣ ਵਾਲੇ ਹੁੰਦੇ ਹਾਲੇਲੂਇਆ ਉਹ ਦੇਣ ਵਾਲੇ ਹੁੰਦੇ ਨੇ ਉਹਨਾਂ ਦੇ ਮਨ ਬਦਲਦੇ ਨੇ ਉਹ ਬਰਕਤ ਲੈਣ ਵਾਲੇ ਲੋਕ ਹੁੰਦੇ ਨੇ ਤੇ ਬਰਕਤ ਦੇਣ ਵਾਲੇ ਲੋਕ ਹੁੰਦੇ ਨੇ ਹਾਲੇਲੂਇਆ ਤੇ ਜਿਹੜੇ ਬਾਹਰ ਖੜੇ ਸੀ ਉਹ ਕੀ ਸੋਚਦੇ ਹੋਣਗੇ ਜਦੋਂ ਉਹਨੂੰ ਦੌਲਤ ਮਿਲੀ ਕੋਈ ਉਹ ਅੱਜ ਕਈ ਕਿਵੇਂ ਬਦਲ ਗਿਆ ਅੱਜ ਇਹ ਢੀਠ ਕਿੱਥੋਂ ਬਦਲ ਗਿਆ ਅੱਜ ਇਹਦੇ ਮਨ ਕਿਵੇਂ ਕੀ ਕਰ ਦਿੱਤਾ ਠੀਕ ਹੈ ਅੱਜ ਕੀ ਹੋ ਗਿਆ ਲੋਕੀ ਸਾਰੇ ਚਰਚ ਮੰਨਦੇ ਨੇ ਅੱਜ ਯਿਸੂ ਮਸੀਹ ਦੇ ਘਰ ਤੁਸੀਂ ਇਹ ਦੇਖੋਗੇ ਯਿਸੂ ਮਸੀਹ ਦੇ ਘਰੇ ਆਇਆ ਇੱਕ ਬੰਦੇ ਦੀ ਤਬਦੀਲੀ ਦੇ ਨਾਲ ਜਿੰਨੇ ਬੰਦੇ ਬਾਹਰ ਖੜੇ ਹੋਣਗੇ ਸਾਰੇ ਸੋਚਦੇ ਹੋਣਗੇ ਅੱਜ ਯਿਸੂ ਮਸੀਹ ਮੇਰੇ ਘਰੇ ਵੀ ਆਇਆ ਅੱਜ ਮੇਰੇ ਘਰੇ ਵੀ ਆ ਤੇ ਮੇਰੇ ਘਰ ਵੀ ਵਿਜ਼ਿਟ ਕਰ ਮੇਰੇ ਘਰ ਵੀ ਪ੍ਰਾਰਥਨਾ ਕਰ ਮੈਂ ਵੀ ਕੀ ਹੋ ਜਾਵਾਂ ਇੱਕ ਬੰਦਾ ਬਦਲ ਗਿਆ ਨਾ ਤੇ ਕਈ ਬਦਲ ਜਾਂਦੇ ਨੇ ਦੂਸਰੇ ਨੂੰ ਅਕਲ ਆਉਂਦੀ ਹੈ ਠੀਕ ਹੈ ਜੀ ਹਾਲੇਲੂਇਆ ਹਾਲੇਲੂਇਆ ਇੱਕ ਮੀਆਂ ਬੀਬੀ ਸੀਗੇ ਉਹ ਜੰਗਲ 'ਚ ਪ੍ਰਚਾਰ ਕਰਨ ਗਏ ਮੰਨ ਲਓ ਮੈਂ ਤੇ ਕੋਲ ਇੱਕ ਦਿਨ ਜੰਗਲ 'ਚ ਪ੍ਰਚਾਰ ਕਰਨ ਵਾਸਤੇ ਗਏ 2-3 ਮਹੀਨੇ ਲਗਾਤਾਰ ਪ੍ਰਚਾਰ ਕੀਤਾ ਪ੍ਰਚਾਰ ਕਰਕੇ ਅਸੀਂ ਵਾਪਸ ਆਏ तो इसी तरह के मियाँ बीबी सीगे 3 महीने लिए जंगलों में गए प्रचार करने वास्ते जितना भी 3 महीने जंगलों में प्रचार करने वास्ते गए तो जो वापस आते की वेखते कि उन्होंने किश्ती के विच ना एक राजा भी बैठा होंगे एक राजा भी बैठा होंगे नाल शेर भी मारिया होंगे रिछ भी चीता भी कई जानवर मार के ना उस राजे ने अपनी जहाज में रखे थे किश्ती के विच ते जिद्दां ही किनारे ते आंदा आ ओदी प्रजा खड़ी होंदी राजे दी प्रजा खड़ी होंदी है तो बड़ियां ताड़ियां मारदी है बड़ियां ताड़ियां मारदियां साडा राजा जित के आया साडा राजे ने शेर मारिया साडे राजे ने रिछ मारिया साडे राजे ने आ मारिया बड़ियां ताड़ियां वजियां
ਹੁਣ ਜਿਹੜੇ ਪਾਸਟਰ ਸੀ ਉਹਦੀ ਵਾਈਫ ਸੀਗੀ, ਉਹ ਪਾਸਟਰ ਆਪਸ ਵਿੱਚ ਗੱਲਾਂ ਕਰਦੇ ਨੇ ਆਪਣੀ ਵਾਈਫ ਨੂੰ, ਕਹਿੰਦਾ ਇਹ ਰਾਜਾ ਜਿੱਤ ਕੇ ਆਇਆ, ਇਹਦੀ ਪ੍ਰਜਾ ਨੇ ਕਿੰਨੀਆਂ ਤਾੜੀਆਂ ਮਾਰੀਆਂ, ਅਸੀਂ ਕਹਿੰਦਾ 3 ਮਹੀਨੇ ਜੰਗਲਾਂ 'ਚ ਪ੍ਰਚਾਰ ਕੀਤਾ, ਲੋਕਾਂ ਨੂੰ ਪਰਮੇਸ਼ਰ ਦਾ ਵਚਨ ਸੁਣਾਇਆ, ਸਾਡੀਆਂ ਤਾੜੀਆਂ ਕਿੱਥੇ ਆ? ਸਾਡੀ ਲਈ ਤਾੜੀਆਂ ਕਿਉਂ ਨਹੀਂ ਵੱਜੀਆਂ? ਸਾਡੀਆਂ ਤਾੜੀਆਂ ਕਿੱਥੇ ਆ? ਠੀਕ है, चलो किश्ती च उतरे, राजे की बड़ी जय जयकार हुई, राजा अपने देश चला गया, वो बंदे अपने घरे आ गए। तो घरे जाके भी बंदा अपनी जनानी नूं कही जांदा, दस साडे लई ताड़ियां क्यों नहीं वजीआं, दस साडे लई ताड़ियां क्यों नहीं वजीआं? जनानी कहदी कि भलिया मानसा तू इदां कर, तू खुदा तो ही पुछ लै, मैनू ना पुछ, तू खुदा नूं ही पुछ लै कि तेरे लई ताड़ियां क्यों नहीं वजीआं। कहदा ठीक है, तां सब तो वधिया बेस्ट दस्सिया। जाके दुआ दे विच बह गया और दुआ कर रहा, अचानक एडी जोर दी ਉਹਨੂੰ ਕੁਝ ਹੋਇਆ ਤੇ ਜਾ ਕੇ ਆਪਣੀ ਔਰਤ ਨੂੰ ਕਹਿੰਦਾ ਮੈਨੂੰ ਜਵਾਬ ਮਿਲ ਗਿਆ, ਮੈਨੂੰ ਜਵਾਬ ਮਿਲ ਗਿਆ। ਕਹਿੰਦੀ ਕੀ ਜਵਾਬ ਆ? ਕਹਿੰਦਾ ਜਵਾਬ ਖੁਦਾ ਨੇ ਦਿੱਤਾ ਕਿ ਇਹ ਰਾਜਾ ਵਾਪਸ ਆਪਣੇ ਘਰ ਆਇਆ ਤੇ ਤਾੜੀਆਂ ਵੱਜੀਆਂ, ਜਦੋਂ ਤੂੰ ਆਪਣੇ ਵਾਪਸ ਘਰ ਵਿੱਚ ਜਾਏਗਾ ਤੇਰੇ ਲਈ ਦੂਤ ਤਾੜੀਆਂ ਮਾਰਨਗੇ, ਤੇਰੇ ਲਈ ਦੂਤ ਤਾੜੀਆਂ ਮਾਰਨਗੇ। ਤੂੰ ਤੇਰੇ ਕਿਹੜੀਆਂ ਤਾੜੀਆਂ ਆ ਲੈਣੀਆਂ ਕਿ ਹੋਰ ਲੈਣੀਆਂ ਨੇ? हालेलुया। तो साडी मेहनत का फल संसार विच नहीं है, खुदा यीशु मसीह दे कोल है। वो कहे कि मेरी बेटी प्रार्थना कर रही है, मेरा बेटा दुआ कर रहा, मेरा बेटा चर्च च रहसल कर रहा, मेरा बेटा दुनिया तो अलग हो के खुदा दी इबादत दी तैयारी कर रहा। खुदा तुहाडा इकरार करे कि मेरी बेटी है, मेरा बेटा मेरा चुनिया होया वसीला है। वसीले अपने आप नूं दुनियादारी च नहीं फसाउंदे, वसीले अपने आप नूं दुनियादारी दे कामां च नहीं फसाउंदे, सगों कढ के खुदा दी कमां इस्तेमाल होंदे हैं। हालेलुया। ये उस शख्स जिन्हें खुदा ने पाप चों कढिया, गंदगी चों कढिया, बुराई चों कढिया, झगड़ियां चों कढिया, नशियां चों कढिया, मार कुटाई चों कढिया, सुभाव देखो किहड़ा देता, सिखण वाला, चेलियां दे कोल सिखण वाला सुभाव आ गया, संगत विच बहण वाला आ गया। जिस संगत दा विरोधी सी खुदा ने उस संगत च बिठा के सिखाया। हालेलुया। हालेलुया। तो पढ़ो मेरे ना दूसरा कुरिन्थिया 11 की शायद 24 आए, दूसरा कुरिन्थी 11 की शायद 24। अजी समझ आ रहा है ना? दूसरा कुरिन्थी 11 की 24। मैं 5 ਵਾਰੀ ਯਹੂਦੀਆਂ ਦੇ ਹੱਥੋਂ, हेलो, ये पौलुस का बयान है, ये ਉਹਦਾ ਲਿਖਤੀ ਰੂਪ ਦੇ ਵਿੱਚ ਬਿਆਨ ਹੈ, ਸਟੇਟਮੈਂਟ ਉਹਦੀ ਲਿਖ ਕੇ ਦਿੱਤੀ ਹੈ। दूसरा कुरिन्थिया माता जी, दूसरा कुरिन्थिया 11 की 24। इधर दोबारा ना पूछियो, पौलुस का बयान है, मैं यहूदियों के हाथों, मैं 5 ਵਾਰੀ ਯਹੂਦੀਆਂ ਦੇ ਹੱਥੋਂ, कितने बारी? 5 ਵਾਰੀ। कितने बारी? आ सुन लो ध्यान नाल, जेड़े कहंदे जी मैनू गालां ही पैंदियां ने, मैनू कोई चंगा नहीं समझदा, आ सुन लो मेरे भैन भरावो, मैं 5 बारी ਯਹੂਦੀਆਂ ਦੇ ਹੱਥੋਂ, यहूदियों के हाथों, ਇੱਕ ਘੱਟ 40 ਕੋੜੇ ਖਾਦੇ। कितने बारी? ਇੱਕ ਘੱਟ 40। कितने कोड़े हो गए? 40। ओदी काउंटिंग करो, ओदी गिनती करो, ओदी कितने हो गए? 5 ਨੂੰ ਗੁਣਾ ਕਰ ਦੇਣਾ, ਉਹ ਕਹਿ ਦੇਣਾ ये 5 बारी 250 ਵਿੱਚ 5 ਕੱਢ ਦੋ, ਕਿੰਨੇ ਬਣ ਗਏ? 245। ਕਿੰਨੇ? नहीं 3 ਚੋਂ 200 200 ਕੱਢ ਦੋ, 195 195 39 ਨੂੰ 5 ਵਾਰੀ ਕਰੋ। ਅਜੇ ਕਹਿੰਦੇ ਮੈਨੂੰ ਡਿਗਰੀ ਦੇ ਦਿਓ, ਮੈਂ ਕਾਲਜ ਦਾਖਲਾ ਲੈਣਾ। 195 ਹੋ ਗਏ। ਕਿੰਨੇ ਕੋੜੇ ਖਾਦੇ? ਇੱਕ ਘੱਟ 40 95 195 ਕੋੜੇ ਖਾਦੇ। 5 ਵਾਰੀ ਉਹਨੇ ਕਿਹਾ ਮੈਂ ਯਹੂਦੀਆਂ ਦੇ ਹੱਥੋਂ ਕਿੰਨੇ ਵਾਰੀ? ਇੱਕ ਘੱਟ 40। ਕਿੰਨੇ ਵਾਰੀ ਖਾਦੇ? 5 ਵਾਰੀ। ਕਿੰਨੇ ਕੋੜੇ? 195 ਕੋੜੇ ਹੋ ਗਏ ਕਿ ਨਹੀਂ? ਹੋ ਗਏ ਜੀ। 5 ਵਾਰੀ ਉਹਨੇ ਕੋੜੇ ਖਾਦੇ। 39 ਨੂੰ 5 ਵਾਰੀ ਕਰੋ 195 ਬਣਦੇ ਨੇ। ਇਹ 195 ਬਾਰ ਤੁਸੀਂ ਕੁਝ ਖਾਦਾ ਪ੍ਰਭੂ ਦੇ ਲਈ? ਇਹ ਬੰਦਾ ਗਵਾਹੀ ਦੇ ਰਿਹਾ ਜਿਹੜਾ ਵਿਰੋਧੀ ਸੀਗਾ। ਮੈਂ ਇੱਕ ਬੰਦੇ ਦੀ ਗੱਲ ਕੀਤੀ, ਇਹ ਵਿਰੋਧੀ ਸੀਗਾ ਜਿਹੜਾ ਮਾਰਦਾ ਸੀ, ਕਹਿੰਦਾ ਇਹਨੂੰ ਮੈਂ ਦੱਸੂਗਾ ਕਿ ਇਹਨੂੰ ਮੇਰੇ ਲਈ ਕੀ ਕੀ ਝਗੜਨਾ ਪੈਣਾ ਹੈ। ਚੱਲਿਆ ਕਿ ਨਹੀਂ? ਹੁਣ ਸੇਡ ਮੈਂ ਨਾ ਮੂੰਹ ਦੀ, ਜਿੰਨਾ ਭੱਜੂਗੇ ਉਹਨਾਂ ਲੰਬਾ ਪਾਊਗਾ ਤੁਹਾਨੂੰ ਪੰਜਾਬੀ ਵਿੱਚ। ਜਿੰਨਾ ਭੱਜੂਗੇ ਉਹਨਾਂ ਹੀ ਤੇਰੇ ਨਾਲ ਭਰੋਸਾ ਹੋਣਾ ਕੰਮ ਕਰੇਗਾ। नम्र हो जाओ वो भी नम्र हो जाएगा, आज्ञाकार बनो वो भी ਤੁਹਾਡੇ आज्ञाकार से चलेगा। सही है कि नहीं? कहना मैं दसो उन्होंने की करना पे। ਹੁਣ ਸਟੇਟਮੈਂਟ ਆਉਂਦੀ मैं ਯਹੂਦੀਆਂ ਦੇ ਤੋਂ ਕਿੰਨੇ ਕੋੜੇ? मैं कहना ਤੁਸੀਂ ਇੱਕ ਕੋੜਾ ਖਾ ਲੋਗੇ। ਹੈ ਜੀ? ਇਹ ਕਹਿੰਦੇ ਇੱਕ ਗੱਲ ਵੀ ਅੱਜ ਕੋਈ ਬਰਦਾਸ਼ਤ
नहीं हुंदी। क्यों नहीं हुंदी? सच्ची दसो क्यों नहीं हुंदी? जिगरा छोटा क्यों है? हजे वसीले नहीं बने, पवित्र आत्मा नाल भरे नहीं, खुदा दा बोझ नहीं, खुदा दे कमां दा बोझ नहीं। कदे असीं अज किसी दी गल की नहीं करदे? बोलो की नहीं करदे? बोलो बर्दाश्त। साडे बच्चे साडी गल नहीं की करदे क्योंकि वो कदे भगती नहीं करदे, मेहनत नहीं करदे, प्रार्थना पवित्र आत्मा नूं पांदे नहीं, परमेश्वर इस पवित्र करार नूं पांदे ही नहीं। अंदर पवित्र आत्मा है तो शांति लेके आएगा, स्वभाव बदल जाएंगे। लेकिन तो पवित्र आत्मा ना भर जाएगा। तेरे ते हाथ रखांगा तो पवित्र आत्मा ना भर जाएगा, तो बपतिस्मा लेगा, सीखेगा, ते हुण खुदा लई इस्तेमाल होएगा। कितने घोड़े खादे? यीशु मसीह दे 39 घोड़े पे इको बारी, ते यीशु मसीह दे चेले ने कितने पे? 195 घोड़े। घोड़े पता किहड़ी चीज़ दे बनदे हुंदे सीगे? इन्ने सख्त हुंदे सी, चमड़ी विच खुप जांदे हुंदे सी, ते जदों खिੱਚਦੇ ਸੀ ਤੇ ਚਮੜੀ ਵੀ ਬਾਹਰ ਖਿੱਚੀ ਜਾਂਦੀ ਸੀਗੀ। ਇਹ ਮਸੀਹ ਦੇ ਲਈ ਹੈ। ਕੀ ਤੁਸੀਂ ਖਾਦੇ? ਉਹ ਖਾਦੇ ਤੁਸੀਂ? ਇਹਨੂੰ ਦੱਸੋ, ਇਹਨੂੰ ਕਹਿੰਦੇ ਆ ਸੇਵਾ। ਤੁਸੀਂ ਤਾਂ ਕਿਸੇ ਗੱਲ ਨਹੀਂ ਬਰਦਾਸ਼ਤ ਕਰਦੇ। ਇਹ ਸਬਰ, ਇਹ ਸਿੱਧਕ ਤੁਹਾਡੇ ਵਿੱਚ ਹੈਗਾ, ਭਾਈਆਂ ਵਿੱਚ, ਭੈਣਾਂ ਵਿੱਚ ਹੈਗਾ, ਹੈਗਾ ਸਾਡੇ ਘਰਾਂ ਦੇ ਵਿੱਚ, ਸਾਡੀ ਪਰਸਨਲ ਲਾਈਫ ਦੇ ਵਿੱਚ ਹੈਗਾ। ਇਸ ਘਰ 'ਚ ਅਸੀਂ ਰਹਿੰਦੇ ਹਾਂ ਕਿ ਇਦਾਂ ਦਾ ਸੁਭਾਅ ਹੈਗਾ, ਸਹਿਣ ਵਾਲਾ, ਖਾਣ ਵਾਲਾ। ਇਦਾਂ ਨਹੀਂ ਬੈਠਾ ਕਿ ਲੈ ਮਾਰ ਜਾ, ਜਿਹਨੇ ਮਾਰ ਸਕਦਾ। ਇਹ ਮਸੀਹ ਦੇ ਲਈ ਹੈ, ਮਾਰ ਦੇ, ਕੋਈ ਗੱਲ ਨਹੀਂ। ਬੋਲੀਏ। ਤੁਹਾਨੂੰ ਸੁਭਾਅ ਦੱਸ ਰਿਹਾ ਮੈਂ। ਸਹਿਣ ਤੱਕ ਕਿੱਥੋਂ ਤੱਕ ਚਲਾ ਗਿਆ? ਇੱਕੋ ਹੈ ਤਾਂ ਬੋਲਿਆ ਮੈਂ। 5 ਵਾਰੀ ਕੋੜੇ ਖਾਦੇ, ਅੱਗੇ 3 ਵਾਰ ਬੈਂਤਾਂ ਦੀ ਮਾਰ ਖਾਦੀ। ਕਿਹਦੇ? ਕਿੰਨੀ ਵਾਰੀ? 3 ਵਾਰੀ ਚੌਂਕ ਦੇ ਵਿੱਚ ਉਹਨੂੰ ਬੈਂਤ ਪਏ ਨੂੰ। ਕਿਹਦੇ ਲਈ? ਕੀ ਆ ਕੰਮ ਛੱਡ ਦੇ, ਮਸੀਹ ਦਾ ਇਨਕਾਰ ਕਰਦੇ। ਇੱਧਰ ਹੈਲੋ, ਆ ਦੇਖੋ ਮਸੀਹ ਦੇ ਵਚਨ ਦੇ ਲੋਕ ਜਾਨਾਂ ਤੱਕ ਕੁਰਬਾਨ ਕਰਦੇ ਨੇ ਚੌਂਕਾਂ ਵਿੱਚ। ਤੁਸੀਂ ਮਸੀਹ ਦੇ ਵਿਰੋਧੀ ਬਣੇ ਪਏ ਹੋ, ਤੁਸੀਂ ਦੀ ਸੰਗਤ ਦੇ ਵਿਰੋਧੀ ਬਣੇ ਪਏ ਹੋ, ਉਹਦੇ ਕਲਾਮ ਦੇ ਹੀ, ਉਹਦੇ ਘਰ ਦੇ ਕੀ ਬਣੇ ਪਏ ਹੋ। ਆ ਕੁਰਬਾਨੀਆਂ, ਆ ਸ਼ਹਾਦਤਾਂ ਨੇ, ਆ ਪਿਆਰ, ਆ ਇਸ਼ਕ ਹੈ ਜਿਹੜਾ ਖੁਦਾ ਨਾਲ ਕੀਤਾ ਉਹਨੇ। ਇਹਨੂੰ ਕਹਿੰਦੇ ਬਦਲਾਓ। ਜਿਹੜਾ ਇੱਕ ਵਾਰੀ ਸਵਾਦ ਛੱਡ ਦਿੱਤਾ, ਪੁਰਾਣਾ ਖਮੀਰ ਛੱਡ ਦਿੱਤਾ, ਉਹਨੂੰ ਦੁਬਾਰਾ ਆਪਣੀ ਜ਼ਿੰਦਗੀ 'ਚ ਨਾ ਲੈ ਕੇ ਆਓ। ਪੁਰਾਣੀਆਂ ਗੱਲਾਂ ਬੀਤ ਗਈਆਂ, ਪੁਰਾਣਾ ਖਮੀਰ ਬੀਤ ਗਿਆ, ਛੱਡ ਦੋ। ਨਵੇਂ ਹੀ ਸ੍ਰਿਸ਼ਟ ਬਣ ਗਿਓ, ਨਵਾਂ ਸੁਭਾਅ ਵੀ ਬਣੋ। ਆ ਇਸ਼ਕ ਜਿਹੜਾ ਉਹਨੇ ਯਿਸੂ ਦੇ ਨਾਲ ਕੀਤਾ। ਹੈ ਇਸ਼ਕ ਇਦਾਂ ਦਾ? ਹੈ ਮੁਹੱਬਤ ਇਦਾਂ ਦੀ? ਹੈ ਪਿਆਰ ਇਦਾਂ ਦਾ ਖੁਦਾ ਦੇ ਨਾਲ? ਉਹ ਤੁਸੀਂ ਤੁਹਾਡੀ ਇਬਾਦਤ ਚੋਂ ਕਤਰਾਉਂਦੇ ਹੋ, ਕਿੰਨਾ ਕੁਛ ਅਸੀਂ ਗਲਤ ਬੋਲ ਜਾਂਦੇ ਆ, ਜਾਣ ਬੁੱਝ ਕੇ ਝੂਠ ਬੋਲ ਜਾਂਦੇ ਆ। ਬਾਅਦ ਸਾਡੇ ਤੇ ਪਛਤਾਵਾ ਹੁੰਦਾ, ਯਾਰ ਮੈਂ ਕਿਉਂ ਝੂਠ ਬੋਲਿਆ? ਮੈਂ ਖੁਦਾ ਦੇ ਕੰਮਾਂ ਲਈ, ਖੁਦਾ ਦੀ ਜ਼ੂਰੀ ਲਈ, ਖੁਦਾ ਦੀ ਇਬਾਦਤ ਲਈ ਮੈਂ ਝੂਠ ਬੋਲਿਆ। ਇਨਸਾਨਾਂ ਨੂੰ ਖੁਸ਼ ਕਰੀ ਜਾਂਦੇ ਆਪਾਂ, ਕਦੇ ਉਹਨੂੰ ਖੁਸ਼ ਕਰ ਲਿਆ, ਕਦੇ ਉਹਨੂੰ ਖੁਸ਼ ਕਰ ਲਿਆ। ਛੱਡੋ ਖੁਸ਼ ਕਰਨਾ, ਤੇ ਕਿਸੇ ਨੇ ਖੁਸ਼ ਨਹੀਂ ਹੋਣਾ। ਖੁਦਾ ਨੂੰ ਖੁਸ਼ ਕਰੋ, ਖੁਦਾ ਦੀ ਰੂਹ ਕਦੂਸ ਨੂੰ ਖੁਸ਼ ਕਰੋ, ਤੁਹਾਡੇ ਤੇ ਨਾਜ਼ਿਲ ਹੋਵੇ ਔਰ ਤੈਨੂੰ ਸਬਰ ਸਿਦਕ ਦੇਵੇ, ਸਹਿਣ ਦੀ ਤੌਫੀਕ ਬਖਸ਼ੇ, ਅੱਗੇ ਖੁਦਾ ਦੀ ਕੰਮਾਂ ਤੇ ਹੋਵੇ। 3 ਵਾਰੀ ਬੈਂਤਾਂ ਦੀ ਮਾਰ ਖਾਦੀ, ਅੱਗੇ 1 ਵਾਰ ਪਥਰਾਓ ਹੋਇਆ। 1 ਵਾਰੀ ਕੀ ਪਏ ਉਹਨੇ? ਕਿਹਦੇ ਲਈ? ਮਸੀਹ ਦੇ ਲਈ ਪੱਥਰ ਖਾਦੇ ਉਹਨੇ, ਕੋੜੇ ਖਾਦੇ, ਬੈਂਤ ਖਾਦੇ, ਹੁਣ ਪੱਥਰ ਵੀ ਖਾ ਰਿਹਾ ਉਹ। ਆ ਦੇਖੋ ਕਹਿੰਦੇ ਜੋ ਕੁਝ ਬੀਜਿਆ ਤੇ ਉਹ ਆ ਜੋ ਕੁਝ ਇਸ ਸਰੀਰ 'ਚ ਬੀਜਦੇ ਆ ਨਾ, ਸਰੀਰ 'ਚ ਵੱਢਣਾ ਹੋ। ਆ ਸਰੀਰ 'ਚ ਮਾਰ ਪੈ ਰਹੀ ਹੈ, ਪਰ ਇਹ ਮਸੀਹ ਦੇ ਲਈ ਹੈ। ਹਾਲੇਲੂਇਆ। ਇਹ ਉਹਦੀ ਮਹਿਮਾ ਦੇ ਲਈ ਹੈ, ਉਹਦੀ ਜ਼ਲਾਲ ਦੇ ਲਈ ਹੈ। ਇਹ ਪ੍ਰਤੀਫਲ ਲੈ ਕੇ ਆਏਗੀ, ਇਹ ਫਲ ਲੈ ਕੇ ਆਏਗੀ। ਹਾਲੇਲੂਇਆ। ਬੋਲੋ ਕੀ ਲੈ ਕੇ ਆਏਗੀ? ਇੱਥੇ ਹੀ ਇਹਦਾ ਨਵੇੜਾ ਹੋ ਰਿਹਾ ਵਾ, ਇਹ ਉੱਪਰ ਨਹੀਂ ਜਾਏਗੀ। ਉੱਪਰ ਦੇਖੋ ਕਿੱਥੇ ਜਾ ਕੇ ਬੈਠਾ ਹੋ। ਹਾਲੇਲੂਇਆ। तो ये अज ਦੀਆਂ ਜਿਹੜੀਆਂ ਪਤਨੀਆਂ ਨੇ ਤੁਹਾਨੂੰ ਪੜਾ ਰਿਹਾ, ਸੁਭਾਅ ਬਦਲਣ ਵਾਲੀਆਂ ਨੇ। ਸੁਭਾਵਾਂ ਨੂੰ ਬਦਲੋ। ਤੁਹਾਡੇ ਕੋਲ ਕਿਹੜਾ ਗਿਫਟ ਹੈ, ਕਿਹੜਾ ਦਰਸ਼ਨ ਨੂੰ ਇਸਤੇਮਾਲ ਕਰੋ। ਭੱਜੋ ਨਾ ਉਹਨਾਂ ਚੀਜ਼ਾਂ ਨੂੰ ਲੈ ਕੇ। ਅੱਗੇ बढ़िए। 3 ਵਾਰ ਬੇੜੇ ਦੇ ਗੜਕਣ ਤੋਂ ਦੁੱਖ ਭੋਗਿਆ। 3 ਵਾਰ ਜਹਾਜ਼ ਐਕਸੀਡੈਂਟ ਹੋਣ ਤੋਂ ਬਚਿਆ। 3 ਵਾਰ। ਕਿੰਨੀ ਵਾਰੀ? 3 ਵਾਰੀ ਜਹਾਜ਼ ਟੁੱਟਣ ਤੋਂ ਬਚਿਆ। ਕਿੰਨੀ ਵਾਰੀ? 3 ਵਾਰੀ ਡੁੱਬਣ ਤੋਂ ਬਚਿਆ। ਇੱਥੋਂ ਤੱਕ ਉਹਦੀ ਅਜਮਾਇਸ਼ ਹੋਈ। ਜਿਸ ਜਹਾਜ਼ ਤੋਂ ਸਵਾਰ ਸੀ ਕਿੰਨੀ ਵਾਰੀ? 3 ਵਾਰੀ ਜਹਾਜ਼ ਡੁੱਬਣ ਤੋਂ ਬਚਿਆ। ਅੱਗੇ 1 ਰਾਤ ਦਿਨ ਸਮੁੰਦਰ ਵਿੱਚ ਕੱਟਿਆ। 1 ਰਾਤ ਤੇ 1 ਦਿਨ ਕਿੱਥੇ ਕੱਟਿਆ? ਸਮੁੰਦਰ ਵਿੱਚ। ਕਿਹਦੇ ਲਈ? ਕਿਹਦੇ ਲਈ? ਮਸੀਹ। ਮਸੀਹ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਦੇਖੋ ਕਿੱਥੇ ਤੱਕ ਜਾਣਾ ਪੈ ਗਿਆ। ਸਮੁੰਦਰ ਦਾ ਪਾਣੀ ਕੀ ਹੁੰਦਾ ਹੈ? ਖਾਰਾ ਹੁੰਦਾ, ਤੁਸੀਂ ਪੀ ਨਹੀਂ ਸਕਦੇ। ਤੇ 24 ਘੰਟੇ ਦਿਨ ਰਾਤ ਰਹਿਣਾ, ਠੰਡਾ ਹੁੰਦਾ, ਬੰਦਾ ਠੰਡ ਨਾਲ ਹੀ ਮਰ ਜਾਂਦਾ ਹੈ। ਜਿੰਨਾ ਕਾਂਬਾ ਚੜਦਾ ਸਮੁੰਦਰ ਦੇ ਵਿੱਚ। ਤੁਸੀਂ ਦੇਖਿਆ ਨਹੀਂ? ਤੁਹਾਡੇ ਦੇਖਿਆ ਕਿਸੇ ਸਮੁੰਦਰ ਓਰੀਜਨਲ ਦੇ ਵਿੱਚ? ਬਹੁਤ ਬੜਾ ਸਮੁੰਦਰ ਹੈ। ਮੈਂ ਜਦੋਂ ਫੜ ਕੇ ਵੇਖਿਆ ਮੈਨੂੰ ਤਾਂ ਕਿਨਾਰਾ ਨਹੀਂ ਨਜ਼ਰ ਆਇਆ। ਮੈਂ ਬਾਹਰਲੇ ਦੇਸ਼ਾਂ 'ਚ ਵੀ ਦੇਖਿਆ, ਮੈਂ ਇੰਡੀਆ 'ਚ ਵੀ ਦੇਖਿਆ ਸਮੁੰਦਰ। ਇੱਕ ਸਮੁੰਦਰ ਨਹੀਂ, ਬੜੇ ਸਮੁੰਦਰ ਨੇ। तो बड़े बड़े जहाज एक मलेशिया जो 1000 कमरा जहाज ਦੇ ਵਿੱਚ 1000 ਕਮਰਾ जहाज एडा बड़ा जहाज।
ਇੱਕ ਸਮੁੰਦਰ ਤੋਂ ਕੱਢ ਕੇ ਦੂਜਾ ਕਿਨਾਰਾ ਨਜ਼ਰ ਹੀ ਨਹੀਂ ਆਉਂਦਾ ਤੇ ਉਹਦੇ ਵਿੱਚ ਰਾਤ ਕੱਟਣੀ ਦਿਨ ਕੱਟਣਾ ਬਹੁਤ ਔਖੀ ਗੱਲ ਹੈ। ਪਿਆਸ ਲੱਗਦੀ ਹੈ, ਠੰਡ ਨਾਲ ਬੰਦਾ ਮਰਦਾ ਹੈ ਤੇ ਉਹਨੂੰ ਉਹਦੇ ਵਿੱਚ ਵੀ ਗੱਡੀ ਕੀ ਦੇ ਲਈ ਇਹਨੂੰ ਕਹਿੰਦੇ ਇਸ਼ਕ, ਇਹਨੂੰ ਕਹਿੰਦੇ ਖੁਦਾ ਦਿਲਣ ਲੱਗੀਆਂ ਹੋਈਆਂ ਅੱਖਾਂ। ਇਹਨੂੰ ਆਪਣੇ ਉਸ ਖੁਦਾ ਨੂੰ ਤੱਕਦੀਆਂ ਨੇ, ਆਪਣੇ ਉਸ ਮਹਿਰਮ ਨੂੰ ਤੱਕਦੀਆਂ ਨੇ ਅੱਖਾਂ ਉਹਦੀਆਂ। ਅੱਗੇ ਬਹੁਤ ਵਾਰ ਪੈਂਡਿਆਂ ਵਿੱਚ, ਬਹੁਤ ਵਾਰ ਰਸਤਿਆਂ ਦੇ ਵਿੱਚ ਤੁਰਦੇ ਦਰਿਆਵਾਂ ਦੀਆਂ ਪੈਂਜਲਾਂ ਵਿੱਚ, ਦਰਿਆਵਾਂ 'ਚ ਫਸ ਗਏ, ਡਾਕੂਆਂ ਦੇ ਪੈਂਜਲਾਂ ਵਿੱਚ, ਡਾਕੂਆਂ ਦੇ ਕੀ ਆ ਗਏ? ਬੋਲੋ ਕੀ ਆ ਗਏ? ਜਿਵੇਂ ਉਹ ਭਾਈ ਨੇ ਗਵਾਹੀ ਦਿੱਤੀ ਮੈਨੂੰ ਪੁਲਿਸ ਵਾਲਿਆਂ ਨੇ ਕੀ ਕਰ ਲਿਆ? ਬਹੁਤ ਵਾਰੀ ਡਾਕੂਆਂ ਦੇ ਹੱਥ ਕੀ ਹੋ ਗਏ? ਬੋਲੋ ਫੜੇ ਗਏ। ਅੱਗੇ ਆਪਣੀ ਕੌਮ ਵੱਲੋਂ ਪੈਂਜਲਾਂ ਵਿੱਚ, ਆਪਣੀ ਕੌਮ ਦੇ ਵੱਲੋਂ ਇਹਨਾਂ ਨੇ ਮੈਨੂੰ ਭਾਜੜਾ ਪਾ ਦਿੱਤੀ, ਆਪਣੀ ਕੌਮ ਦੇ ਵੱਲੋਂ ਵੀ ਦੁਖੀ ਹੋਇਆ ਉਹ। ਪਰਾਈਆਂ ਕੌਮਾਂ ਦੇ ਵੱਲੋਂ ਪੈਂਜਲਾਂ ਵਿੱਚ, ਪਰਾਈਆਂ ਕੌਮਾਂ ਨੇ ਮੈਨੂੰ ਭਾਜੜਾ ਪਾਈਆਂ, ਉਹਦੇ ਵਿੱਚ ਨਗਰ ਦੇ ਪੈਂਜਲਾਂ ਵਿੱਚ, ਮੈਂ ਨਗਰ ਦੇ ਵਿੱਚ ਭੌਂਦਾ ਫਿਰਦਾ ਰਿਹਾ, ਉਜਾੜ ਦੇ ਪੈਂਜਲਾਂ ਵਿੱਚ, ਉਜਾੜ ਦੇ ਵਿੱਚ ਜੰਗਲ ਦੇ ਵਿੱਚ ਫਿਰਦਾ ਰਿਹਾ, ਸਮੁੰਦਰ ਦੇ ਪੈਂਜਲਾਂ ਵਿੱਚ, ਸਮੁੰਦਰ ਦੇ ਵਿੱਚ ਮੈਂ ਗੁੰਮ ਗਿਆ, ਪਜ਼ਲ ਹੋ ਗਿਆ। ਖੋਟੇ ਭਰਾਵਾਂ ਦੇ ਪੈਂਜਲਾਂ ਵਿੱਚ, ਆਹ ਵੇਖ ਲਓ ਨਾਲ ਦੇ ਜਿਹੜੇ ਖੋਟੇ ਭਰਾ ਨੇ ਉਹਨਾਂ ਦੇ ਵਿੱਚ ਵੀ ਫਸ ਗਿਆ। ਅੱਗੇ ਮਿਹਨਤ ਪਹੋਰਿਆਂ ਵਿੱਚ, ਮਿਹਨਤ ਵਿੱਚ ਪਹੌਰਿਆਂ ਦੇ ਵਿੱਚ, ਕਈ ਵਾਰੀ ਉਨੀਂਦਿਆਂ ਵਿੱਚ, ਕਈ ਵਾਰੀ ਨੀਂਦ ਹੀ ਨਹੀਂ ਆਈ, ਉਨੀਂਦਿਆਂ ਦੇ ਵਿੱਚ ਵੀ, ਭੁੱਖ ਅਤੇ ਤ੍ਰੇਹ ਵਿੱਚ, ਭੁੱਖ ਤੇ ਪਿਆਸ ਵਿੱਚ ਵੀ, ਕਈ ਵਾਰੀ ਫਾਕਿਆਂ ਵਿੱਚ, ਕਈ ਵਾਰੀ ਕੁਛ ਵੀ ਨਹੀਂ ਮਿਲਿਆ, ਫਾਕਾ ਰੱਖ ਕੇ ਬਹਿ ਗਏ ਰੋਟੀਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਪਿਆ, ਠੰਡ ਦੇ ਵਿੱਚ ਤੇ ਨੰਗੇ ਰਹਿਣ ਦੇ ਵਿੱਚ, ਅਤੇ ਹੋਰ ਗੱਲਾਂ ਤੋਂ ਬਾਅਦ ਸਾਰੀ ਕਲੀਸਿਆ ਦੀ ਚਿੰਤਾ ਮੈਨੂੰ ਰੋਜ਼ ਆਨੰਦ ਪਾਉਂਦੀ ਹੈ। ਹਾਲੇਲੂਇਆ। ਇੰਨੀਆਂ ਗੱਲਾਂ ਦੇ ਵਿੱਚ ਕਿਸੇ ਚੀਜ਼ ਦਾ ਇਨਕਾਰ ਵੇਖਦੇ ਅਸੀਂ ਉਹਦਾ ਕੋਈ ਹੈ ਇਨਕਾਰ? ਸਾਨੂੰ ਮੜ ਜੀ ਰੋਟੀ ਲੇਟ ਹੋਈ ਸੀ ਘਰ 'ਚ ਪੰਗਾ ਪਾ ਲੈਂਦੇ ਆ, ਰੋਟੀ ਦੇ ਪਿੱਛੇ ਲੜਾਈ, ਰੋਟੀ ਪਿੱਛੇ ਭੱਜਦੇ ਆ, ਐਤਵਾਰ ਛੱਡ ਕੇ ਪਹਿਲਾਂ ਦਿਹਾੜੀ ਲਾ ਲਈ ਅਸੀਂ, ਮੇਰੇ ਮਾਲਕ ਨੇ ਮੇਰੇ ਬਾਊ ਨੇ ਮੈਨੂੰ ਬੁਲਾ ਲਿਆ। ਉਹ ਇੱਥੇ ਰੋਟੀ ਛੱਡ ਕੇ ਬੈਠੇ ਨੇ ਖੁਦਾ ਦੇ ਕਲਾਮ ਦੇ ਲਈ, ਜਿਨ੍ਹਾਂ ਨੂੰ ਇਸ਼ਕ ਹੋ ਜਾਂਦਾ, ਜਿਨ੍ਹਾਂ ਨੂੰ ਖੁਦਾ ਨਾਲ ਲੱਗਣ ਲੱਗ ਜਾਂਦੀ ਆ, ਪਿਆਰ ਹੁੰਦਾ, ਉਹ ਦਿਹਾੜੀ ਨਹੀਂ ਵੇਖਦਾ ਪਰ ਦਿਹਾੜੀ ਛੱਡ ਕੇ ਖੁਦਾ ਦੀ ਇੱਜ਼ਤ ਕਰਦਾ ਆ। ਹਾਲੇਲੂਇਆ। ਤਾਂ ਕਿ ਇੱਕ ਦਿਨ ਦਾ ਪ੍ਰਤੀਫਲ ਮੇਰਾ ਪਰਮੇਸ਼ਰ ਮੈਨੂੰ ਦੇਵੇ। ਅੱਜ ਦਾ ਵਚਨ ਪੜਿਆ ਕਿਸੇ ਨੇ ਕੈਲੰਡਰ 'ਚ? ਕੀ ਲਿਖਿਆ ਹੈ? ਪੜੋ। ਅੱਜ ਦਾ ਵਚਨ ਕੀ ਹੈ ਕੈਲੰਡਰ 'ਚ? ਤੁਹਾਡੇ ਘਰਾਂ 'ਚ ਲੱਗੇ ਹੋਏ ਨੇ। ਇੱਕ ਦਿਨ ਤੇਰੇ ਘਰ ਰਹਿਣਾ 1000 ਦਿਨ। ਹਾਂ, ਇੱਕ ਦਿਨ ਤੇਰੇ ਘਰ 'ਚ ਰਹਿਣਾ 1000 ਦਿਨ ਚੰਗੇ ਹੁੰਦੇ ਨੇ। ਜ਼ਬੂਰ 'ਚ 84 ਦੀ 10 ਵਿੱਚ ਲਿਖਿਆ ਹੈ, ਇੱਕ ਦਿਨ ਆ ਜਾਇਆ ਕਰੋ ਐਤਵਾਰ ਨੂੰ ਤਾਂ 100,000 ਦਿਨ ਚੰਗੇ ਹੁੰਦੇ ਨੇ। ਹਾਲੇਲੂਇਆ। ਐਨੀ ਮਾਰ ਖਾਦੀ ਹੈ ਭਾਈ ਅੰਦਰ ਇਹਨਾਂ ਜਿਗਰਾਂ, ਤੁਸੀਂ ਆਪਸ ਵਿੱਚ ਲੜੀ ਜਾਂਦੇ, ਆਪਸ ਵਿੱਚ ਇੱਕ ਦੂਜੇ ਨੂੰ ਸੁੱਟਣ 'ਚ ਲੱਗੇ ਹੋਏ ਹੋ। ਆਹ ਦੇਖੋ ਮਸੀਹ ਦੇ ਲਈ ਆਪਣੀ ਦੇਹ ਵੀ ਦੇਤੀ, ਆਤਮਾ ਵੀ ਦਿੱਤਾ, ਜੋ ਮਰਜ਼ੀ ਕਰੀ ਆ, ਮੈਨੂੰ ਕੋਈ ਪਰਵਾਹ ਨਹੀਂ, ਪਰ ਮੇਰੀ ਅੱਖਾਂ ਉਹਦੇ ਨਾਲ ਲੜੀਆਂ ਨੇ, ਮੇਰਾ ਇਸ਼ਕ ਉਹਦੇ ਨਾਲ ਚੱਲਦਾ ਖੁਦਾ ਨਾਲ। ਹਾਲੇਲੂਇਆ। ਮੇਰੀ ਮੁਹੱਬਤ ਉਹਦੇ ਨਾਲ ਹੈ ਇਦਾਂ ਦੀ ਲਗਨ। ਇੱਕ ਬੰਦੇ ਨੂੰ ਜਿਹੜਾ ਗੰਦਗੀ ਵਿੱਚ ਸੀ, ਉਹਦਾ ਦਾ ਸੁਭਾਅ ਦੇਖੋ, ਫੜ ਕੇ ਯਿਸੂ ਮਸੀਹ ਨੇ ਕਿੱਦਾਂ ਕਾਮਿਲ ਕਰਕੇ ਆਪਣੀ ਜ਼ਿੰਦਗੀ 'ਚ ਲਿਆ ਕੇ ਦੇਖੋ ਆਪਣੇ ਕੰਮਾਂ ਲਈ ਇਸਤੇਮਾਲ ਕਰ ਰਿਹਾ। ਪਹਿਲਾਂ ਮਾਰਦਾ ਸੀ, ਹੁਣ ਮਾਰ ਖਾਂਦਾ ਹੈ। ਬੋਲੋ ਹੈ ਨਾ ਸੁਭਾਅ? ਇਹਨੂੰ ਕਹਿੰਦੇ ਜੀਵਨ 'ਚ ਬਦਲਾਅ ਆਣਾ। ਅੱਗੇ बढ़िए। ਕੌਣ ਨਿਰਬਲ ਹੈ? ਹਾਂ ਜੋ ਮੈਂ ਨਿਰਬਲ ਨਹੀਂ ਹਾਂ। ਹਾਂ, ਤੁਸੀਂ ਹੁਣ ਇਦਾਂ ਕਰੋ, ਇੱਕ ਆਇਤ ਹੋਰ ਆ ਜਾਓ, ਫਿਰ ਆਪਾਂ ਦੁਆ ਕਰਾਂਗੇ। 13 ਦੀ ਆਇਤ। ਹਾਂਜੀ 13 ਦੀ ਆਇਤ ਪਹਿਲੀ ਆਇਤ ਤੋਂ ਬਾਅਦ। ਇਹ ਤੀਜੀ ਵਾਰ ਮੈਂ ਤੁਹਾਡੇ ਕੋਲ ਆਉਣ ਲੱਗਾ ਹਾਂ। रसूल के कर्तव्य 13 की आए पहली है, सॉरी प्रेरितों के काम 13 की है। समझ आ रही कि नहीं? कोई तो हंगारा दे दे करो। समझ आ रही भाइयों जो आई कि नहीं? की आई? समझ आई कि नहीं? ठीक है चलो। हाँ ਅੰਤਾਕਿਆ ਦੀ ਕਲੀਸਿਆ ਵਿੱਚ, ਅੰਤਾਕਿਆ ਦੀ ਕਲੀਸਿਆ ਦੇ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ। ਕਈ ਨਬੀ ਕੀ ਸੀਗੇ? ਉਪਦੇਸ਼ਕ। ਪਹਿਲੀ ਕਲੀਸਿਆ ਕਿਹੜੀ ਸੀਗੀ? ਅੰਤਾਕਿਆ ਦੀ। ਮਸੀਹੀ ਕਲੀਸਿਆ ਪਹਿਲੀ ਕਿੱਥੇ ਕਹਾਈ ਗਈ? ਉਹ ਬੋਲੋ। ਤੁਹਾਨੂੰ ਕੋਈ ਪੁੱਛ ਲੇ, ਪਿੰਕੀ ਭੈਣ ਤੁਹਾਨੂੰ ਕੋਈ ਪੁੱਛੇ, ਤੁਸੀਂ ਕੀ ਕਹੋਗੇ ਕਿ ਪਹਿਲੀ ਮਸੀਹੀ ਕਲੀਸਿਆ ਕਿੱਥੇ ਸੀਗੀ? ਬੋਲੋ ਕਿੱਥੇ ਸੀ? ਉਹਦਾ ਸਵਾਲ ਦਾ ਜਵਾਬ ਕੀ ਆ? ਪਹਿਲੀ ਮਸੀਹੀ ਕਲੀਸਿਆ ਕਿੱਥੇ ਤਿਆਰ ਹੋਈ? ਕਿੱਦਾਂ ਤਿਆਰ ਹੋਈ? ਕੀ ਸੀ ਉਹਦੇ ਵਿੱਚ? ਪੜ੍ਹ ਦੁਆਰਾ। ਅੰਤਾਕਿਆ ਦੀ ਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਕਈ ਨਬੀ ਸੀਗੇ, ਕਈ ਉਪਦੇਸ਼ਕ ਸੀਗੇ, ਅਰਥਾਤ ਬਰਨਾਬਾਸ, ਨਾਂ ਲਿਖੇ ਉਹਨੇ ਬਰਨਾਬਾਸ, ਔਰ ਸ਼ਿਮዖਨ ਜੋ ਨਿਕਟ ਹੁੰਦਾ ਹੈ, ਅੱਗੇ ਔਰ ਲੂਇਸ ਕੁਰੇਨ ਦਾ ਇੱਕ ਮਨੁੱਖ, ਹਾਂਜੀ, ਅਤੇ ਮਨੇਨ ਜਿਹੜਾ ਰਾਜਾ ਹੈਰੋਦੇਸ ਦੇ ਨਾਲ ਪੱਲਿਆ ਸੀ, ਹਾਂ, ਅਤੇ ਸੌਲਸ ਵੀ ਉਸ ਪਹਿਲੀ ਕਲੀਸਿਆ ਦੇ ਵਿੱਚ ਸੀਗਾ। ਕਈ ਨਬੀ, ਕਈ ਉਪਦੇਸ਼ਕ, ਬਹੁਤ ਸਾਰੇ ਲੋਕ ਸੀਗੇ ਬੜੇ ਬੜੇ ਉਹਦੇ ਵਿੱਚ। ਸੌਲਸ ਵੀ ਉਹਦੇ ਵਿੱਚੋਂ ਸੀਗਾ। ਅੱਗੇ ਚਾਹੇ ਪ੍ਰਭੂ ਦੀ ਉਪਾਸਨਾ ਕਰਦੇ। ਹੁਣ ਮੈਨੂੰ ਇਹ ਦੱਸੋ, ਪੌਲਸ ਇਸ ਟਾਈਮ ਕਿੱਥੇ ਹੈ?
ਕਿਹਦੀ ਸੰਗਤ ਵਿੱਚ ਬੈਠਾ ਹੈ? ਰਸੂਲਾਂ ਨਬੀਆਂ ਦੀ ਸੰਗਤ ਵਿੱਚ ਬੈਠਾ ਹੈ। ਕੀ ਤੁਹਾਨੂੰ ਨਬੀਆਂ ਰਸੂਲਾਂ ਦੀ ਸੰਗਤ 'ਚ ਬੈਠਣਾ ਯੋਗ ਹੈ ਕਿ ਨਹੀਂ? योग ਬੋਲੋ ਉਹ ਬੋਲੋ। योग है ਕਿੱਥੇ ਸਿੱਖ ਰਿਹਾ ਬੈਠ ਕੇ ਉਹ? ਉਪਦੇਸ਼ਕਾਂ ਦੇ ਕੋਲੇ, ਨਬੀਆਂ ਦੇ ਕੋਲੇ, ਰਸੂਲਾਂ ਦੇ ਕੋਲੇ ਬੈਠ ਕੇ ਸਿੱਖਦਾ ਪਿਆ ਉਹ। ਬੜੇ ਉਸਤਾਦ, ਬੜੇ ਨਬੀ ਸੀ, ਸੌਲੂਸ ਵੀ ਉੱਥੇ ਸੀਗਾ, ਕਲਾਮ 'ਚ ਲਿਖਿਆ, ਉਹ ਬੈਠ ਕੇ ਸਿੱਖਦਾ ਪਿਆ ਸੀਗਾ। ਅੱਗੇ ਇਹ ਪ੍ਰਭੂ ਦੀ ਉਪਾਸਨਾ ਕਰਦੇ ਨੇ। ਇਹ ਲੋਕ ਕੀ ਕਰਦੇ ਸੀ? ਪ੍ਰਭੂ ਦੀ ਉਪਾਸਨਾ ਜਦੋਂ ਅਸੀਂ ਇਕੱਠੇ ਹੁੰਦੇ ਆ ਕੀ ਕਰਦੇ ਆ? ਉਪਾਸਨਾ ਕਰਦੇ। ਸੱਚੀ ਦੱਸਿਓ, ਸੱਚੀ ਉਪਾਸਨਾ ਕਰਦੇ ਆ? ਸੱਚੀ ਵਾਕਈ ਸਾਡੀ ਉਪਾਸਨਾ ਹੁੰਦੀ ਹੈ? ਕੋਈ ਦੱਸੋ ਮੇਰੇ ਭੈਣ ਭਰਾ ਕੀ ਹੁੰਦਾ? ਨਹੀਂ ਨਹੀਂ, ਮੈਂ 2 ਮਿੰਟ ਆਪਣੀ ਤੁਹਾਨੂੰ ਮਿਸਾਲ ਦੱਸਦਾ। ਮੰਨ ਲਓ ਮੈਂ ਜਵਾਨ ਆ, ਮੈਂ ਕੀ ਆ? ਮੰਨ ਲਓ ਕਿ ਤੁਸੀਂ ਮੰਨਣਾ ਨਹੀਂ ਕਦੇ, ਮੈਂ ਬਹੁਤ ਸੋਹਣਾ, ਮੈਂ ਬਹੁਤ ਜਵਾਨ ਆ, ਆਹ ਕੁੜੀ ਵੀ ਬਹੁਤ ਸੋਹਣੀ ਜਵਾਨ ਆ, ਮੈਂ ਕੋਲੇ ਜਾਊਂਗਾ, ਆਪਣੀ ਆਈਡੀ ਤਾਂ ਦੇ ਮੈਨੂੰ। ਕਿਹੜੀ? ਇੰਸਟਾਗ੍ਰਾਮ ਦੀ। ਤਾਂ ਕੀ ਹੋ ਗਿਆ? ਵਾਸਨਾ ਹੋ ਗਿਆ। ਉਪਾਸਨਾ ਨਹੀਂ ਹੋਇਆ, ਵਾਸਨਾ ਹੋ ਗਈ, ਕਿਉਂਕਿ ਅਸੀਂ ਇਕੱਠੇ ਹੋਏ। ਮੇਰੀ ਗੱਲ ਸਮਝੇ ਕਿ ਮੈਂ ਸਮਝਾਉਣਾ ਚਾਹਨਾ? ਜਦੋਂ ਇਕੱਠੇ ਹੁੰਦੇ ਸੀ ਇਹ ਲੋਕ ਕੀ ਕਰਦੇ ਸੀਗੇ? ਇਹ ਲਿਖਿਆ ਕਿ ਪ੍ਰਭੂ ਦੀ ਉਪਾਸਨਾ ਕਰਦੇ। ਕਿਹੜੇ ਲੋਕ? ਜਿਹੜੇ ਖੁਦਾ ਦੇ ਲੋਕ ਹੁੰਦੇ ਨੇ, ਜਦੋਂ ਆਪਸ ਵਿੱਚ ਬੈਠਦੇ ਨੇ ਉਹ ਉਪਾਸਨਾ ਕਰਦੇ ਨੇ, ਇਬਾਦਤ ਕਰਦੇ ਨੇ। ਮਾਫ ਕਰਨਾ ਤੁਸੀਂ, ਮੈਂ ਇਹਦੇ ਵਰਕਲਾਪ ਨੂੰ, ਤੁਸੀਂ ਮੈਨੂੰ ਅੱਖਾਂ ਨਾ ਕੱਢੋ, ਮੈਂ ਤੁਸੀਂ ਜੋ ਮਰਜ਼ੀ ਕਰੀਏ ਉਹਦਾ ਫਲ ਤੁਸੀਂ ਦੇਣਾ, ਮੈਂ ਨਹੀਂ ਦੇਣਾ। ਸਮਝ ਗਏ ਕਿ ਨਹੀਂ? ਮੇਰਾ ਸਮਝਾਉਣਾ ਫਰਜ਼ ਹੈ, ਕਿਉਂਕਿ ਮੈਂ ਚੀਜ਼ ਤੋਂ ਬਰੀ ਹੋਵਾਂਗਾ। ਜਦੋਂ ਅਸੀਂ ਸਾਰੇ ਕੀ ਹੋਈਏ? ਜਦੋਂ ਸਾਰੇ ਕੀ ਹੋਈਏ? ਕਿਹੜੀ ਗੱਲ ਕਰਨੀ ਚਾਹੀਦੀ ਹੈ? ਬੋਲੋ। ਖੁਦਾ ਦੇ ਕੰਮਾਂ ਨੂੰ ਕਿਵੇਂ ਵਧਾਇਆ ਜਾਏ, ਖੁਦਾ ਦੇ ਕੰਮ ਕਿਵੇਂ ਕੀਤੇ ਜਾਣ। ਤੇ ਜਿੱਥੇ ਛੇੜੀ ਚੁਗਲੀਆਂ ਪੈਣ, ਜਿੱਥੇ ਛੇੜੀ ਤੇਰੀ ਮੇਰੀ ਗੱਲ ਪਵੇ, ਜਿੱਥੇ ਛੇੜੀ ਹੋਰ ਤੇਰੀਆਂ ਗੱਲਾਂ ਪੈਣ, ਕਮੀਆਂ ਫੜਨ ਵਾਲੀਆਂ, ਕਮੀਆਂ ਛੱਡਣ ਵਾਲੀਆਂ, ਇਦਾਂ ਨਹੀਂ ਕਰਨਾ ਚਾਹੀਦਾ, ਇਦਾਂ ਨਹੀਂ ਹੋਣਾ ਚਾਹੀਦਾ, ਫਲਾਣਾ ਚਰਚ ਜਿੱਦਾਂ ਨਹੀਂ ਚਾਹੀਦਾ, ਕੀ ਇਹ ਉਪਾਸਨਾ ਕਰਨ ਵਾਲੇ ਲੋਕ ਨੇ? ਬੋਲੀਏ। ਬਾਈਬਲ ਦੱਸਦੀ ਹੈ ਜਿਹੜੇ ਲੋਕ ਉਪਾਸਨਾ ਕਰਦੇ ਨੇ, ਉਪਾਸਨਾ ਦੀ ਮੰਡਲੀ 'ਚ ਸ਼ਾਮਿਲ ਹੁੰਦੇ ਨੇ, ਖੁਦਾ ਨਾਲ ਤੋਂ ਕਿਵੇਂ ਕੰਮ ਲੈਂਦਾ ਹੈ, ਕਿਵੇਂ ਨਾਂ ਲੈ ਕੇ ਬੁਲਾਉਂਦਾ। ਦੇਖੋ ਜਰਾ, ਬੜੇ ਨਬੀ, ਬੜੇ ਉਸਤਾਦ, ਬੜੇ ਰਸੂਲ ਉਸ ਸੰਗਤ ਵਿੱਚ, ਅੰਤਾਕਿਆ ਦੀ ਕਲੀਸਿਆ ਵਿੱਚ ਸੀਗੇ। ਸੌਲਸ ਵੀ ਸੀਗਾ, ਪਰ ਉਹ ਕੀ ਕਰਦੇ ਹੁੰਦੇ ਸੀ? ਪ੍ਰਭੂ ਦੀ ਉਪਾਸਨਾ, ਪ੍ਰਭੂ ਦੀ ਉਪਾਸਨਾ ਅਤੇ ਵਰਤ ਰੱਖਦੇ ਸਨ। ਆ ਦੇਖੋ, ਉਪਾਸਨਾ ਦੇ ਨਾਲ ਵਰਤ ਵੀ ਰੱਖਦੇ ਸੀਗੇ। ਅਤੇ ਤਾਂ ਪਵਿੱਤਰ ਆਤਮਾ ਨੇ ਕਿਹਾ, ਹਾਲੇਲੂਇਆ, ਜਿੱਥੇ ਉਪਾਸਨਾ ਹੈ, ਰੋਜ਼ਾ ਹੈ, ਉੱਥੇ ਪਵਿੱਤਰ ਆਤਮਾ ਵੀ ਹੈ। ਹਾਲੇਲੂਇਆ। ਪਵਿੱਤਰ ਆਤਮਾ ਨਹੀਂ ਹੈ, ਪਵਿੱਤਰ ਆਤਮਾ ਦੀ ਅਗਵਾਈ ਵੀ ਹੈ। ਸੁਣ ਲਿਆ ਕਿ ਨਹੀਂ? ਜਿੱਥੇ ਕੀ ਹੈ? ਉਪਾਸਨਾ। ਜਿੱਥੇ ਕੀ ਹੈ? ਜਿੱਥੇ ਇਬਾਦਤ ਹੁੰਦੀ ਹੈ, ਜਿੱਥੇ ਉਪਾਸਨਾ ਹੁੰਦੀ ਹੈ, ਜਿੱਥੇ ਵਰਤ ਰੱਖਿਆ ਜਾਂਦਾ ਹੈ, ਉੱਥੇ ਹੀ ਪਵਿੱਤਰ ਆਤਮਾ ਹੈ ਤੇ ਪਵਿੱਤਰ ਆਤਮਾ ਦੀ ਅਗਵਾਈ ਵੀ ਹੈ। ਹਾਂਜੀ ਪੜ੍ਹੀਏ। ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਬਾਸ, ਕਿਹਦੇ ਲਈ? ਮੇਰੇ ਲਈ, ਕਿਹਦੇ ਲਈ? ਮੇਰੇ ਲਈ। ਕਦੇ ਖੁਦਾ ਨੇ ਕਿਹਾ ਤੂੰ ਮੇਰੇ ਲਈ ਆ, ਮੇਰੀ ਬੇਟੀ ਤੂੰ ਮੇਰੇ ਲਈ ਆ, ਮੇਰੇ ਬੇਟੇ ਤੂੰ ਮੇਰੇ ਲਈ। ਮੇਰੇ ਲਈ ਆ। ਕਿਹਨੇ ਕਿਹਾ? ਪਵਿੱਤਰ ਆਤਮਾ ਨੇ ਖੁਦ ਇਸ ਚੀਜ਼ ਨੂੰ ਤੁਹਾਨੂੰ ਮੰਗਿਆ ਹੈ ਕਿ ਮੇਰੀ ਬੇਟੀ ਦੁਆ ਕਰਨ ਵਾਲੀ ਹੈ, ਇਹ ਮੇਰਾ ਬੇਟਾ ਪ੍ਰਾਰਥਨਾ ਕਰਨ ਵਾਲਾ ਹੈ ਮੇਰੇ ਲਈ। ਇਹਨਾਂ ਸਾਰਿਆਂ ਨੂੰ ਉਹ ਸਾਰੇ ਖੜੇ ਹੋ ਕੇ ਬੇਟਾ ਨੂੰ ਨੀਂਦ ਆਈ, ਖੜੇ ਹੋ ਜਾਓ। ਸਾਰੇ ਬੜੇ ਦੇਖੋ, ਖੁਦਾ ਦੀ ਪਵਿੱਤਰ ਆਤਮਾ ਗੱਲ ਕਰ ਰਹੀ ਹੈ। ਮੈਂ ਦੇਖਾ ਤੁਹਾਡੀ ਗੱਲ ਕਈ ਮਿੰਟ ਦੇਖਾ ਹੀ ਬੰਦ ਹੋ ਰਹੀਆਂ ਨੇ। ਸਾਰੇ ਖੜੇ ਹੋ ਜਾਓ, ਸਾਰੇ ਖੜੇ ਹੋ ਜਾਓ ਭਾਜੀ, ਮੈਂ ਤਾਂ ਫੋਨ ਤੇ ਗੱਲ ਕਰਾਵਾਂ। ਬਣੇ ਰਹੋ ਤੇ ਹੱਸਣ ਦੀ ਲੋੜ ਨਹੀਂ, ਬਣੇ ਰਹੋ। ਕੋਈ ਪ੍ਰਾਪਤ ਕਰ ਹੱਸਣ ਦੇ ਵਿੱਚ ਨਹੀਂ ਹੁੰਦਾ, ਸੰਤ ਸਾਨੂੰ ਸਿਖਾਇਆ ਵਾ। ਮੇਰੀ ਇੱਕ ਗੱਲ ਸੁਣੋ ਧਿਆਨ ਦੇ ਨਾਲ, ਚਾਹੇ ਕੋਈ ਨਹੀਂ, ਹੱਥ ਜੋੜ ਕੇ ਨਹੀਂ ਕਿ ਸੋਣ ਵਾਲਾ ਕੰਮ ਘਰੇ ਰੱਖਿਆ ਕਰੋ, ਇੱਥੇ ਸੋਣ ਵਾਲਾ ਕੰਮ ਨਾ ਕਰਿਆ ਕਰੋ। ਤੁਹਾਡੀ ਘੱਟ ਦੁਆ ਦੀ ਕਦੀ ਇੱਥੇ ਨਜ਼ਰ ਆਉਂਦੀ ਹੈ, ਤੁਸੀਂ ਦੁਆ ਨਹੀਂ ਕਰਦੇ, ਇੱਥੇ ਆ ਕੇ ਤੁਹਾਨੂੰ ਨੀਂਦ ਬੜੀ ਛੇਤੀ ਆਉਂਦੀ ਹੈ। ਬਹਿ ਜਾਓ। ਜਦੋਂ ਖੁਦਾ ਦਾ ਪਵਿੱਤਰ ਆਤਮਾ ਗੱਲ ਕਰਦਾ ਦੰਦ ਨਹੀਂ ਕੱਢੀ ਹੁੰਦੀ, ਸਿੱਖੀ ਦਾ ਹੁੰਦਾ। ਉਸੇ ਵਕਤ ਕਹੋ ਜੀ ਮੈਂ ਹਾਜ਼ਰ ਹਾਂ, ਖੜੇ ਹੋ ਤਾਂ ਖੜੇ ਹੋ ਗਏ ਜੀ। ਦੇਖੋ ਨਾ ਕਿ ਮੈਂ ਹੁਣ ਬੈਠੀ, ਮੈਂ ਕੋਠ ਨਹੀਂ ਹੁੰਦਾ। ਜਦੋਂ ਪਵਿੱਤਰ ਆਤਮਾ ਗੱਲ ਕਰਦਾ ਹੋਵੇ ਨਾ ਤਾਂ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ। ਪੜ੍ਹੀਏ ਅੱਗੇ। ਤਾਂ ਪਵਿੱਤਰ ਆਤਮਾ ਨੇ ਕਿਹਾ, ਤਾਂ ਪਵਿੱਤਰ ਆਤਮਾ ਨੇ ਕਿਹਾ ਮੇਰੇ ਲਈ ਬਰਨਬਾਸ ਅਤੇ ਸੌਲਸ ਸੌਲਸ ਨੂੰ ਉਸਦੇ ਕੰਮ ਲਈ ਵੱਖਰਾ ਕਰੋ। ਹਾਲੇਲੂਇਆ। ਹਾਲੇਲੂਇਆ। ਕਿਹਦਾ ਚੁਣਾਵ ਹੋਇਆ? ਜਿਸ ਬੰਦੇ ਨੇ ਇਹਨੇ ਦੁਨੀਆਦਾਰੀ 'ਚ ਆਤੰਕ ਮਚਾਇਆ ਸੀ, ਮਸੀਹ ਵਿੱਚ ਆ ਗਿਆ। ਪਵਿੱਤਰ ਆਤਮਾ ਨੇ ਕਹਿੰਦਾ ਮੇਰੇ ਲਈ ਹੈ, ਇਹ ਮੇਰੇ ਲਈ ਹੈ, ਮੇਰੇ ਕੰਮਾਂ ਲਈ ਲੱਗ ਕਰੋ ਇਹਨਾਂ ਨੂੰ। ਹਾਲੇਲੂਇਆ। ਤੁਸੀਂ ਅਲੱਗ ਕੀਤੇ ਹੋਏ ਲੋਕਾਂ ਦੀ ਮੰਡਲੀ ਦੇ ਵਿੱਚ ਆਓ, ਨਾ ਕਿ ਵਾਸਨਾ ਵਾਲੀ ਨਹੀਂ ਬਲਕਿ ਉਪਾਸਨਾ ਵਾਲੀ ਮੰਡਲੀ ਦੇ ਵਿੱਚ ਆਓ। ਦੁਆਰਾ ਪੜੋ ਸਾਹਿਬ, ਇਹਦੀ ਦੁਆ ਹੈ, ਦੁਆਰਾ ਪੜੋ। ਤਾਂ ਪਵਿੱਤਰ ਆਤਮਾ ਨੇ ਕਿਹਾ, ਤਾਂ ਆਪਾਂ ਨਹੀਂ ਉਪਾਸਨਾ ਕਰਦੇ ਜੀ, ਦੁਆ ਹੀ। ਇਹ ਪ੍ਰਭੂ ਦੀ ਉਪਾਸਨਾ
करते ਇਹ ਲੋਕ ਜਿਹੜੇ ਸੀ ਇਬਾਦਤ ਕਰਨ ਵਾਲੇ ਸੀ। ਉਰਦੂ ਜ਼ਬਾਨ ਚ ਪੜ੍ਹੀਏ ਫਟਾਫਟ ਜਰਾ। ਉਰਦੂ ਜ਼ਬਾਨ ਬੜੀ ਅੱਛੀ ਗੱਲ ਲਿਖੀ ਹੋਈ ਹੈ ਉਰਦੂ ਜ਼ਬਾਨ ਦੇ ਵਿੱਚ। ਪ੍ਰੇਰਿਤ ਦੇ ਕੰਮ 13 ਦੀ 2। तेरह की दो। जब वो खुदावंद की इबादत कर रहे थे जब वो खुदावंद की इबादत करते थे और रोजे रख रहे थे और रोजे रख रहे थे। तो रूहे और कदों ਤੁਸੀਂ से ਮੈਨੂੰ ਇਹ ਦੱਸੋ ਕਿ ਤੁਸੀਂ ਇਬਾਦਤ ਕਰਦੇ ਹੋ, ਰੋਜੇ ਰੱਖਦੇ ਹੋ? ਆਹ ਦੇਖੋ ਜਿਹੜੇ ਇਬਾਦਤ ਕਰਦੇ ਨੇ, ਜਿਹੜੇ ਰੋਜੇ ਰੱਖਦੇ ਨੇ, ਮੈਂ ਤੁਹਾਨੂੰ ਦੱਸਣਾ ਚਾਹਨਾ ਆ, ਤੁਸੀਂ ਭੁਲੇਖੇ 'ਚ ਨਾ ਰਹਿ ਜਾਓ ਕਿ ਅਸੀਂ ਰੋਜੇ 'ਚ ਨਹੀਂ ਆ ਸਕਦੇ। ਆਹ ਦੇਖੋ ਕੀ ਹਾਲ ਉਹਨਾਂ ਦਾ, ਆਹ ਦੇਖੋ ਕਿਵੇਂ ਖੁਦਾ ਨੂੰ ਇਸਤੇਮਾਲ ਕਰ ਰਿਹਾ। ਆਪਣੇ ਨਾਲ ਉਹਨਾਂ ਜਰਾ ਤੁਲਨਾ ਕਰਕੇ ਵੇਖ ਲਿਓ। ਉਹ ਪੜੋ ਦੁਬਾਰਾ ਤੋਂ। जब वो खुदावंद की इबादत कर रहे ਇਹ ਲੋਕ ਖੁਦਾ ਦੇ ਨੇ, ਖੁਦਾ की इबादत कर रहे थे और रोजे रख रहे थे और रोजे रख रहे थे। तो रूहे और कदोस ने कहा और रूहे और कदूस ने कहा मेरे लिए बरनबास मेरे लिए बरनबास और शाऊल को और शाऊल को उस काम वास्ते उस काम के लिए मखसूस कर दो। मस्सा कर दे, अलग कर दे। हालेलुया। हालेलुया। मस्सा करना मतलब की है, अलग करना मतलब की है, अलग करना। मस्से ਦਾ ਮਤਲਬ ਹੈ ਅਲੱਗ ਕਰਨਾ। ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਮੈਨੂੰ ਪਾਟਰੀ ਜੀ ਨੇ ਮੱਸਾ ਕੀਤਾ, ਮੱਸੇ ਦਾ ਮਤਲਬ ਦੱਸ ਕੀ ਹੈ? ਸਵਾਲ ਪਾਉ, ਮੱਸੇ ਦਾ ਮਤਲਬ ਕੀ ਹੈ? ਅਲੱਗ ਕਰਨਾ, ਦੁਨੀਆਦਾਰੀ ਤੋਂ ਪ੍ਰਭੂ ਦੇ ਕੰਮਾਂ ਦੇ ਲਈ ਅਲੱਗ ਕਰਨਾ ਤੁਹਾਨੂੰ। ਹਾਲੇਲੂਇਆ। ਇਹਨੂੰ ਮੱਸੇ ਦਾ ਮਤਲਬ ਕਹਿੰਦੇ ਨੇ। ਅਜੇ ਤੁਸੀਂ ਮੱਸੇ ਦਾ ਮਤਲਬ ਨਹੀਂ ਸਮਝਿਆ ਹੈਗਾ। ਮੱਸੇ ਦਾ ਮਤਲਬ ਹੈ ਅਲੱਗ ਕਰਨਾ ਔਰ ਪ੍ਰਭੂ ਦੇ ਕੰਮਾਂ ਦੇ ਲਈ ਅਲੱਗ ਕਰਨਾ ਤੁਹਾਨੂੰ। ਹਾਲੇਲੂਇਆ। ਦੁਬਾਰਾ ਪੜ੍ਹੀਏ ਇਸ ਨੂੰ। ਹਾਂਜੀ। जब वो खुदावंद की इबादत कर रहे हाँ। और रोजे रख रहे थे हाँ। तो रूहे और कदोस ने कहा हाँ। मेरे लिए बरनबास और शाऊल को हाँ। उस काम के वास्ते मखसूस कर दो महसूस कर दो, अलग कर दो, जिसके वास्ते मैंने उनको बुलाया है। हालेलुया। हालेलुया। जब तक अलग नहीं होंगे तब तक खुदा अपना भेद ਤੁਹਾਡੇ ਤੇ ਪ੍ਰਗਟ नहीं करेगा। मैं तेरे को केड़ा काम लेना, ਇਹਦਾ ਇਹ ਮਤਲਬ है। जिस काम के लिए मैंने उनको बुलाया है पहला ਨੂੰ अलग कर, फिर मैं काम ਦੱਸਾਂਗਾ। ਇਹੀ ਛੋਟੀ ਜਿਹੀ ਅੱਜ ਫਿਰ ਦੁਬਾਰਾ ਪੜ ਪਿੱਛੇ ਚੱਲਦੇ ਹਾਂ ਜਿੱਦੋਂ ਪੜਨ ਸੀ ਛੱਡਿਆ ਮੈਂ। मेरे लिए बरनबास और शाऊल को मेरे लिए बरनबास और शाऊल को उस काम वास्ते मखसूस कर दो उस ਕੰਮ ਦੇ ਲਈ ਅਲੱਗ ਕਰ ਦੋ जिसके वास्ते मैंने उनको बुलाया है। ਜਿਹਦੇ ਲਈ ਮੈਂ ਤੁਹਾਨੂੰ ਕੀ ਕੀਤਾ ਹੈ? ਉਹਨੇ ਬੁਲਾਇਆ ਤੁਹਾਨੂੰ ਕੀ ਕਰਨ ਵਾਸਤੇ? ਅਲੱਗ ਕਰਨ ਵਾਸਤੇ ਔਰ ਉਹਦਾ ਕੰਮ ਕਰਨ ਵਾਸਤੇ। ਹਾਲੇਲੂਇਆ। ਇਹ ਯਾਦ ਰੱਖਿਓ ਗੱਲ, ਹੁਣ ਤੁਹਾਨੂੰ ਮੈਂ ਭੁੱਲਿਓ ਨਾ ਤੁਸੀਂ। ਤੁਹਾਨੂੰ ਖੁਦਾ ਨੇ ਅਲੱਗ ਕੀਤਾ ਹੈ ਉਹਦਾ ਕੰਮ ਕਰਨ ਦੇ ਲਈ। ਹਾਲੇਲੂਇਆ। ਨਾ ਕਿ ਸੰਸਾਰਿਕ ਕੰਮ ਕਰਨ ਦੇ ਲਈ। तो ਐਤਵਾਰ ਤੋਂ ਪਰਹੇਜ਼ਗਾਰੀ ਕਰਿਆ ਕਰੋ ਕਿ ਖਾਸ ਕਰਕੇ ਇਬਾਦਤ ਵਿੱਚ ਸ਼ਾਮਲ ਹੋਇਆ। ਇਹ ਕਾਇਦ ਹੋਰ ਪੜਾਂਗੇ ਫਿਰ ਆਪਾਂ ਦੁਆ ਕਰਾਂਗੇ। 22 ਦੇ ਆਈ ਪ੍ਰੇਰਿਤ ਦੇ ਕੰਮ। ਜੇ ਮੈਂ ਤੁਹਾਨੂੰ ਤਾਂ ਪੜਾ ਰਿਹਾ ਤੁਹਾਨੂੰ ਸਮਝ ਆ ਜਾਏ ਕਿ ਕੋਈ ਬੰਦਾ ਕਿੱਥੋਂ ਤੱਕ ਚਲਾ ਗਿਆ ਸੰਸਾਰਿਕ ਬੰਦਾ। ਜਦੋਂ ਖੁਦਾ ਦੇ ਹੱਥ ਆ ਜਾਂਦਾ ਨਾ, ਬਣ ਜਾਂਦਾ, ਤੇ ਕਿੱਥੋਂ ਤੱਕ ਖੁਦਾ ਨੂੰ ਲੈ ਕੇ ਜਾਂਦਾ। ਪਹਿਲੀ ਹੈ ਇਹਦਾ ਕੀ ਪੜ੍ਹ ਦੋ। हे प्रभु ਹਾਂਜੀ। ਅਤੇ हे ਪਿਤਰੋ। ਇਹ ਭਰਾਵੋ ਇੱਕ ਮਹਿਫਲ ਦੇ ਵਿੱਚ ਖੜਾ ਹੈ, ਇਹਦੇ ਤੇ ਦੋਸ਼ ਲੱਗ ਰਹੇ ਨੇ ਤੇ ਉੱਥੇ ਬਿਆਨ ਦੇ ਰਿਹਾ, ਆਪਣਾ ਸਟੇਟਮੈਂਟ ਦੇ ਰਿਹਾ, ਆਪਣੀ ਬਿਆਨ ਜੋ ਦੀ ਜ਼ਿੰਦਗੀ 'ਚ ਹੋਏ ਨੇ ਅੱਜ ਤੱਕ ਕਾਇਮ ਆਪਣੀ ਗਵਾਹੀ ਨੂੰ ਲੈ ਕੇ। ਇਹ ਭਰਾਵੋ ਤੇ हे ਪਿਤਰੋ, ਮੇਰਾ ਇਹ ਉਜ਼ਰ ਜੋ ਮੇਰੀ ਇਹ ਬੇਨਤੀ ਜੋ ਹੁਣ ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ। ਮੈਂ ਤੁਹਾਡੇ ਸਾਹਮਣੇ ਕਰਦਾ ਹਾਂ ਸੁਣੋ। ਉਹਨਾਂ ਨੇ ਜਦ ਸੁਣਿਆ ਜਦੋਂ ਉਹਨਾਂ ਨੇ ਸੁਣਿਆ ਜੋ ਇਬਰਾਨੀ ਭਾਖਿਆਂ ਵਿੱਚ ਸਾਡੇ ਨਾਲ ਗੱਲਾਂ ਕਰਦਾ ਇਹ ਇਬਰਾਨੀ ਭਾਖਿਆਂ ਵਿੱਚ ਸਾਡੇ ਨਾਲ ਬੋਲਦਾ ਪਿਆ ਵਾ, ਤਾਂ ਹੋਰ ਵੀ ਚੁੱਪ ਰਹਿ ਗਏ। ਹੋਰ ਵੀ ਕੀ ਹੋ ਗਏ? ਬੋਲਦੀਆਂ ਬੰਦ ਹੋ ਗਈਆਂ। ਤਾਂ ਬੋਲਿਆ ਯਾਰ ਕੋਈ ਧਿਆਨ ਨਾ ਸੁਣੀ ਗਿਆ। ਮੈਂ ਸੰਗ ਪਾੜ ਕੇ ਮੇਰਾ ਖੜਨਾ ਤੇ ਐਸਾ ਬਿਲਕੁਲ ਹੋਇਆ। ਮੇਰੇ ਕੋ ਖੜ ਨਹੀਂ, ਮੈਂ ਫਿਰ ਵੀ ਤੁਹਾਨੂੰ ਖੜ ਕਰਕੇ ਸੁਣਾ ਰਿਹਾ ਕਿਉਂਕਿ ਸ਼ਾਮੀ 3 ਘੰਟੇ ਫਿਰ ਮੈਂ ਖੜਨਾ ਹੈ। ਮੇਰੀ ਗੱਲ ਧਿਆਨ ਨਾਲ ਸੁਣੋ ਪੂਰੀ ਚੱਲੀ। ਹਾਂਜੀ ਪੜ੍ਹੀਏ। ਤਾਂ ਤੋਂ ਬੋਲਿਆ ਮੈਂ ਇੱਕ ਯਹੂਦੀ ਮਨੁੱਖ ਹਾਂ। ਮੈਂ ਇੱਕ ਕੀ ਹਾਂ? ਇਹਦੇ ਇਕਰਾਰ ਕੀਤਾ, ਕਹਿੰਦਾ ਮੈਂ ਇੱਕ ਯਹੂਦੀ ਕੀ ਹਾਂ? ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਕੀਆ ਯਾਦ ਤਰਸੂਸ ਵਿੱਚ ਜੰਮਿਆ। ਬਸ ਕੁਝ ਗੱਲਾਂ ਨੂੰ ਧਿਆਨ ਨਾਲ ਰੱਖੋ ਜਿਹੜੀਆਂ ਪੜਾਣੀਆਂ ਬਾਹਰੀ ਲੰਬੀ ਆਦਮ ਮੈਂ ਲੈ ਗਿਆ, ਜਿਸ ਨੂੰ ਤੁਸੀਂ ਆਪ ਵੀ ਪੜ੍ਹ ਲਿਓ। ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਕੀਆ ਦੇ ਵਿੱਚ ਜੰਮਿਆ। ਕਿਲਕੀਆ ਦੇ ਤਰਸੂਸ ਵਿੱਚ ਜੰਮਿਆ। ਕਿਲਕੀਆ ਦੇ ਤਰਸੂਸ ਵਿੱਚ ਜੰਮਿਆ। ਪਰ ਇਸੇ ਸ਼ਹਿਰ ਵਿੱਚ ਇਸੇ ਸ਼ਹਿਰ ਦੇ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ। ਗਮਲੀਏਲ ਦੇ ਚਰਨਾਂ ਦੇ ਵਿੱਚ ਪੜਿਆ ਅਤੇ ਪਿਓ ਦਾਦਿਆਂ ਦੀ ਸ਼ਰਾਬ ਪੂਰੇ ਚੱਜ ਨਾਲ ਸਿੱਖੀ। ਆ ਵੇਖ ਲਓ ਹੁਣ ਕੀ ਸੀਗੇ ਨੇ। ਇਹ ਵਿਵਸਥਾ ਨੂੰ ਜਾਣਦਾ ਸੀ। ਪਿਓ ਦਾਦਿਆਂ ਦੀ ਸ਼ਰ੍ਹਾ ਪੂਰੀ ਕੀ ਸਿੱਖੀ? ਚੱਜ ਨਾਲ। ਸ਼ਰ੍ਹਾ ਚੱਜ ਨਾਲ ਸਿੱਖੀ ਹੈ ਪਰ ਮਸੀਹ ਨੂੰ ਚੱਜ ਨਾਲ ਨਹੀਂ ਸਿੱਖਿਆ ਸੀ। ਪਰ ਮਸੀਹ ਨੇ ਦਿਖਾਇਆ ਕਿ ਹੁਣ ਮੈਂ ਤੇਰੇ 'ਚ ਕਿਵੇਂ ਚੱਜ ਨਾਲ ਸਕਦਾ।
ਚੱਜ ਨਾਲ ਚੱਲੀ, ਢੰਗ ਨਾਲ ਚੱਲੀ, ਤਰੀਕੇ ਨਾਲ ਚੱਲੀ ਨਾ। ਕਹਿੰਦਾ ਮੈਂ ਪੂਰੇ ਢੰਗ ਤਰੀਕੇ ਨਾਲ ਬਾਪ ਦਾਦਿਆਂ ਦੀ ਸ਼ਰਾਂ ਨੂੰ ਕੀ ਕੀਤਾ। ਮੈਂ ਕਿੱਥੇ ਜੰਮਿਆ? ਇੰਡੀਆ ਦੇ ਤਰਸੁਸ ਦੇ ਵਿੱਚ। ਕਿਤੋਂ ਸਿੱਖਿਆ ਲਈ? ਕਿਤੋਂ ਸਿੱਖਿਆ ਲਈ? ਗਮਲੀਏਲ ਤੋਂ ਸਿੱਖਿਆ ਲਈ। ਠੀਕ ਹੈ, ਗਮਲੀਏਲ ਤੋਂ ਕੀ ਲਈ? ਸਿੱਖਿਆ ਲਈ। ਬਪਤਿਸਮਾ ਕਿਤੋਂ ਲਿੱਤਾ? ਹਰੀਨਾ ਤੋਂ। ਠੀਕ ਹੈ, तो ਸਿੱਖਿਆ ਕਿਹਨਾਂ ਕੋਲ ਲੈ ਰਿਹਾ? ਤੁਸੀਂ ਪੂਰੀ ਕੜੀ ਨੂੰ ਜੋੜੋ ਨਾ ਨਾਲ। ਭਾਈ ਜਾਏ ਕਹਿੰਦਾ ਇਹ ਕਿਲਕੀਆ ਦੇ ਤਰਸੁਸ ਵਿੱਚ ਜੰਮਿਆ। ਗਮਲੀਏਲ ਤੋਂ ਕੀ ਸਿੱਖੀ? ਸਿੱਖਿਆ ਲਈ, ਤਾਲੀਮ ਲਈ। ਪੂਰੀ ਚੱਜ ਨਾਲ ਸਿੱਖੀ ਨੇ, ਪੂਰੀ ਚੱਜ ਨਾਲ ਸਿੱਖੀ, ਪੂਰੀ ਚੱਜ ਨਾਲ ਸਿੱਖੀ ਤਾਲੀਮ ਇਹਦੀ ਜਵਾਨੀ ਵਿੱਚ ਕੀ ਕੰਮ ਆਈ? तो विरोधी बन गया। ਵਿਵਸਥਾ ਸਿੱਖੀ ਤੋਂ ਵੱਡਾ ਕੀ ਬਣ ਗਿਆ? ਵਿਰੋਧੀ ਬਣ ਗਿਆ। ਸੁਭਾਅ ਦੇਖ ਲੋ ਕੀ ਸੀਗਾ, ਲੇਕਿਨ ਯਿਸੂ ਮਸੀਹ ਨੂੰ ਨਹੀਂ ਜਾਣਦਾ। ਠੀਕ ਹੈ, ਤਰਸੁਸ ਵਿੱਚ ਜੰਮਿਆ, ਗਮਲੀਏਲ ਤੋਂ ਸਿੱਖਿਆ ਲਈ, ਹਨਨਿਆ ਤੋਂ ਬਪਤਿਸਮਾ ਲਿਆ, ਔਰ ਸਿੱਖਿਆ ਕਿਹਨਾਂ ਤੋਂ ਲਈ? ਔਰ ਰਸੂਲਾਂ ਤੋਂ। ਹੁਣ ਤੁਸੀਂ ਆਪੇ ਹੀ ਕੜੀ ਜੋੜੋ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਪਈ। ਮੈਂ ਤਾਂ ਜੋ ਤਾਂ ਬਪਤਿਸਮਾ ਲਿਆ ਵਾ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਸਮਝ ਗਏ? ਸਿੱਖਿਆ ਕਿੱਥੋਂ ਲੈ ਰਹੇ ਆ? ਰਸੂਲਾਂ, ਸੰਤਾਂ ਸੇਵਕਾਂ। ਹਾਲੇਲੂਇਆ। ਪਿਛਲੀ ਵਾਰੀ ਸੰਤਾਂ ਕੋਲ ਜਾਣਾ ਸੀ, ਬੜੇ ਰੋਲੇ ਪੈ ਗਏ, ਕਈ ਬੰਦੇ ਗੁੱਸਾ ਕਰਕੇ ਬੈਠੇ, ਸਾਨੂੰ ਨਹੀਂ ਪਿੱਛੇ, ਸਾਨੂੰ ਨਹੀਂ ਪਿੱਛੇ ਆ। ਹੁਣ ਕਿਹੜਾ ਜਾਣਾ ਚਾਹੁੰਦਾ? ਬੋਲੋ 27 ਤਰੀਕ ਨੂੰ। ਕਹਿੰਦੀ ਮੰਮੀ ਤੁਸੀਂ ਅੱਜ ਤੱਕ ਕਿਸੇ ਇਬਾਦਤ 'ਚ ਨਹੀਂ ਗਏ। ਆਪਾਂ ਦੁਨੀਆਦਾਰੀ ਦੇ ਹਰ ਇੱਕ ਕੰਮ 'ਚ ਪਹੁੰਚਦੇ ਆ। ਕਦੇ ਖੁਦਾ ਦੀ ਸੰਤਾਂ ਦੀ ਇਬਾਦਤ ਵਿੱਚ ਕਿਉਂ ਜੋ 6-700 ਰੁਪਏ ਕੋਈ ਵੱਡੀ ਗੱਲ ਨਹੀਂ, ਤੁਹਾਨੂੰ ਵਧੀਆ ਗੱਡੀ 'ਚ ਲੈ ਕੇ ਜਾਵਾਂਗੇ। ਕਦੇ ਛੱਡੋ ਦੁਨੀਆਦਾਰੀ ਨੂੰ, ਖੁਦਾ ਦੇ ਕੰਮਾਂ ਲਈ ਬੋਲੋ। ਘਰ ਤਾਂ ਸਦਾ ਹੀ ਚੱਲਦੇ ਰਹਿਣੇ ਨੇ। ਸਾਡੇ ਬੱਚੇ ਬਹਿ ਜਾਣ, ਅਸੀਂ ਆਜ਼ਾਦ ਆ ਜੀ। ਹੁਣ ਕਹਦੇ ਜ਼ਿਆਦਾ ਨਿਕਲੋ ਘਰਾਂ ਤੋਂ, ਸਿੱਖ ਕੇ ਆਓ। ਚਲੋ ਬੁੜੀਆਂ ਬੁੜੀਆਂ ਹੋਵੋ ਤਿਆਰ, ਤੁਹਾਨੂੰ ਛੁੱਟ ਕੇ ਆਵਾਂ ਫਿਰ ਸੰਤਾਂ ਬਣੇ ਚੱਕੋ ਜੀ। ਆ ਇਹਨਾਂ ਨੂੰ ਸਹੀ ਕਰਕੇ ਛੱਡ ਕੇ ਜਾਓ। ਆ ਬੱਚੇ ਮੰਮੀ ਵੀ ਲੈ ਜਾਣੀ, ਵਿੱਚ ਜਿੰਨੀਆਂ ਬੀਬੀਆਂ ਸਾਰੀਆਂ ਇਕੱਠੀਆਂ ਕਰਕੇ ਲੈ ਆਣੀਆਂ। ਸਹੀ ਹੈ ਕਿ ਨਹੀਂ? ਹੁਣ ਬੋਲੋ, ਮੈਂ ਤੁਹਾਨੂੰ ਪਹਿਲਾਂ ਪੁੱਛ ਰਿਹਾ ਵਾਂ, ਕਿਹੜਾ ਜਾਣਾ ਚਾਹੁੰਦਾ 27 ਤਰੀਕ ਨੂੰ? ਕੰਮਰ ਦੀ ਮੰਮੀ ਸੁੱਟਿਆ ਨਹੀਂ ਉੱਥੇ, ਆ ਸ਼ਸ਼ੀ ਭੈਣ ਨੂੰ ਸੁੱਟਿਆ ਨਹੀਂ ਉੱਥੇ, ਤੇ ਮਾਤਾ ਬੜੀ ਹੋ ਗਈ, ਆ ਵੀ ਭੈਣ ਹੋ ਗਈ, ਉਹ ਮੁਕੇਸ਼ ਦੀ ਮੰਮੀ, ਹੋਰ ਕਿਹਨੇ ਸੁੱਟਣਾ ਉੱਥੇ? ਹੋਰ ਕਿਹਨੇ ਜਾਣਾ? ਅੱਜ ਤਾਂ ਹਾਈ ਮਸਲੀਕ ਉੱਥੋਂ ਦੇ ਆ, ਸਾਨੂੰ ਸੁੱਟਣ ਦੀ ਵਜ੍ਹਾ ਹਾਈ ਉੱਥੋਂ ਦੇ। ਹਾਲੇਲੂਇਆ। ਕਿੰਨੀ ਅੱਛੀ ਗੱਲ ਹੈ, ਸਿੱਖ ਕੇ ਆਇਆ ਕਰੋ। ਸਿੱਖਣ ਦਾ ਮੌਕਾ ਮੈਂ ਤੈਨੂੰ ਬੜੀ ਕੋਸ਼ਿਸ਼ ਕਰ, ਮੈਂ ਦੇਖੀ ਫੋਟੋ 27 ਤਰੀਕ ਦੀ ਬਾਅਦ ਬਹੁਤ ਬੜੀ ਫੋਟੋ। ਤੁਸੀਂ ਯਕੀਨ ਮੰਨਿਓ, ਜਿੱਦਾਂ ਅਸੀਂ ਗਏ ਸੀ ਨਾ ਪਿਛਲੀ ਵਾਰ, ਤਾਂ ਦੇਖੋ ਪਿਛਲੀ ਵਾਰੀ ਗਏ ਕਹਿੰਦੀ ਜੇ ਤੁਸੀਂ ਸੰਤਾ ਕੋਲ ਜਾਣਾ ਤਾਂ ਉਹਨਾਂ ਨੂੰ ਬਾਹਰ ਭੇਜ ਦੇਣਾ ਸੀ। ਮੈਂ ਜਦੋਂ ਬਹੁਤ ਚੱਕਰ ਉਹ ਦਿਖਾ ਸਕਦੇ ਆ। ਠੀਕ ਹੈ, ਜਿੱਦਾਂ ਅਸੀਂ ਜਲੰਧਰ ਪਾਰ ਕੀਤੇ, ਸਾਨੂੰ ਗੜੇ ਪਏ ਰਸਤੇ ਵਿੱਚ, ਉਧਰ ਇੰਨੀ ਧੁੱਪ ਦੇ ਵਿੱਚ ਗੜੇ ਪਏ ਰਸਤੇ ਵਿੱਚ। ਐਨ ਟਾਈਮ ਤੇ ਆ ਕੇ ਸਾਰਿਆਂ ਦਾ ਜਵਾਬ ਆ ਗਿਆ, ਅਸੀਂ ਨਹੀਂ ਜਾਣਾ। ਹੁਣ ਇੱਕ ਭੈਣ ਨੂੰ ਕੀ ਲੈ ਕੇ ਜਾਈਏ ਅਸੀਂ? ਐਟ ਟਾਈਮ ਸਾਡੀ ਵੀ ਕੋਈ ਸਲਾਹ ਨਹੀਂ ਸੀਗੀ। ਚਲੋ ਚਾਹੋ ਖੁਦਾ ਨੇ ਕੋਈ ਜੋ ਵੀ ਆਪਣਾ ਸੀ ਚਲੇ ਗਏ। और ਅਸੀਂ ਕੀ ਵੇਖਿਆ ਜਾ ਕੇ ਅਸੀਂ ਪਹੁੰਚੇ 11 ਵਜੇ ਰਾਤੀ ਪ੍ਰਚਾਰ ਸ਼ੁਰੂ ਹੋਇਆ। ਕਿੰਨੇ ਵਜੇ? ਕਿੰਨੇ ਵਜੇ ਪ੍ਰਚਾਰ ਕੀ ਸ਼ੁਰੂ ਹੋਇਆ? ਕਮਨ ਬੋਲੋ। ਰਾਤੀ 11 ਵਜੇ ਪ੍ਰਚਾਰ ਸ਼ੁਰੂ ਹੋਇਆ, ਰਾਤੀ 1:30 ਵਜੇ ਪ੍ਰਚਾਰ ਸਮਾਪਤ ਹੋਇਆ। ਕਿੰਨੇ ਵਜੇ? 1:30 ਵਜੇ ਰਾਤੀ ਪ੍ਰਚਾਰ। ਪਰ ਚੁੰਡੀਆਂ ਵੜਦੀਆਂ, ਚਲੇ ਚਲੀਏ ਜੀ ਘਰ ਵਿੱਚ। ਛੋਟੇ ਛੋਟੇ ਬੱਚੇ ਲੈ ਕੇ ਠੰਡ ਦੇ ਵਿੱਚ, ਇੰਨੀ ਠੰਡੀ ਹਵਾ ਚੱਲੀ ਖੇਤਾਂ ਦੇ ਵਿੱਚ, ਲੋਕ ਜਨਾਨੀਆਂ ਬੱਚਿਆਂ ਲੈ ਕੇ ਬੈਠੀਆਂ ਨੇ। ਤਾਲੀਮ ਜਦ ਤੱਕ ਖੁਦਾ ਨੇ ਆਮ ਹੀ ਨਹੀਂ ਕੀਤੀ ਤੇ ਸੰਤਾਂ ਨੇ ਤਾਂ ਕੋਈ ਲੋਕ ਉੱਠਿਆ ਨਹੀਂ ਹੈ। ਸਹੀ ਮੰਨਦੇ ਕਿ ਨਹੀਂ? ਸਿੱਖ ਕੇ ਆਏ ਆ ਅਸੀਂ ਉੱਥੇ। 1:30 ਵਜੇ ਰਾਤੀ ਲੋਕੀ ਸੁੰਨਸਾਨ ਰਾਹਾਂ ਤੇ ਜਨਾਨੀਆਂ ਬੰਦੇ ਬਾਈਕਾਂ ਤੇ ਜਾ ਰਹੇ ਸੀ। ਇੱਥੇ ਧੁੱਪ ਲੱਗਦੀ ਆ ਤੇ ਰਹਿਣ ਦੇ ਜੀ, ਘਰੇ ਰਹਿੰਦੇ ਆਪਾਂ, ਛੱਡੋ ਪਰੇ। ਆਹ ਚਰਚਾ ਤੁਹਾਡੇ ਮਹੱਲੇ 'ਚ ਤੇ 2-2 10-10 ਕਿਲੋਮੀਟਰ ਤੋਂ ਅੱਧੀ ਰਾਤ ਨੂੰ 2 ਵਜੇ ਮੋਟਰਸਾਈਕਲਾਂ ਤੇ ਜਾ ਰਹੇ ਸੀ। 1:30 ਵਜੇ ਤੱਕ ਮੇਰੇ ਹਿਸਾਬ ਨਾਲ 2-3 ਹਜ਼ਾਰ ਲੋਕ ਉੱਥੇ ਬੈਠਾ ਹੋਣਾ। ਰਾਤ ਨੂੰ ਬੀਬੀਆਂ, ਬੱਚੇ, ਜਵਾਨ, ਬੁੜੇ, ਕੁੜੀਆਂ, ਮੁੰਡੇ, ਬੱਚੇ ਲੈ ਕੇ ਕੋਠੀਆਂ 'ਚ ਸਿੱਖਦੇ ਨੇ। ਘਰ ਛੱਡਿਆ, ਬਾਹਰ ਛੱਡਿਆ। ਤੁਹਾਨੂੰ ਤਾਂ 10 ਮਿੰਟ ਤੁਸੀਂ ਟਾਈਮ ਦੇਖਣ ਲੱਗ ਜਾਂਦੇ ਹੋ, ਨਾਲੇ ਮੇਰੇ ਵੱਲ ਦੇਖਦੇ ਹੋ, ਫਿਰ ਮੈਨੂੰ ਯਾਰ ਹੁੰਦਾ ਛੱਡ ਜਾਣੇ, ਛੱਡਦੇ ਹੁਣ ਬੰਨ ਕੇ ਰੱਖਿਆ ਇਹਨਾਂ ਨੂੰ। ਤਾਂ ਸਿੱਖੋ ਜਾ ਕੇ, ਤੁਹਾਨੂੰ ਲਿਜਾ ਕੇ ਸਿੱਖਦੇ। ਤੁਹਾਡੇ ਧੀਰਜ ਵੱਜਦੇ ਨੇ, ਤੁਹਾਡੇ ਸਬਰ ਵੱਧਦੇ ਨੇ, ਤੁਹਾਡੇ ਅੰਦਰ ਤੁਹਾਡੀ ਧੀਰਜ ਦੀ ਸ਼ਮਤਾ ਵੱਧਦੀ ਹੈ, ਪ੍ਰਚਾਰ ਸੁਣਨ ਦੀ ਸ਼ਮਤਾ ਵੱਧਦੀ ਹੈ। ਇਹ ਤਾਂ 10 ਮਿੰਟ 'ਚ ਗਾਲੇ ਪੈ ਜਾਂਦੇ ਆ। ਸਹੀ ਹੈ ਕਿ ਨਹੀਂ? ਬੋਲੋ। ਹੁਣ ਨਹੀਂ ਬੋਲਦੇ। ਹੁਣ ਕੀ ਬਣ ਗਈਆਂ? ਗੂੰਗੀਆਂ ਭੇਡਾਂ ਬਣ ਗਈਆਂ ਸੀ। ਸਹੀ ਹੈ ਕਿ ਨਹੀਂ? ਬੋਲੋ, ਤੁਸੀਂ ਵੀ ਬੋਲੋ। ਮੈਂ ਵੀ ਭੇੜੀ ਉਹਦੀ, ਮੈਂ ਕੋਈ ਬੱਕਰੀ, ਮੈਂ ਵੀ ਭੇੜੀ ਉਹਦੀ। ਹੁਣ ਦੱਸੋ ਕਿਹੜੇ ਕਿਹੜਾ ਜਾਣਾ ਚਾਹੁੰਦਾ? ਕਿਸੇ ਕੋਲ ਪੈਸੇ ਦਾ ਬਹਾਨਾ, ਕਿਸੇ ਕੋਲ ਘਰ ਦਾ ਬਹਾਨਾ, ਕਿਸੇ ਲੱਖ ਦਾ ਬਹਾਨਾ, ਕਿਸੇ ਨੂੰ ਬੁਖਾਰ ਚੜ ਗਿਆ, ਕਿਸੇ ਨੂੰ ਆਹ ਹੋ ਗਿਆ, ਕਿਸੇ ਨੇ ਨਹੀਂ ਜਾਣਾ। ਆ ਹੁਣ ਮੈਂ ਕਹਾਂ ਤੁਹਾਨੂੰ ਕਿਸੇ ਸੇ ਵਿਆਹ ਦਾ ਕਰ ਜਾਵੇ, ਬਿਮਾਰ ਹੀ ਪਕੜ ਗਏ, ਕੋਈ ਗੱਲ ਨਹੀਂ, ਫਿਰ ਕੀ ਹੋਇਆ? ਮਨ ਕੇ ਠੀਕ ਹੈ, ਕੋਈ ਗੱਲ ਨਹੀਂ। ਇੱਜ਼ਤ ਰੱਖਣੀ ਪੈਂਦੀ ਹੈ। ਸਹੀ ਹੈ ਕਿ ਨਹੀਂ? ਇੱਜ਼ਤ ਰੱਖਣ, ਮੂੰਹ ਚੱਕ ਤੱਕ ਜਾਣਗੇ। ਸਹੀ ਹੈ ਕਿ ਨਹੀਂ? ਬੋਲੋ। ਸਹੀ ਹੈ ਕਿ ਨਹੀਂ? ਸੰਗਤ ਤੇ ਜਾਣਾ, ਜਿੱਥੇ ਸਿੱਖਣਾ ਹੋਵੇ ਨਾ, ਉੱਥੇ ਕੋਈ ਨਹੀਂ ਜਾਂਦਾ। ਸਹੀ ਹੈ ਕਿ ਨਹੀਂ?
ਉਹ ਦੂਰ ਦੀ ਰਿਸ਼ਤੇਦਾਰ ਸੀ, ਤੁਹਾਨੂੰ ਪਤਾ ਫਿਰ ਇਹਨਾਂ ਦੀ ਸੀਗੀ, ਰੱਖਣੀ ਪੈਂਦੀ ਹੈ, ਜਾਣਾ ਤਾਂ ਪੈਂਦਾ ਹੀ ਆ। ਕਿੰਨੇ ਵਜੇ? ਰਾਤੀ 1 ਵਜੇ ਆਏ ਆ ਭਾਈ ਇੱਥੋਂ। ਬੜਾ ਸੁੰਨਸਾਨ ਰਸਤਾ ਸੀਗਾ, ਕੀ ਕਰੀਏ? ਇੱਧਰ ਵੀ ਨਹਿਰ, ਇੱਧਰ ਵੀ ਨਹਿਰ, ਇੱਥੇ ਡਰੀਏ ਕਿ ਸਾਨੂੰ ਲੁੱਟਣ ਵਾਲਾ ਨਾ ਮਿਲੇ, ਤੁਹਾਨੂੰ 5 ਮਿੰਟ ਅੰਦਰ। ਸੋ ਇਦਾਂ ਦੀਆਂ ਗੱਲਾਂ ਸਾਡੀ ਸ਼ੀਰੀ ਸਾਨੂੰ ਕੀ ਕਰਦੀਆਂ ਨੇ, ਸੁਣਦੀਆਂ ਨੇ। ਸਿੱਖਣ ਲਈ ਜਾਇਆ ਕਰੋ, ਹਾਲੇਲੂਇਆ, ਸਿੱਖਣ ਲਈ ਜਾਇਆ ਕਰੋ। ਠੀਕ ਹੈ ਕਿ ਨਹੀਂ? ਬਸ 2 ਮਿੰਟ ਤੁਹਾਡੇ ਹੋਰ ਹੈ, ਅੱਗੇ बढ़िए। ਪਰਮੇਸ਼ਰ ਦੇ ਲਈ ਹਾਂ। ਅਜਿਹਾ ਹੀ ਅਣਖੀ ਸਾਂ, ਇਦਾਂ ਦਾ ਅਣਖੀ ਸੀਗਾ ਮੈਂ, ਇਦਾਂ ਦਾ ਅਣਖੀ ਸੀ ਖੁਦਾ ਦੇ ਲਈ। ਜਿਹੇ ਤੁਸੀਂ ਸਭ ਅੱਜ ਦੇ ਦਿਨ ਹੋ। ਤੁਸੀਂ ਅੱਜ ਅਣਖੀ ਵੇਖਦੇ ਹੋ, ਕਦੇ ਮੈਂ ਵੀ ਅਣਖੀ ਸੀਗਾ। ਕੀ ਕਰਦਾ ਸੀ ਮੈਂ? ਬੜਾ ਦੁਆ ਕਰੀ। ਔਰ ਮੈਂ ਪੁਰਖਾਂ ਤੇ ਤੀਵੀਆਂ ਨੂੰ ਬੰਨ ਕੇ, ਮੈਂ ਬੰਦਿਆਂ ਤੇ ਤੀਵੀਆਂ ਨੂੰ ਬੰਨ ਕੇ, ਔਰ ਕੈਦ ਵਿੱਚ ਪਾ ਕੇ, ਕੈਦ ਵਿੱਚ ਪਾ ਕੇ ਇਸ ਪੰਥ ਦੇ ਲੋਕਾਂ ਨੂੰ ਮੌਤ ਤੀਕ ਸਤਾਇਆ। ਇਸ ਪੰਥ ਦੇ ਲੋਕਾਂ ਨੂੰ ਕੀ ਕਰਦਾ ਸੀ? ਮੌਤ ਤੀਕ। ਬਸ ਮੈਂ ਇੱਥੇ ਰੁਕ ਜਾਵਾਂਗਾ। ਹੁਣ ਇਸ ਤੋਂ ਅੱਗੇ ਤੁਸੀਂ ਪੜ੍ਹਨਾ ਹੈ। ਉਹਨੇ ਆਪਣੀ ਕਿਵੇਂ ਗਵਾਹੀ ਦਿੱਤੀ ਔਰ ਕਿੱਥੋਂ ਸ਼ੁਰੂ ਹੋਇਆ? ਉਹਨੇ ਆਪਣੀ ਗਵਾਹੀ ਤੋਂ ਸ਼ੁਰੂ ਕੀਤੀ। ਇੱਧਰ ਕਿੱਥੋਂ? ਤੁਹਾਡੀ ਜ਼ਿੰਦਗੀ 'ਚ ਆਪਣੀ ਗਵਾਹੀ ਹੋਣੀ ਚਾਹੀਦੀ ਹੈ। ਕਮਰ ਦੀ ਤੁਹਾਡੀ ਜ਼ਿੰਦਗੀ 'ਚ ਕੀ ਗਵਾਹੀ ਹੋਗੀ? ਹਰ ਇੱਕ ਦੀ ਜ਼ਿੰਦਗੀ 'ਚ ਗਵਾਹੀ ਹੈ। ਕੋਈ ਬਿਮਾਰੀ ਨੂੰ ਲੈ ਕੇ, ਕੋਈ ਕਰਜ਼ੇ ਨੂੰ ਲੈ ਕੇ, ਕੋਈ ਪਰੇਸ਼ਾਨੀ ਨੂੰ ਲੈ ਕੇ, ਕੋਈ ਨਾ ਕੋਈ ਗਵਾਹੀ ਹੈ। ਇਹਨੇ ਆਪਣੀ ਗਵਾਹੀ ਦੱਸੀ ਕਿ ਮੈਂ ਇੱਕ ਯਹੂਦੀ ਹਾਂ, ਮੈਂ ਇੱਕ ਯਹੂਦੀ ਹਾਂ। ਇੱਥੇ ਹੀ ਪੜਿਆ ਵਾਂ, ਲੁਧਿਆਣੇ ਹੀ ਪੜਿਆ, ਸ਼ਿਮਲਾਪੁਰੀ ਦੇ ਵਿੱਚ ਮੈਂ ਪੜਿਆ। ਠੀਕ ਹੈ? ਔਰ ਮੈਂ ਇਹਦੇ ਕੋਲੋਂ, ਮੈਂ ਪਿਓ ਦਾਦਿਆਂ ਕੋਲੋਂ ਸ਼ਰ੍ਹਾਂ ਸਿੱਖੀ। ਮੈਂ ਇਸ ਬੰਦੇ ਕੋਲੋਂ ਤਾਲੀਮ ਲਈ। ਇਹ ਬੰਦੇ ਦਾ ਨਾਮ ਹੈ, ਮੈਂ ਸਿੱਖਿਆ ਲਈ। ਇੱਥੇ ਤੱਕ ਦੀ ਗਵਾਹੀ ਹੈ। ਅੱਗੇ ਪੜੋਗੇ ਉਹ ਲਿਖਿਆ ਕਿ ਮੈਂ ਅਣਖੀ ਸੀ ਜਿੱਦਾਂ ਤੁਸੀਂ ਅੱਜ ਅਣਖੀ ਹੋ। ਮੈਂ ਪਰਮੇਸ਼ਰ ਦੀ ਅਣਖੀ ਸੀ। ਮੈਂ ਬੰਦਿਆਂ ਨੂੰ ਮਾਰ ਕੁੱਟ ਕੇ, ਇਸ ਪੰਥ ਦੀ ਮੰਨਣ ਵਾਲਿਆਂ ਨੂੰ ਮਾਰਨ ਤੱਕ ਮਜਬੂਰ ਕਰ ਦਿੰਦਾ ਸੀ। ਇਹ ਮੇਰੀ ਗਵਾਹੀ ਹੈ। ਲੇਕਿਨ ਜਦੋਂ ਮੈਂ ਜਾ ਰਿਹਾ ਸੀ ਤਾਂ ਇੱਥੋਂ ਉਹਦੀ ਗਵਾਹੀ ਸ਼ੁਰੂ ਹੁੰਦੀ ਹੈ ਕਿ ਮੈਨੂੰ ਇੱਕ ਜੋਤ ਮਿਲੀ ਔਰ ਮੇਰੇ ਚੁਪੇਰੇ ਚਮਕੀ ਤੇ ਮੈਂ ਡਿੱਗ ਪਿਆ। 3 ਦਿਨ ਅੰਨਾ ਰਿਹਾ ਔਰ ਮੇਰੇ ਤੇ ਪ੍ਰਾਰਥਨਾ ਹੋਈ। ਉਸ ਤੋਂ ਬਾਅਦ ਖੁਦਾ ਨੇ ਆਪਣੇ ਕੰਮਾਂ ਲਈ ਮੈਨੂੰ ਤੋੜ ਲਿਆ। ਜਿਹਦੀ ਮੈਂ ਅੱਜ ਗਵਾਹੀ ਦਿੰਦਾ, ਇਹ ਬਾਈ ਦੀ ਅੱਜ ਤੁਹਾਨੂੰ ਮਿਲ ਜਾਏ। ਹਾਲੇਲੂਇਆ। ਮੇਰਾ ਵੀ ਜ਼ੋਰ ਲੱਗਦਾ ਹੈ। ਇਹਨੂੰ ਘਰ ਜਾ ਕੇ ਤਸੱਲੀ ਨਾਲ ਪੜ੍ਹ ਲਿਓ। ਇਗਨੋਰ ਨਹੀਂ ਕਰਨਾ, ਤਾਂ ਜਾ ਕੇ ਕੜੀ ਨਾਲ ਕੜੀ ਜੁੜਨੀ, ਕੁਝ ਕੜੇ ਪੱਲੇ ਪੈ ਜਾਓ। ਕਿ ਬੰਦਾ ਕਿੱਥੋਂ ਸ਼ੁਰੂ ਹੋਇਆ ਔਰ ਉਹਦੀ ਜ਼ਿੰਦਗੀ 'ਚ ਅੱਜ ਤੱਕ ਗਵਾਹੀ ਹੈ। ਸਾਡੀ ਗਵਾਹੀ ਕੀ ਹੈ? ਤੁਸੀਂ ਗਏ ਆਪਣੀ ਗਵਾਹੀ ਲੈ ਕੇ ਕਿ ਸੱਸੀ ਭੈਣ, ਹਾਂ ਤੁਸੀਂ ਕਦੇ ਗਵਾਹੀ ਸੱਸੀ ਕੋਲ ਲੈ ਕੇ ਗਏ? ਦੇਖ ਸੱਸੀ ਭੈਣ, ਮੈਂ ਰੋਜ਼ ਚਰਚ ਜਾਂਦੀ ਹਾਂ, ਮੈਂ ਰੋਜ਼ ਦੁਆ ਕਰਦੀ ਹਾਂ। ਦੇਖ ਮੈਨੂੰ ਪ੍ਰਭੂ ਨੇ ਆ ਵੀ ਦਿੱਤਾ, ਹਜੇ ਏਸੀ ਰੋਕ ਕੇ ਰੱਖਿਆ, ਕਿਉਂ? ਪਾਠ ਨੂੰ ਘੜੀ ਉਡਾਇਆ। ਮੰਨਦੇ ਕਿ ਨਹੀਂ? ਆ ਪਹਿਲੇ ਦਿਨ ਇਹਨੇ ਰੋਟੀ ਖਾਧੀ, ਪਹਿਲੇ ਦਿਨ ਹੀ ਮੂਤੀ ਮਿਲ ਗਿਆ, ਏਸੀ ਲਵਾ ਲਓ। ਉਹ ਦੂਜੇ ਦਿਨ ਗਏ, ਮਿਲ ਲੱਗਿਆ ਸੀ ਨਹੀਂ ਕੱਲ ਹੀ ਪਰਸੋਂ। ਕਿਹਨੇ ਲਵਾਇਆ? ਕਹਿੰਦਾ ਤੂੰ ਕੱਢਦਾ ਸੀ। ਤੁਸੀਂ ਤਾਂ ਠੁਕਰਾਉਂਦੇ ਹੋ, ਸੇਵਕ ਨੂੰ ਘਰੇ ਨਹੀਂ ਬੁਲਾਉਂਦੇ, ਤਾਂ ਫੋਨ ਕਰਦੇ ਹੋ। ਅੱਜ ਇਹਨਾਂ ਨੇ ਆਸ਼ੀਸ਼ਾਂ ਲੈਣੀਆਂ ਹੁੰਦੀਆਂ ਨਾ, ਉਹ ਦੇਖੋ ਲੈ ਕੇ ਬੈਠੇ ਨੇ, ਚਾਹੇ ਭੋਲੇ ਭਾਲੇ ਨੇ। ਸਾਰਿਆਂ ਨੂੰ ਮਿਲਣ ਵਾਲੇ ਨੂੰ ਦਿਖਾ ਕੇ ਰੱਖੇ, ਇਹਨੂੰ ਕੋਈ ਮਿਲਣ ਵਾਲਾ ਪਰ ਰੋਕ ਕੇ ਰੱਖਿਆ ਉਹਨੇ। ਅਜੇ ਤੁਹਾਡੇ ਸਹੀ ਢੰਗ ਨਾਲ ਚਲੋ ਕਹਿੰਦਾ। ਕਹਿੰਦਾ ਪਿੱਛੇ ਪੈ ਕੇ ਮਿਲਣਗੀਆਂ, ਤੂੰ ਧਰਮ ਤੇ ਰਾਜ ਦੀ ਕੀ ਕਰ? ਖੋਜ ਕਰ। ਸਮਝ ਗਏ ਕਿ ਨਹੀਂ? ਔਰ 6 ਤੇ ਆਈ ਜੀ 10 ਐਕਟ 'ਚ ਲਿਖਿਆ, ਮੈਂ ਆਇਤ ਨਹੀਂ ਦੱਸਣਾ, ਮੈਨੂੰ ਵੀ ਪਤਾ ਆ। ਸਵਰਗੀ ਰਾਵਾਂ ਦੇ ਵਿੱਚ ਸ਼ੈਤਾਨ ਖੜਾ ਅੰਧਕੋਰ ਦੇ ਆਤਮਾ 'ਚ, ਉਹਨੂੰ ਕਿੱਦਾਂ ਪਾਰ ਕਰੋਗੇ? ਉਹਨੂੰ ਕਿੱਦਾਂ ਪਾਰ ਕਰੋਗੇ? ਇੱਥੇ ਤਾਂ ਅਸੀਂ ਪੁਲਿਸ ਵਾਲਿਆਂ ਤੋਂ ਪਾਰ ਹੋ ਗਏ ਆ। ਜਿਹੜੇ ਰਾਹ 'ਚ ਖੜੇ ਨੇ ਉਹਨੂੰ ਕਿੱਦਾਂ ਪਾਰ ਕਰੇਂਗੇ? ਉਹਨੇ ਲੰਘਣ ਨਹੀਂ ਦੇਣਾ। ਜਕਰ ਜਿਹਾ ਤੀਸਰਾ ਜੈ ਪੜ ਕੇ ਵੇਖ ਲੈ, ਪੜਨਾ ਨਹੀਂ ਹੈ। ਸ਼ੈਤਾਨ ਉੱਤੇ ਖੜਾ ਸੀ, ਕਹਿੰਦਾ ਵਰਦੀ ਲਾ ਦੇ। ਕੀ ਹੈ ਇਹ? ਮੈਲੀ ਜਾਂ ਕੱਪੜੇ ਲਾ ਦੇ। ਮੈਲੇ ਕਰਕੇ ਵਿਰੋਧ ਕਰ ਰਿਹਾ ਸੀ। ਇੱਥੋਂ ਤਾਂ ਵੱਜ ਨਿਕਲਾਂਗੇ, ਉੱਥੋਂ ਨਿਕਲਣਾ ਮੁਸ਼ਕਲ ਹੋ ਜਾਣਾ। ਇਸ ਲਈ ਹੱਥ ਜੋੜ ਕੇ ਬੇਨਤੀ ਹੈ, ਹੰਬਲ ਹੋ ਜਾਓ, ਹਲੀਮ ਹੋ ਜਾਓ, ਨਮਰ ਹੋ ਜਾਓ। खुदा ਤੁਹਾਨੂੰ ਬਰਕਤ ਦੇ, ਬੁੱਧ ਦੇਵੇ, ਸਮਝ ਦੇਵੇ ਔਰ ਅੱਜ ਦੇ ਵਚਨ ਦੁਆਰਾ ਤੁਹਾਨੂੰ ਖੁਦਾ ਬਰਕਤ ਦੇਵੇ। ਦੁਆ ਕਰੀਏ, ਕਲਾਮ ਦੇ। ਹਾਲੇਲੂਇਆ। ਭਗਵਾਨ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਤੁਹਾਡੀ ਸਿੱਖਿਆ ਦੇ ਦੁਆਰਾ ਜੋ ਅਸੀਂ ਸਿੱਖਿਆ ਅੱਜ ਮੇਰੇ ਖੁਦਾ ਕਿ ਕਿਸ ਤਰ੍ਹਾਂ ਸੋਲਜ ਜੋ ਸਤਾਉਣ ਵਾਲਾ ਮਸੀਹ ਵਿਰੋਧੀ ਕਿੱਦਾਂ ਤੁਹਾਨੂੰ ਸਤਾਉਣ ਵਾਲਾ ਖੁਦਾਵੰ ਜੋ ਲੋਕਾਂ ਨੂੰ ਤੁਹਾਡੇ ਨਾਲ ਸਤਾਉਂਦੇ ਨੇ, ਪ੍ਰਭੂ ਯਿਸੂ ਮਸੀਹ ਤੁਹਾਨੂੰ ਸਤਾਉਂਦੇ ਨੇ। ਔਰ ਤੁਸੀਂ ਕਹਿੰਦੇ ਹੈ ਸੋਲਜ ਤੂੰ ਮੈਨੂੰ ਕਿਉਂ ਸਤਾ ਰਿਹਾ? ਤੇ ਤੁਸੀਂ ਕਿਹਾ ਕਿ ਪ੍ਰਭੂ ਤੂੰ ਕੌਣ ਹੈ? ਔਰ ਮਹਾਨ ਪ੍ਰਭੂ ਤੁਸੀਂ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਤਾਂ ਉਹਦਾ ਜੀਵਨ ਬਦਲ ਗਿਆ ਮੇਰੇ ਪ੍ਰਭੂ ਯਿਸੂ ਮਸੀਹ। ਅੱਜ ਵੀ ਪ੍ਰਭੂ ਬਹੁਤ ਸਾਰੇ ਲੋਕ ਹੁੰਦੇ ਨੇ ਖੁਦਾਵੰ ਜੋ ਤੁਹਾਡੀ ਉਸ ਮਹਾਨਤਾ ਨੂੰ ਨਹੀਂ ਜਾਣਦੇ ਪ੍ਰਭੂ। ਔਰ ਖੁਦਾਵੰ ਤੁਹਾਡੇ ਵਿੱਚ ਰਹਿ ਕੇ ਵੀ ਖੁਦਾ ਤੁਹਾਡੀਆਂ ਵਿਰੋਧੀ ਵਾਲੀ ਗੱਲਾਂ ਤੁਹਾਡੇ ਵਿਰੋਧ ਵਿੱਚ, ਸੰਗਤ ਦੇ ਵਿਰੋਧ ਵਿੱਚ ਕਰਦੇ ਨੇ ਪ੍ਰਭੂ। ਇਹਨਾਂ ਦੇ ਜੀਵਨ ਵੀ ਬਦਲ ਜਾਣ ਮੇਰੇ ਖੁਦਾ। ਇਹ ਸੋਲਸ ਤੋਂ ਪੌਲਸ ਹੀ ਨਹੀਂ ਬਣ ਜਾਣ ਖੁਦਾਵੰ, ਤੁਹਾਡੇ ਵਸੀਲੇ ਬਣ ਜਾਣ ਔਰ ਤੁਹਾਡੇ ਸੁਖ ਸਮਾਚਾਰ ਨੂੰ ਬਹੁਤ ਸਾਰੇ ਲੋਕਾਂ ਤੱਕ ਜਾ ਕੇ ਜਾਣ ਵਾਲੇ ਬਣ ਜਾਣ ਔਰ ਖਾਸ ਪਵਿੱਤਰ ਆਤਮਾ ਦੇ ਵਿੱਚ ਚੱਲਣ ਵਾਲੇ ਬਣ ਜਾਣ ਔਰ ਸੁਲਾ ਦੀ ਸੰਗਤੀ ਵਿੱਚ ਬੈਠ ਕੇ ਸਿੱਖਣ ਵਾਲੇ ਬਣ ਜਾਣ ਖੁਦਾਵੰ। ਕਿਉਂਕਿ ਜਦ ਤੱਕ ਸਿੱਖਣਗੇ ਨਹੀਂ ਤਾਂ ਪ੍ਰਭੂ ਉਸ ਚੱਲ ਵੀ ਨਹੀਂ ਸਕਦੇ ਮੇਰੇ ਪ੍ਰਭੂ ਯਿਸੂ ਮਸੀਹ। ਅੱਜ ਦਾ ਵਚਨ ਪ੍ਰਭੂ ਸਾਨੂੰ ਵਿਸ਼ਵਾਸ ਹੈ ਕਿ ਬਹੁਤੇ ਦੇ ਜੀਵਨ 'ਚ ਕੰਮ ਕੀਤਾ ਔਰ ਜੋ ਇਸ ਵਚਨ ਨੂੰ ਗਹਿਰਾਈ ਦੇ ਨਾਲ ਲੈਣਗੇ ਉਹ ਆਸ਼ੀਸ਼ ਨੂੰ ਪਾਣਗੇ ਮੇਰੇ ਖੁਦਾਵੰ। ਤੁਹਾਡਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ ਮਸੀਹ ਯਿਸੂ ਦੇ ਨਾਮ 'ਚ ਮੰਗਦੇ ਹਾਂ। ਸਾਡੇ ਪਿਤਾ ਦਾ ਪ੍ਰੇਮ, ਪ੍ਰਭੂ ਯਿਸੂ ਮਸੀਹ ਦੀ ਦਇਆ, ਪਵਿੱਤਰ ਆਤਮਾ ਦੀ ਸੰਗੀ ਸਹਿਭਾਗੀਤਾ
जमात दे नाल खुदा दे संतां सेवकां दे नाल खुदा दी यीशु मसीह दी दूसरी आमद तक हमेशा विच साडे सारिਆਂ ਨੂੰ आमीन। हालेलुया।